ਜਾਂਦਾ और इस प्रोग्राम का समा जरूर नोट करो 7 ਤੋਂ 8 इस प्रोग्राम का शाम ਨੂੰ 7 ਤੋਂ 8 प्रोग्राम का समा ਹੁੰਦਾ और प्रोग्राम के दौरान ਜਾਂ प्रोग्राम तो बाद किसी किस्म की जानकारी लैनी है ਜਾਂ प्रोग्राम के दौरान कोई सवाल सुझाव देना चाਹੁੰਦੇ ਆ ਤਾਂ 905 790 9099 ਦੇ ਉੱਪਰ ਕਾਲ ਕਰਨੀ ਹੈ। ਇਹੀ ਨੰਬਰ ਸਕਰੀਨ ਦੇ ਬਿਲਕੁਲ ਥੱਲੇ ਫਲੈਸ਼ ਵੀ ਹੋ ਰਿਹਾ ਔਰ ਇਸੇ ਨੰਬਰ ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਜਿੱਥੇ ਤੁਸੀਂ ਇਸ ਪ੍ਰੋਗਰਾਮ ਨੂੰ ਆਪਣੇ ਟੀਵੀ ਸੈੱਟ ਉੱਪਰ ਦੇਖਦੇ ਹੋ ਨਾਲ ਦੀ ਨਾਲ ਇਸ ਪ੍ਰੋਗਰਾਮ ਦਾ ਜੇ ਤੁਸੀਂ ਸਿੱਧਾ ਪ੍ਰੋਗਰਾਮ ਲਾਈਵ ਫੇਸਬੁੱਕ ਤੇ ਦੇਖਣਾ ਚਾਹੁੰਦੇ ਆ ਤਾਂ ਫੇਸਬੁੱਕ ਤੇ ਸਰਚ ਕਰੋ ਵਿਜ਼ਨ ਪੰਜਾਬ ਟੀਵੀ ਕੈਨੇਡਾ ਔਰ ਸਾਰੇ ਦੇ ਸਾਰੇ ਲਿੰਕ ਤੁਹਾਨੂੰ ਉੱਥੋਂ ਪ੍ਰਾਪਤ ਹੋ ਜਾਣਗੇ। ਸਾਰੇ ਦੇ ਸਾਰੇ ਪ੍ਰੋਗਰਾਮਸ ਜਿਹੜੇ ਇੱਥੋਂ ਪੇਸ਼ ਕੀਤੇ ਜਾਂਦੇ ਨੇ ਚਾਹੇ ਕੈਨੇਡਾ ਚਾਹੇ ਭਾਰਤ ਤੋਂ ਉਹ ਸਾਰੇ ਦੇ ਸਾਰੇ ਪ੍ਰੋਗਰਾਮ ਤੁਹਾਨੂੰ ਉੱਥੋਂ ਮਿਲ ਜਾਣਗੇ। ਸੋ ਅੱਜ ਇੱਕ ਅਜਿਹੇ ਵਿਸ਼ੇ ਦੇ ਉੱਪਰ ਗੱਲ ਕਰਾਂਗੇ। ਅਜਿਹਾ ਵਿਸ਼ਾ ਤੁਹਾਡੀ ਨਜ਼ਰ ਕਰ ਰਹੇ ਹਾਂ ਜਿਸ ਨੂੰ ਕਈ ਵਾਰੀ ਅਸੀਂ ਸੰਗਦੇ ਹਾਂ ਜਾਂ ਇਹ ਕਹਿ ਲਓ ਕਿ ਵੀ ਕੈਨੇਡਾ ਜਾਂ ਅਮਰੀਕਾ ਜਾਂ ਹੋਰ ਇਹੋ ਜਿਹੀਆਂ ਜਿਹੜੀਆਂ ਐਜੂਕੇਟਡ ਕੰਟਰੀਆਂ ਨੇ ਉਹਨਾਂ ਤੇ ਸ਼ਾਇਦ ਕਿਤੇ ਨਾ ਕਿਤੇ ਘੱਟ ਹੋਵੇ ਲੇਕਿਨ ਜੇ ਬੈਕ ਹੋਮ ਪੰਜਾਬ ਜਾਂ ਭਾਰਤ ਦੀ ਗੱਲ ਕਰੀਏ ਤਾਂ ਉੱਥੇ ਸਾਨੂੰ ਇਹਨਾਂ ਵਿਸ਼ਿਆਂ ਦੇ ਉੱਪਰ ਸੰਗ ਆਉਂਦੀ ਹੈ ਗੱਲ ਕਰਦਿਆਂ ਨੂੰ। ਸਾਡਾ ਕਲਚਰ ਕਹਿ ਲਓ ਸਾਡੇ ਸੰਸਕਾਰ ਕਹਿ ਲਓ ਸਾਨੂੰ ਐਂ ਲੱਗਦਾ ਰਹਿੰਦਾ ਕਿ ਵੀ ਸ਼ਾਇਦ ਵੀ ਇਹ ਗੱਲ ਕਰਨੀ ਠੀਕ ਨਹੀਂ। ਸੋ ਮੈਂ ਗੱਲ ਇਹ ਕਰਨੀ ਚਾਹੁੰਦਾ ਕਿ ਅਕਤੂਬਰ ਮਹੀਨਾ ਜਿਹੜਾ ਉਹ ਬ੍ਰੈਸਟ ਕੈਂਸਰ ਅਵੇਅਰਨੈਸ ਦੇ ਤੌਰ ਤੇ ਮਨਾਇਆ ਜਾਂਦਾ ਹੈ। ਸੋ ਬ੍ਰੈਸਟ ਕੈਂਸਰ ਅਵੇਅਰਨੈਸ ਮੰਥ ਕਿਉਂ ਡਿਕਲੇਅਰ ਕੀਤਾ ਗਿਆ, ਕਿਉਂ ਘੋਸ਼ਿਤ ਕੀਤਾ ਗਿਆ, ਇਹਦੇ ਕੁਝ ਕਾਰਨ ਸੀ, ਕੁਝ ਸਿੱਟੇ ਜਿਹੜੇ ਆ ਗਲਤ ਨਿਕਲਦੇ ਨਜ਼ਰ ਆ ਰਹੇ ਸੀ। ਇਸ ਕਰਕੇ ਸਾਡੀਆਂ ਸਰਕਾਰਾਂ ਨੂੰ ਇਹ ਮਹੀਨਾ ਜਿਹੜਾ ਅਕਤੂਬਰ ਦਾ ਮਹੀਨਾ ਪੂਰੇ ਦਾ ਪੂਰਾ ਬ੍ਰੈਸਟ ਕੈਂਸਰ ਅਵੇਅਰਨੈਸ ਦੇ ਤੌਰ ਤੇ ਮਨਾਇਆ ਜਾਂਦਾ ਹੈ। ਇਹਦੇ ਵਿੱਚ ਹੁਣ ਬ੍ਰੈਸਟ ਕੈਂਸਰ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਸਾਨੂੰ ਵੈਸੇ ਹੀ ਮਹਿਸੂਸ ਹੁੰਦਾ ਜਾਂ ਜਿਹੜਾ ਕੋਈ ਸਾਡੇ ਨਾਲ ਕੋਈ ਘਰ ਦੇ ਵਿੱਚ ਜਾਂ ਆਸੇ-ਪਾਸੇ ਪਰਿਵਾਰ ਦੇ ਵਿੱਚ ਔਰਤਾਂ ਹੁੰਦੀਆਂ ਤਾਂ ਥੋੜਾ ਜਿਹਾ ਸੰਗ ਜਾਂ ਸੰਗਾਊ ਵਾਲਾ ਮਾਹੌਲ ਬਣ ਜਾਂਦਾ। ਪਰ ਦਰਸ਼ਕੋ ਇਹ ਗੱਲ ਵੀ ਮੰਨਣੀ ਔਰ ਜਾਣਨੀ ਜ਼ਰੂਰੀ ਹੈ ਔਰ ਲਾਜ਼ਮੀ ਹੈ ਕਿ ਵੀ ਜਦੋਂ ਅਸੀਂ ਬ੍ਰੈਸਟ ਕੈਂਸਰ ਦੀ ਗੱਲ ਕਰਦੇ ਹਾਂ ਤਾਂ ਅਵੇਅਰਨੈਸ ਹੋਣੀ ਬਹੁਤ ਜ਼ਰੂਰੀ ਹੈ। ਪੂਰਾ ਮਹੀਨਾ ਅਵੇਅਰਨੈਸ ਚੱਲਣੀ ਹੈ ਔਰ ਇਕੱਲੇ ਮਹੀਨੇ ਨਾਲ ਨਹੀਂ ਸਰਨਾ, ਪੂਰੇ ਦੇ ਪੂਰੇ ਜਿਹੜੇ 12 ਮਹੀਨੇ ਹੋਰ ਹੁੰਦੇ ਨੇ ਉਹਨਾਂ ਵਿੱਚ ਵੀ ਸਾਨੂੰ ਇਸ ਚੀਜ਼ ਦੀ ਜਾਗਰੂਕਤਾ ਹੋਣੀ ਚਾਹੀਦੀ ਹੈ। ਔਰ ਬ੍ਰੈਸਟ ਕੈਂਸਰ ਹੁੰਦਾ ਕਿਉਂ ਆ, ਕਿਵੇਂ ਹੁੰਦਾ, ਕੀ ਕਾਰਨ ਹੁੰਦੇ ਆ, ਲੱਛਣ ਕੀ ਹੁੰਦੇ ਨੇ, ਕਿਵੇਂ ਇਹਦੇ ਤੋਂ ਬਚਿਆ ਜਾ ਸਕਦਾ, ਉਹ ਸਾਰੀਆਂ ਅੱਜ ਜਿਹੜੀਆਂ ਗੱਲਾਂ ਦੇ ਉੱਪਰ ਚਾਨਣਾ ਪਾਇਆ ਜਾਏਗਾ। ਔਰ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਮਹਿੰਦਰ ਨਰੂਲਾ ਜੀ ਸੂਬੇ ਦੇ ਵਿੱਚ ਆਏ ਨੇ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਗੱਲਬਾਤ ਜਾਰੀ ਕਰਦੇ ਹਾਂ। ਜੀ ਬਹੁਤ ਬਹੁਤ ਸਵਾਗਤ ਹੈ ਜੀ ਮਹਿੰਦਰ ਜੀ ਤੁਹਾਡਾ। ਰਮਨ ਜੀ ਤੁਹਾਨੂੰ ਵਿਜ਼ਨ ਪੰਜਾਬ ਦੇ ਸਾਰੇ ਸ਼ਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਨਿੱਕੀ ਵੈਲਕਮ ਜੀ। ਤੇ ਤੁਸੀਂ ਪਹਿਲੇ ਹੀ ਜਿਹੜਾ ਵਰਡ ਮੈਂ ਕਹਿਣਾ ਚਾਹੁੰਦਾ ਸੀਗਾ ਤੁਸੀਂ ਪਹਿਲਾਂ ਹੀ ਟੱਚ ਕਰਤਾ ਸੰਗਦੇ ਆ ਜੀ। ਪਹਿਲਾ ਹੀ ਵਰਡ ਤੁਸੀਂ ਜਿਹੜਾ ਮੈਂ ਸ਼ੁਰੂ ਕਰਨਾ ਚਾਹੁੰਦਾ ਸੀਗਾ ਕਿ ਇਸ ਤਰ੍ਹਾਂ ਪਹਿਲੇ ਤੁਸੀਂ ਜਿਹੜਾ ਵਰਡ ਕੀਤਾ ਇਹਦਾ ਮੀਨਿੰਗ ਕੀ ਹੈ ਜੀ। ਬ੍ਰੈਸਟ ਕੈਂਸਰ ਅਵੇਅਰਨੈਸ ਮੰਥ ਉਹ ਐਸੇ ਕਰਕੇ ਹੈ ਅਸੀਂ ਕੁਝ ਚੀਜ਼ਾਂ ਨੂੰ ਭੁੱਲ ਜਾਂਦੇ ਆ ਜੀ, ਸਾਨੂੰ ਅੱਜ ਯਾਦ ਆ ਜਾਣ। ਅਸੀਂ ਬਰਥਡੇ ਭੁੱਲ ਜਾਂਦੇ ਆ, ਹੈਪੀ ਬਰਥਡੇ ਤਾਂ ਫਿਰ ਉਹ ਉਸ ਦਿਨ ਸਾਨੂੰ ਯਾਦ ਆ ਜਾਂਦਾ ਹੈ। ਐਨੀਵਰਸਰੀ ਕਈ ਵਾਰ ਤਾਂ ਲੋਕੀ ਕਹਿੰਦੇ ਉਹ ਸਾਡੀ ਐਨੀਵਰਸਰੀ ਅੱਜ ਭੁੱਲ ਗਏ ਸੀਗੇ, ਮੈਰਿਜ ਐਨੀਵਰਸਰੀ ਯਾਦ ਆ ਗਿਆ ਸਾਨੂੰ। ਇਸ ਕਰਕੇ ਕਈ ਵਾਰ ਰਿਮਾਈਂਡਰ ਦੀ ਰੀਸੈਟ ਦੀ ਲੋੜ ਹੁੰਦੀ ਹੈ। ਸੋ ਇਸੇ ਕਰਕੇ ਜਿਹੜੇ ਮਹੀਨੇ ਮਨਾਏ ਜਾਂਦੇ ਨੇ ਅਵੇਅਰਨੈਸ ਦੇ ਤੌਰ ਤੇ ਜਿਹੜੇ ਮੰਥ ਮਨਾਏ ਜਾਂਦੇ ਆ ਜਾਂ ਇਹਨਾਂ ਨੂੰ ਇੱਕ ਸਰਟਨ ਰੱਖਿਆ ਗਿਆ ਕਿ ਵੀ 1 ਤਰੀਕ ਤੋਂ ਲੈ ਕੇ 31 ਅਕਤੂਬਰ ਤੱਕ ਜਿਹੜਾ ਇਹ ਮਹੀਨਾ ਪੂਰੇ ਦਾ ਪੂਰਾ ਮਨਾਇਆ ਜਾਏ। ਤੁਸੀਂ ਇੱਕ ਹੈਰਾਨ ਨਹੀਂ ਹੋਵੋਗੇ ਜਿੱਦਾਂ ਅਸੀਂ ਬਰਥਡੇ ਇੱਕ ਦਿਨ ਮਨਾਉਂਦੇ ਆ ਪਰ ਇਹ ਵਾਲਾ ਮੰਥ 31 ਦਿਨ ਕਿਉਂ, ਇੰਨਾ ਵੱਡਾ ਪੀਰੀਅਡ ਕਿਉਂ ਹੈ ਜੀ? ਉਹਦੇ ਰੀਜ਼ਨ ਹੈ ਜਿਹੜਾ ਤੁਸੀਂ ਵਰਡ ਪਹਿਲੇ ਹੀ ਟੱਚ ਕੀਤਾ ਇੰਟਰੋਡਕਸ਼ਨ 'ਚ, ਅਲਾਰਮ ਸਟੈਟਸ। ਬਿਲਕੁਲ ਅੱਜ ਦੀ ਡੇਟ ਦੇ ਅੰਦਰ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਲੀਡਿੰਗ ਕਾਜ਼ ਆਫ ਡੈਥ ਹੈ ਦੈਟ ਇਜ਼ ਕੈਂਸਰ ਜੀ। ਲੇਡੀਜ਼ ਦੇ ਅੰਦਰ 80%, ਮੇਲਸ ਦੇ ਅੰਦਰ 50% ਜੀ, ਬਹੁਤ ਵੱਡਾ ਨੰਬਰ ਹੈ। ਯਾਨੀ ਜੇ ਕਿਸੇ ਦੀ ਮੌਤ ਹੁੰਦੀ ਹੈ ਬਿਮਾਰੀਆਂ ਦੇ ਨਾਲ ਜਿਹਨੂੰ ਆਪਾਂ ਕ੍ਰਿਟੀਕਲ ਇਲਨੈਸ ਵਰਡ ਯੂਜ਼ ਕਰਦੇ ਹਾਂ ਉਹ ਲੇਡੀਜ਼ ਦੇ ਅੰਦਰ 80% ਵਰਡ ਕੈਂਸਰ ਹੁੰਦਾ ਹੈ। ਠੀਕ ਹੈ। ਹੁਣ ਕੈਂਸਰ ਦੇ ਅੰਦਰ ਇੱਕ ਹੋਰ ਵਰਡ ਹੈ ਕਿਹੜੀ ਕਲਾਸ ਦਾ? A ਤੋਂ ਬੜੇ ਸਾਰੇ ਕੈਂਸਰ ਨੇ ਜੀ, B ਤੋਂ ਬੜੇ ਸਾਰੇ ਕੈਂਸਰ ਨੇ, C ਤੋਂ ਬੜੇ, ਲਿਸਟ ਦੇਖੋ ਤਾਂ 150 ਕੈਂਸਰਸ ਦੀ ਲਿਸਟ ਹੈ ਪਰ ਇੱਕ ਸਭ ਤੋਂ ਵੱਡਾ ਲੀਡਿੰਗ ਕਾਜ਼ ਉਹਦੇ ਚੋਂ ਨਿਕਲ ਕੇ ਆਉਂਦਾ ਹੈ ਬ੍ਰੈਸਟ ਕੈਂਸਰ ਜੀ। ਇਸ ਕਰਕੇ ਉਹਨਾਂ ਨੇ ਇਸ ਨੂੰ ਪੂਰਾ ਮੰਥ ਦੇ ਦਿੱਤਾ ਹੈ ਕਿਉਂਕਿ ਬ੍ਰੈਸਟ ਕੈਂਸਰ ਦੇ ਨਾਲ ਲੇਡੀਜ਼ ਦੀ ਲਾਈਫ ਬਿਲਕੁਲ ਡਿਫਰੈਂਟ ਹੋ ਜਾਂਦੀ ਹੈ। ਇੱਕ ਗੱਲ ਮਹਿੰਦਰ ਜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਔਰ ਇਹ ਵੀ ਜ਼ਰੂਰੀ ਹੈ ਜਦੋਂ ਅਸੀਂ ਕੈਂਸਰ ਨਾਲ ਸੰਬੰਧਿਤ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਖਾਸ ਕਰਕੇ ਬ੍ਰੈਸਟ ਕੈਂਸਰ, ਹਾਂਜੀ,
ਤਾਂ ਅਸੀਂ ਤੁਸੀਂ ਸਾਰੇ ਅਸੀਂ ਬਿਲੋਂਗ ਕਰਦੇ ਹਾਂ, ਸਾਡੀਆਂ ਜੜ੍ਹਾਂ ਪੰਜਾਬ ਨਾਲ ਜੁੜੀਆਂ ਔਰ ਸਾਡਾ ਕਲਚਰ ਕਹਿ ਲਓ ਜਾਂ ਸਾਡਾ ਸੱਭਿਆਚਾਰ, ਸਾਡੇ ਸੰਸਕਾਰ ਕਹਿ ਲਓ। ਕਈ ਵਾਰੀ ਅਸੀਂ ਮਾਹੌਲ ਜਾਂ ਸਾਡੇ ਘਰ ਦੇ ਵਿੱਚ ਬੜਾ ਅਜੀਬ, ਜੇ ਆਪਾਂ ਕਿਸੇ ਔਰਤ ਦੀ ਕਿਸੇ ਹੋਰ ਦੀ ਗੱਲ ਕਰੀਏ ਨਾ ਵੀ ਫਲਾਣੇ ਸਾਡੇ ਰਿਸ਼ਤੇਦਾਰ ਜਾਂ ਫਲਾਣੇ ਦੇ ਕੋਈ ਇਹ ਬ੍ਰੈਸਟ ਕੈਂਸਰ ਦੀ ਪ੍ਰੋਬਲਮ ਆ ਗਈ, ਤਾਂ ਸੰਗਾਊ ਮਾਹੌਲ ਬਣ ਜਾਂਦਾ ਹੈ। ਇਹ ਮੈਂ ਜ਼ਰੂਰ ਜਾਣਨਾ ਚਾਹਣਾ ਔਰ ਅੱਜ ਦਰਸ਼ਕਾਂ ਨੂੰ ਵੀ ਦੱਸਣਾ ਜ਼ਰੂਰੀ ਬਣਦਾ ਹੈ ਕਿ ਵੀ ਅਸਲ 'ਚ ਸੰਗਣ ਵਾਲਾ ਨਹੀਂ, ਬੜਾ ਚਿੰਤਾਜਨਕ ਵਿਸ਼ਾ। ਰਮਨ ਜੀ, ਅੱਜ ਇੱਕ ਮੈਂ ਤੁਹਾਨੂੰ ਗਰੰਟੀ ਤਾਂ ਵਰਡ ਨਹੀਂ ਕਰਾਂਗਾ ਪਰ ਸ਼ੋਰਿਟੀ ਕਹਿ ਸਕਦਾ। ਅੱਜ ਸ਼ੋਅ ਤੋਂ ਬਾਅਦ ਜਿੰਨੀ ਦੁਆਵਾਂ ਤੁਹਾਨੂੰ ਮਿਲਣਗੀਆਂ ਔਰ ਜਿਹੜੇ ਅੱਜ ਸ਼ੋਅ ਦੇਖ ਰਹੇ ਨੇ, ਜੇ ਉਹ ਇਹ ਸ਼ੋਅ ਪੂਰਾ ਦੇਖਣਗੇ ਉਹਦੇ ਬਾਅਦ ਉਹ ਕਹਿਣਗੇ ਨਹੀਂ ਅਸੀਂ ਜੋ ਕਰ ਰਹੇ ਸੀ ਗਲਤ ਕਰ ਰਹੇ ਸੀਗੇ, ਉਹ ਅੱਜ ਤੋਂ ਬਾਅਦ ਨਹੀਂ ਸੰਗਣਗੇ ਜੀ। ਬਹੁਤ ਬਹੁਤ ਅੱਛਾ। ਮੇਰੇ ਘਰ ਦੇ ਅੰਦਰ ਇੱਕ ਵਾਈਫ ਹੈ, ਆਪਾਂ ਲਵਿੰਗ ਵਾਈਫ ਕਹਿੰਦੇ ਆ ਜੀ। ਉਹ ਸ਼ੋਅ ਦੇਖ ਰਹੇ ਹੋਣਗੇ ਤੇ ਮੈਂ ਪਹਿਲੇ ਐਡਜੈਕਟਿਵ ਲਾ ਦਿੱਤਾ, ਲਵਿੰਗ ਡਾਟਰ ਤੇ ਲਵਿੰਗ ਮਦਰ ਤੇ ਲਵਿੰਗ ਸਿਸਟਰ। ਮੇਰੀ ਫੈਮਿਲੀ 'ਚ ਤਾਂ 80% ਹੈਗੀਆਂ ਫੀਮੇਲਸ ਨੇ। ਇੱਕ ਇੰਪਲਾਈਡ ਕੰਟਰੈਕਟ ਵਰਡ ਹੁੰਦਾ ਹੈ, ਅਸੀਂ ਕਿਆ ਨਹੀਂ ਪਰ ਕਰਨਾ ਹੈ। ਬੱਚੇ ਨੂੰ ਸਕੂਲ ਛੱਡ ਕੇ ਆਏ ਤੇ ਲੈ ਕੇ ਵੀ ਆਣਾ ਹੈ, ਕੋਈ ਕੰਟਰੈਕਟ ਨਹੀਂ ਸਾਈਨ ਕੀਤਾ ਬਿਲਕੁਲ, ਪਰ ਅੰਦਰੋਂ ਹੈਗਾ ਸਾਡਾ ਫਰਜ਼ ਹੈ, ਜ਼ਿੰਮੇਵਾਰੀ ਹੈ, ਸਾਨੂੰ ਕਰਨਾ ਹੈ। ਕੋਈ ਗੈਸਟ ਘਰ ਆਂਦਾ ਨਹੀਂ, ਸਾਨੂੰ ਰਿਸਪੈਕਟ ਦੇਣੀ ਹੈ। ਇਸੇ ਤਰੀਕੇ ਨਾਲ ਜੇ ਮੇਰੇ ਘਰ 4 ਲੇਡੀਜ਼ ਨੇ ਤੇ ਮੈਨੂੰ ਰਿਸਪੈਕਟ ਦੇਣੀ ਹੈ, ਕੇਅਰ ਦੇਣੀ ਹੈ, ਲਵ ਦੇਣਾ ਹੈ। ਔਰ ਜੇ ਉਹ ਠੀਕ ਨਾ ਆਪ ਨਾ ਕਰ ਰਹੇ ਹੋਣ ਤਾਂ ਫਿਰ ਮੈਨੂੰ ਖਿਆਲ ਰੱਖਣਾ ਹੈ। ਕਈ ਵਾਰ ਬੱਚੇ ਨੂੰ ਕਹਿੰਦੇ ਨਹੀਂ ਫਰੂਟ ਨਹੀਂ ਖਾਦਾ, ਸਲਾਦ ਨਹੀਂ ਖਾਦੀ, ਇਹ ਨਹੀਂ ਕੀਤਾ, ਉਹ ਨਹੀਂ ਕੀਤਾ। ਛੋਟੀ ਛੋਟੀ ਚੀਜ਼ ਤੇ ਅਸੀਂ ਧਿਆਨ ਦਿੰਦੇ ਆ, ਵੱਡੀ ਚੀਜ਼ ਤੇ ਕਿਉਂ ਨਹੀਂ? ਜੇ ਟਾਇਰ ਦੀ ਹਵਾ ਘੱਟ ਅਸੀਂ ਕਹਿੰਦੇ ਆ ਧਿਆਨ ਦੇ, ਉਹ ਟਰਾਂਸਮਿਸ਼ਨ ਖਰਾਬ ਹੋ ਗਿਆ ਤੇ ਉਹ ਪਹਿਲੇ ਕਹਿੰਦੇ ਆ ਵੀ ਧਿਆਨ ਦੇ, ਟਰਾਂਸਮਿਸ਼ਨ ਖਰਾਬ ਹੋ ਗਿਆ। ਜਿਹੜਾ ਤੁਸੀਂ ਵਰਡ ਕੀਤਾ ਸੀਗਾ ਅਲਾਰਮ, ਇਹ ਜਿੰਨੀ ਵੀ ਅਸੀਂ ਗੱਲ ਕਰਾਂਗੇ ਤੁਹਾਡੇ ਸ਼ੋਅ ਦੇ ਉੱਪਰ, ਅਸੀਂ ਯਾਦ ਰੱਖਣਾ ਸਾਰੇ ਡਾਟਾ ਜਿੰਨੇ ਸਟੈਟਸ ਨੂੰ ਗਵਰਨਮੈਂਟ ਆਫ ਕੈਨੇਡਾ ਦੇ ਨੇ, ਠੀਕ ਹੈ, ਆਲ ਰਿਲਾਇਬਲ ਰਿਸੋਰਸਿਸ। 618 ਲੋਕ ਐਵਰੀ ਮਾਰਨਿੰਗ ਕੈਂਸਰ ਦੇ ਡਾਇਗਨੋਸ ਨਾਲ ਵੇਕਅਪ ਹੁੰਦਾ ਹੈ। 618 ਡੇਲੀ, ਔਰ ਬਹੁਤ ਵੱਡੀ ਗਿਣਤੀ। ਸਾਲ ਦਾ 2,25,000 ਪਰ ਈਅਰ, ਇੱਕ ਸਾਲ ਦਾ ਇਹ 2,25,000 ਕੈਂਸਰ ਦਾ ਨੰਬਰ ਹੈ। ਉਹਦੇ ਵਿੱਚੋਂ ਹਰ ਸਾਲ 83,000 ਡੈਥ ਨੇ, 83,000 ਡੈਥ ਓਨਲੀ ਡਿਊ ਟੂ ਕੈਂਸਰ। 2,25,000 ਬੰਦਾ ਕੈਂਸਰ ਨਾਲ ਵੇਕਅਪ ਹੁੰਦਾ ਹਰ ਸਾਲ, ਉਹਦੇ ਵਿੱਚੋਂ 83,000 ਦੀ ਡੈਥ ਹੋ ਜਾਂਦੀ ਹੈ ਜੀ। ਜਿਹੜਾ ਅਸੀਂ ਅੱਜ ਟੌਪਿਕ ਗੱਲ ਕਰਨ ਜਾ ਰਹੇ ਹਾਂ ਉਹ ਫੀਮੇਲ ਬ੍ਰੈਸਟ ਕੈਂਸਰ ਬਾਰੇ। ਇੱਕ ਬੈਡ ਨਿਊਜ਼ ਹੈ, ਇੱਕ ਗੁੱਡ ਨਿਊਜ਼ ਹੈ ਜੀ। ਨੰਬਰ ਸ਼ੂਟ ਕਰ ਗਿਆ ਹੈ, ਸਟ੍ਰੇਟ ਆਨਸਰ। ਪਹਿਲੇ ਟੈਸਟ ਨਹੀਂ ਹੁੰਦੇ ਸੀ, ਹੁਣ ਟੈਸਟ ਹੋ ਜਾਂਦੇ ਨੇ ਤੇ ਨੰਬਰ ਸ਼ੂਟ ਕਰੇਗਾ। ਪਹਿਲੇ ਪਤਾ ਹੀ ਨਹੀਂ ਲੱਗਦਾ ਸੀਗਾ 84 ਤੱਕ, ਹੁਣ ਮੈਮੋਗ੍ਰਾਮਸ ਆ ਗਈਆਂ, ਉਹ ਦੱਸ ਦਿੰਦੀ ਨੇ, ਸਿੰਪਟਮ ਆਉਣ ਤੋਂ ਪਹਿਲੇ ਦੱਸ ਦਿੰਦੀ ਹੈ ਕੈਂਸਰ ਚੱਲ ਰਿਹਾ। ਦੂਜਾ ਗੁੱਡ ਨਿਊਜ਼ ਕੀ ਹੈ? ਗੁੱਡ ਨਿਊਜ਼ ਇਹ ਹੈਗੀ ਹੈ ਕਿ 50% ਬ੍ਰੈਸਟ ਕੈਂਸਰ ਦੀ ਡੈਥ ਖਤਮ ਹੋ ਗਈ ਹੈ। ਅੱਛਾ, ਆਂਦਾ ਹੈ ਡੈਥ ਨਹੀਂ ਹੋਣ ਦਿੰਦੇ। ਦੈਟਸ ਅ ਗੁੱਡ ਨਿਊਜ਼ ਕਿ ਅਸੀਂ ਸਰਵਾਈਵ ਕਰ ਜਾਂਦੇ ਹਾਂ। ਪਰ ਉਹ ਜਦੋਂ ਆਪਾਂ ਸਫਰ ਕਰਦੇ ਆ ਉਹ ਵੀ ਬੜਾ ਹੀ ਦਰਦਨਾਕ ਸਮਾਂ ਹੁੰਦਾ ਹੈ। ਔਰ ਉਸ ਚੀਜ਼ ਨੂੰ ਜਦੋਂ ਆਪਾਂ ਦੇਖਦੇ ਆ ਆਪਣੇ ਆਸ ਪੜੋਸ ਦੇ ਵਿੱਚ ਜਾਂ ਆਪਾਂ ਕਿਤੇ ਕੋਈ ਰਿਸ਼ਤੇਦਾਰੀ ਜਾਂ ਆਪਣੇ ਪਿਆਰੇ ਕੋਈ ਸੱਜਣ ਮਿੱਤਰ ਮਿਲਦੇ ਆ ਤਾਂ ਆਪਾਂ ਕਹਿੰਦੇ ਆ ਕਿ ਇਹਨਾਂ ਦੀ ਔਰਤ ਜਾਂ ਇਹਨਾਂ ਦੇ ਘਰ ਦੇ ਵਿੱਚ ਇਹ ਨਾਮੁਰਾਦ ਬਿਮਾਰੀ ਆ ਗਈ ਸੀ ਤਾਂ ਉਹਦੇ ਕਰਕੇ ਬੜਾ ਸਫਰ ਕੀਤਾ। ਦੇਖੋ ਜੀ, ਇੱਕ ਐਕਸੀਡੈਂਟ ਕਾਰ ਦਾ ਵੀ ਹੋ ਜਾਵੇ ਨਾ, ਛੋਟਾ ਜਿਹਾ ਐਟ ਫਾਲਟ, ਛੋਟਾ ਜਿਹਾ ਬੰਪਰ ਤੇ ਲੱਗ ਜਾਵੇ, ਉਦੋਂ ਵੀ ਰਾਤੀ ਨੀਂਦ ਨਹੀਂ ਆਉਂਦੀ। ਬਿਲਕੁਲ, ਅੱਛ ਵੀ ਲੱਗੀ ਰਹਿੰਦੀ ਹੈ ਜੀ। ਅਸੀਂ ਪਿੱਛੋਂ ਮਾਰੀਏ ਬਸ ਹਲਕੀ ਜੀ, ਜੇ ਐਟ ਫਾਲਟ ਰਹੀ ਹੈ ਫਿਰ ਥੋੜੀ ਜਿਹੀ ਸ਼ਾਂਤੀ ਰਹਿੰਦੀ ਹੈ, ਪਰ ਐਟ ਫਾਲਟ ਹੋਈ ਹੈ ਜੇ ਐਕਸੀਡੈਂਟ ਤੇ ਇੰਨੀ ਟੈਨਸ਼ਨ ਆ ਜਾਂਦੀ ਹੈ। ਕੈਂਸਰ ਵਰਡ ਤਾਂ ਵੈਸੇ ਹੀ ਲੋਕਾਂ ਨੂੰ ਤੰਗ ਕਰਦਾ ਹੈ। ਜੇ ਕਿਸੇ ਦੀ ਵੀ ਗਲਤੀ ਹੋਵੇ ਐਕਸੀਡੈਂਟ ਦੇ ਵਿੱਚ, ਚਾਹੇ ਤੁਹਾਡੀ ਹੈ ਜਾਂ ਕਿਸੇ ਹੋਰ ਦੀ ਹੈ, ਤਾਂ ਨੀਂਦ ਫਿਰ ਵੀ ਨਹੀਂ ਆਉਂਦੀ। ਬਿਲਕੁਲ ਜੀ। ਤੇ ਪਰ ਆ ਜਿਹੜੀ ਸਭ ਤੋਂ ਵੱਡੀ ਜਿਹੜੀ ਬ੍ਰੈਸਟ ਕੈਂਸਰ ਦੇ ਬਾਰੇ ਤੁਸੀਂ ਡਾਟਾ ਸ਼ੇਅਰ ਕੀਤਾ ਔਰ ਇਹ ਬੜੇ ਹੈਰਾਨੀਜਨਕ ਜਿਹੜੇ ਜੀ, ਹੈਰਾਨੀਜਨਕ ਤਾਂ ਹਲੇ ਆਇਆ ਨਹੀਂ ਡਾਟਾ। ਅੱਛਾ, ਹੈਰਾਨੀਜਨਕ ਹੁਣ ਹੈ। ਸੋਰਸ ਹੈਗਾ ਗਵਰਨਮੈਂਟ ਆਫ ਕੈਨੇਡਾ ਜੀ। ਡਾਟਾ ਕਹਿੰਦਾ ਹੈ ਡਿਊਰਿੰਗ देयर ਲਾਈਫ ਟਾਈਮ, ਜ਼ਿੰਦਗੀ ਦੇ ਦੌਰਾਨ ਜਦੋਂ ਤੱਕ ਅਸੀਂ ਜੀਵਾਂਗੇ, ਉਮਰ ਨਹੀਂ ਦੱਸੀ ਗਈ, 40, 50, 60, 70 ਜੀ, ਹਰ 2 ਵਿੱਚੋਂ ਇੱਕ ਕੈਨੇਡੀਅਨ ਨੂੰ ਕੈਂਸਰ ਦੇ ਥਰੂ ਗੁਜ਼ਰਨਾ ਪਏਗਾ। ਅੱਛਾ, ਹਰੇਕ 2 ਦੇ ਵਿੱਚੋਂ ਇੱਕ ਕੈਨੇਡੀਅਨ ਨੂੰ ਕੈਂਸਰ, ਜੇ ਤੁਸੀਂ ਤੇ ਮੈਂ ਬੈਠੇ ਆ, ਇੱਕ ਬੰਦਾ ਕੈਂਸਰ ਦੇ ਥਰੂ ਗੁਜ਼ਰੇਗਾ। ਪਰ ਜਿਹੜਾ 2 ਦੇ 10 ਵਿੱਚੋਂ 5 ਜੀ, 8 ਵਿੱਚੋਂ 4, ਉਹ 4 ਦੇ ਵਿੱਚੋਂ 2 ਦੀ ਮੌਤ ਵੀ ਹੋ ਜਾਏਗੀ। ਯਾਨੀ ਸਾਡੇ 100 ਵਿੱਚੋਂ 50 ਲੋਕ ਕੈਂਸਰ ਦੇ ਥਰੂ ਗੁਜ਼ਰਨਗੇ, 50 ਸਰਵਾਈਵ ਕਰਨਗੇ, 50 ਦੀ ਡੈਥ ਹੋਏਗੀ। ਇਹਦਾ ਮਤਲਬ ਹੈ ਅੱਧੇ ਦੀ ਰੇਸ਼ੋ ਬਣੀ। ਇਹਦਾ ਮਤਲਬ ਹੈ 1/4 ਡੈਥ ਦੁਨੀਆ ਦੇ ਅੰਦਰ ਕੈਂਸਰ ਦੀ ਹੀ ਹੋਣੀ ਹੈ। ਇਹ ਜਦੋਂ ਲੋਕੀ ਗੂਗਲ ਤੇ ਜਾਣ, 1 in 2 ਕੈਨੇਡੀਅਨ will die through cancer or will get cancer. Government of Canada
कैनेडियन कैंसर सोसाइटी, ग्लोब एंड मेल, सीबीसी न्यूज़, सारे स्टैट्स सामने आ जाएंगे। अच्छा, ਲੋਕਾਂ ਨੇ ਚੈਲੰਜ ਵੀ ਕੀਤਾ ਕਿ ਇਹ ਬੜਾ ਹੈਰਾਨੀਜਨਕ ਡਾਟਾ ਹੈ ਕਿ 1 in 2 ਤੇ ਉਹ ਕਹਿੰਦੇ ਨੇ ਦੇਖੋ ਜੀ ਸਾਨੂੰ ਤਾਂ ਜੋ ਪਤਾ ਲੱਗਾ ਹੈ ਜੀ, ਜੋ ਰਿਸਰਚ ਹੈਗੀਆਂ ਨੇ ਅਸੀਂ ਪ੍ਰਿੰਟ ਕਰਤਾ, ਇਹ ਕਹਿੰਦਾ ਹੋ ਸਕਦਾ ਹੈ, ਉਹ ਕਹਿੰਦੇ ਨਹੀਂ ਹੋਏਗਾ, ਇਹ ਹੋਏਗਾ। ਇਹ ਡਾਟਾ ਕਹਿੰਦਾ ਔਰ ਗਲੋਬ ਐਂਡ ਮੇਲ ਕੈਨੇਡਾ ਸੋਸਾਇਟੀ ਤੇ ਜਾਓ ਤੁਸੀਂ, ਆਪਣਾ ਅਸੀਂ ਤਾਂ ਗਵਰਨਮੈਂਟ ਆਫ ਕੈਨੇਡਾ ਦੀ ਵੈਬਸਾਈਟ ਤੇ ਜਾਓ, ਇਟਸ ਅ ਡਾਟਾ ਬਾਈ ਗਵਰਨਮੈਂਟ ਆਫ ਕੈਨੇਡਾ, ਉਹ ਕਹਿੰਦੇ ਨੇ 1 in 2 ਕੈਨੇਡੀਅਨ ਵਿਲ ਗੋ ਥਰੂ ਡਾਇਗਨੋਸਟਿਕ ਕੈਂਸਰ। ਔਰ ਮਹਿੰਦਰ ਜੀ ਤੁਸੀਂ ਜਦੋਂ ਇਹ ਗੱਲ ਕਹਿ ਰਹੇ ਹੋ ਦਰਸ਼ਕ ਤਾਂ ਹੈਰਾਨ ਹੋਣਗੇ ਇਹਦੇ ਨਾਲ, ਮੈਨੂੰ ਵੀ ਹੈਰਾਨਗੀ ਹੋ ਰਹੀ ਹੈ ਵੀ ਇਹ ਜਿਹੜਾ ਡਾਟਾ ਹੈ ਜਿਹਨੂੰ ਕਿ ਹੋਰ ਵੀ ਲੋਕਾਂ ਨੇ ਚੈਲੰਜ ਕੀਤਾ ਉਹ ਸਿੱਧੇ ਤੌਰ ਤੇ ਕਹਿ ਰਹੇ ਕਿ ਸਾਈਟ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ। ਬਿਲਕੁਲ, ਪਰ ਇੱਕ ਹੋਰ ਡਾਟਾ और भी ਗੱਲ ਕਹਿ ਰਿਹਾ ਹੈ ਇਹਦੇ ਕਿ ਐਨੀ ਕਿ ਹਰ ਪਾਸੇ ਕੋਈ ਦੂਜੀ ਸੋਸਾਇਟੀਜ਼ ਵੀ ਨੇ, ਉਹ ਕਹਿੰਦੇ ਨੇ ਜੇ 4 ਕੈਂਸਰ ਆਏ ਨੇ 2 ਪ੍ਰੀਵੈਂਟੇਬਲ ਨੇ, ਆਉਣ ਦੀ ਲੋੜ ਹੀ ਨਹੀਂ, ਪਹਿਲੇ ਹੀ ਬਚਾ ਲਾਂਗੇ, ਅਸੀਂ ਉਹਨਾਂ ਨੂੰ ਬਚਾ ਸਕਦੇ ਹਾਂ। ਐ ਨਹੀਂ ਕਿ ਅਸੀਂ ਸਾਰਾ ਪਰਹੇਜ਼ ਕਰੀਏ ਤੇ ਬਚ ਜਾਈਏ। ਸ਼ਾਇਦ ਸਪੋਜ਼ ਕਰੋ ਅਸੀਂ 60 ਦੇ ਜ਼ੋਨ 'ਚ 60 ਤੇ ਗੱਡੀ ਚਲਾਉਂਦੇ ਹਾਂ, ਗੈਪ ਪੂਰੇ ਰੱਖਦੇ ਹਾਂ, ਰੈੱਡ ਲਾਈਟ ਦਾ ਧਿਆਨ ਰੱਖਦੇ ਹਾਂ, ਸੀਟ ਬੈਲਟ ਪ੍ਰੋਪਰ ਲਾਉਂਦੇ ਹਾਂ, ਮੋਬਾਈਲ ਡਿਸਟਰੈਕਸ਼ਨ ਨਹੀਂ ਕਰਦੇ, ਬਿਲਕੁਲ ਅੱਛੀ ਗੱਡੀ ਚਲਾ ਰਹੇ ਹਾਂ, ਪਰ ਇਹਦਾ ਮਤਲਬ ਨਹੀਂ ਐਕਸੀਡੈਂਟ ਹੋ ਨਹੀਂ ਸਕਦਾ, ਪਰ ਚਾਂਸਿਸ ਤਾਂ ਘੱਟ ਹੈ। ਬਿਲਕੁਲ, ਚਾਂਸਸ ਤੁਹਾਡੇ 0 ਦੇ ਬਰਾਬਰ ਹੋ ਜਾਂਦੇ ਆ। 0 ਕੁਝ ਤਾਂ ਹੈ, 1% ਲਾ ਕੋਈ ਤਾਂ ਫਰਕ ਹੈ, ਫਰਕ ਪਏਗਾ। ਔਰ ਤੁਹਾਡੀ ਆਪਣੀ ਤਸੱਲੀ ਹੈ ਕਿ ਮੈਂ ਸਿਕਿਉਰ ਹਾਂ, ਮੈਂ ਸਿਕਿਉਰ ਹਾਂ। ਅਸੀਂ ਇਹ ਨਹੀਂ ਕਵਾਂਗੇ ਕਿ ਅਸੀਂ ਗਾਰੰਟੀ ਕਰਦੇ ਹਾਂ ਤੁਹਾਡਾ ਐਕਸੀਡੈਂਟ ਨਹੀਂ ਹੋਏਗਾ, ਪਰ ਉਹ ਸਟੈਟਸ ਕਹਿੰਦੇ ਨੇ ਜੇ ਤੁਸੀਂ ਇਹ ਗੱਲਾਂ ਦਾ ਧਿਆਨ ਰੱਖ ਲਓ, ਇਟਸ ਪ੍ਰੀਵੈਂਟੇਬਲ, ਨਾਟ 100% ਬਟ 40%। ਜੀ, ਮਤਲਬ ਇਹਦਾ ਪਹਿਲਾਂ ਹੀ ਜੇ ਤੁਸੀਂ ਪਰਹੇਜ਼ ਕਰ ਲਓ ਤੁਹਾਡਾ ਬਚਿਆ ਜਾ ਸਕਦਾ ਹੈ। ਤੇ ਜੇ ਸਾਨੂੰ ਪਤਾ ਹੈ ਕਿ ਯਾਰ ਠੀਕ ਹੈ ਇਸ ਤਰ੍ਹਾਂ ਹੁੰਦਾ ਹੈ ਤੇ ਉਹਦਾ ਪਰਹੇਜ਼ ਵੀ ਹੈਗਾ, ਅਸੀਂ ਬੱਚੇ ਨੂੰ ਕਹਿੰਦੇ ਤੇ ਗੱਡੀ ਦੇ ਐਕਸੀਡੈਂਟ ਬਹੁਤ ਨੇ, ਟੀਨੇਜਰ ਬਹੁਤ ਬਦਨਾਮ ਹੈ, ਸੌਰੀ ਟੂ ਸੇ, ਪਰ ਇਹਦੇ ਬਚਣ ਦੇ ਤਰੀਕੇ ਨੇ, ਗੱਡੀ ਢੰਗ ਨਾਲ ਚਲਾ ਲਓ। ਬਿਲਕੁਲ ਠੀਕ ਹੈ। ਤੇ ਇਹ ਦੋਨੋਂ ਚੀਜ਼ਾਂ ਸਾਡੇ ਹੱਥ ਵਿੱਚ ਹੈ ਕਿ ਸਾਡੇ ਨੂੰ ਪਤਾ ਲੱਗ ਗਿਆ ਕੈਂਸਰ ਖਤਰਨਾਕ ਹੈ, ਹੈਰਾਨ ਹੋਣ ਦੀ ਲੋੜ ਹੈ, ਪਰ ਇਹ ਖੁਸ਼ੀ ਦੀ ਗੱਲ ਹੈ, ਇਟਸ ਪ੍ਰੀਵੈਂਟੇਬਲ ਟੂ। ਜੀ, ਤੇ ਅਸੀਂ ਦੋਨੋਂ ਪਹਿਲੂਆਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ। ਨਹੀਂ, ਜੇ ਅਗਰ ਅਸੀਂ ਜਿਹੜੀ ਚੀਜ਼ ਨੂੰ ਨਜ਼ਰਅੰਦਾਜ਼ ਕਰ ਸਕਦੇ ਹਾਂ ਉਹ ਹੈ ਕਿ ਅਸੀਂ ਸੰਗਣਾ ਨਹੀਂ, ਉਹਨੂੰ ਨਜ਼ਰਅੰਦਾਜ਼ ਕਰੋ ਤੁਸੀਂ, ਉਹਨੂੰ ਛੱਡੋ। ਅਸੀਂ ਉਸ ਟੌਪਿਕ ਤੇ ਵੀ ਆਣਾ ਹੈ, ਸੰਗਨ ਦੀ ਗੱਲ ਆਂਦੀ ਹੈ। ਮੈਂ ਜਿੱਦਾਂ ਆਪਾਂ ਸਰਵੇ ਨਹੀਂ ਕਰਦੇ ਤੇ ਬੌਰਨ ਕੈਨੇਡੀਅਨ ਬੱਚੇ ਦਾ ਸਰਵੇ ਆਇਆ, ਬੌਰਨ ਕੈਨੇਡੀਅਨ ਦਾ। ਮੈਂ ਪਹਿਲਾ ਸਰਵੇ ਜੀ ਸਭ ਤੋਂ ਪਹਿਲੇ ਆਪਣੀ ਵਾਈਫ ਦਾ ਕੀਤਾ, ਉਹ ਪੱਕਾ ਸ਼ੋ ਸੁਣ ਰਹੇ ਨੇ ਇਸ ਵੇਲੇ। ਮੈਂ ਉਹਨਾਂ ਨੇ ਕੁਐਸਚਨ ਕੀਤਾ, ਵੀ ਆਰ ਇਨ ਕੈਨੇਡਾ ਫਰੋਮ 20 ਇਅਰਸ, ਠੀਕ ਹੈ, 15 ਸਾਲ ਤੋਂ ਸਾਡੇ ਇੰਨੇ ਦੋਸਤ ਨੇ, ਹਰ ਸਾਲ 10 15 20 ਗੈਟ ਟੂਗੇਦਰ ਆਉਂਦੀਆਂ ਨੇ ਜੀ, ਤੁਸੀਂ ਵੀ ਮਿਲਦੇ ਹੋਵੋਗੇ। ਜਿਹੜੀ ਹੈ ਮੇਰੀ ਫਰੈਂਡਸ ਲਿਸਟ ਹੈਗੀ ਹੈ, ਫੈਮਿਲੀ ਲਿਸਟ ਹੈ, ਤੁਸੀਂ ਜਦੋਂ ਸਾਰੀ ਲੇਡੀਜ਼ ਬੈੰਦੀਆਂ ਹੋ ਕਿ ਤੁਸੀਂ ਅੱਜ ਤੱਕ ਇਸ ਟੌਪਿਕ ਤੇ ਗੱਲ ਕੀਤੀ ਹੈ, ਯੈਸ ਔਰ ਨੋ, ਤੇ ਉਹਨਾਂ ਦਾ ਆਨਸਰ ਸੀਗਾ ਨੋ। ਅੱਛਾ, ਅਸੀਂ ਆਪਸ ਚ ਕਦੇ ਵੀ ਗੱਲ ਨਹੀਂ ਕਰਦੇ। ਔਰ ਇਹ ਵੀ ਹੈਰਾਨੀ ਵਾਲੀ ਗੱਲ ਹੈ ਕਿ ਔਰਤਾਂ ਦੇ ਵਿੱਚ ਨਹੀਂ ਕਰ ਸਕਦੀਆਂ। ਔਰ ਇਹਦਾ ਮਤਲਬ ਇਹ ਹੋਇਆ ਮਹਿੰਦਰ ਜੀ, ਜਿੱਥੇ ਆਪਾਂ ਗੱਲ ਕਰ ਰਹੇ ਹਾਂ ਕਿ ਵੀ ਮਰਦ ਘਰ ਦੇ ਵਿੱਚ ਮਰਦ ਬੈਠੇ ਆ, ਉਹ ਔਰਤਾਂ ਦੇ ਵਿੱਚ ਇਹੋ ਜੀ ਗੱਲ ਹੈ ਜਿਹੜੀ ਹੈ ਉਹ ਨਹੀਂ ਕਰ ਸਕਦੇ। ਈਵਨ ਔਰਤਾਂ ਵੀ ਇੱਕ ਦੂਜੇ ਨਾਲ ਕਰ ਸਕਦੀਆਂ ਨੇ। ਦੂਜੀ ਗੱਲ ਆਈ, ਇੱਕ ਛੋਟਾ ਜਿਹਾ ਕੁਐਸਚਨ ਪੁੱਛਿਆ ਗਿਆ, ਤੁਹਾਨੂੰ ਇਹ ਗੱਲ ਪਤਾ ਹੈ ਕਿ 80% ਬਿਮਾਰੀ ਲੇਡੀ ਦੀ ਸਿਰਫ ਕੈਂਸਰ ਹੁੰਦੀ ਹੈ ਤੇ ਲੀਡਿੰਗ ਬ੍ਰੈਸਟ ਕੈਂਸਰ? ਕਹਿੰਦੇ ਪਤਾ ਤਾਂ ਹੈ, ਨੰਬਰ ਨਹੀਂ ਪਤਾ, ਸਟੈਟਸ ਨਹੀਂ ਪਤਾ, ਪਰ ਪਤਾ ਤਾਂ ਹੈ, ਕਿਉਂਕਿ ਸਾਡੇ ਮਾਸੀ ਮਾਮਾ ਭੂਆ ਜੋ ਵੀ ਮਾਸੀ ਤੇ ਭੂਆ ਵਗੈਰਾ ਸਾਰੇ ਕੈਲਕੂਲੇਟ ਕਰਕੇ ਸਾਡੇ ਆਂਟੀਜ਼ ਆਂਦੀ ਹੈ, ਉਹਨਾਂ ਵਿੱਚੋਂ 8 ਦੇ ਵਿੱਚੋਂ 3 ਲੇਡੀਜ਼ ਦੀ ਬ੍ਰੈਸਟ ਕੈਂਸਰ ਦੇ ਨਾਲ ਡੈਥ ਹੋਈ ਹੈ। ਠੀਕ ਹੈ। ਉਹਦੇ ਬਾਅਦ ਇੱਕ ਹੋਰ ਡਾਟਾ ਸਾਹਮਣੇ ਆਇਆ, ਇੱਕ ਮਦਰ ਜੀ ਜਿਹਦਾ ਇੱਕ ਬੇਟਾ ਡੈਂਟਿਸਟ ਹੈ ਤੇ ਦੂਜਾ ਬੇਟਾ ਆਈ ਸਰਜਨ ਹੈ। ਚਲੋ ਦੂਜੇ ਡਾਕਟਰ ਨਹੀਂ ਹੈ ਪਰ ਹੈ ਤਾਂ ਡਾਕਟਰ ਜੀ, ਪੜ੍ਹਾਈ ਹੈ। ਉਹਨਾਂ ਦੇ ਮਦਰ ਨੂੰ 2 ਸਾਲ ਤੋਂ ਜਿੱਦਾਂ ਇੱਕ ਗਿਲਟ ਸੀਗਾ, ਉਹਨਾਂ ਨੇ ਆਪਣੀ 15 ਫੈਮਿਲੀ ਮੈਂਬਰ ਚ ਕਿਸੇ ਨਾਲ ਜਿਹੜੇ ਖੁਦ ਡਾਕਟਰ ਨੇ ਸ਼ੇਅਰ ਨਹੀਂ ਕੀਤਾ। ਔਰ ਦੇਖੋ ਕਿੱਡੀ ਵੱਡੀ ਗੱਲ ਹੈ, ਸ਼ੇਅਰ ਨਹੀਂ ਕੀਤਾ। ਉਹਨਾਂ ਦੇ ਪਰਿਵਾਰ ਦੇ ਮੈਂਬਰ ਔਰ ਉਹਨਾਂ ਦੇ ਸਕੇ ਜਿਹੜੇ ਉਹ ਡਾਕਟਰ ਹੈ, ਇੱਕੋ ਘਰ ਦੇ ਅੰਦਰ, ਇੱਕੋ ਘਰ ਦੇ ਵਿੱਚ, ਇੱਕੋ ਛੱਤ ਦੇ ਥੱਲੇ, ਫਿਰ ਵੀ ਤੁਸੀਂ ਉਹ ਕੰਮ ਸ਼ੇਅਰ ਨਹੀਂ ਕਰ ਸਕਦੇ। ਉਹਦੇ ਪਿੱਛੇ ਜਿਹੜਾ ਕਾਰਨ ਕੰਮ ਕਰ ਰਿਹਾ ਨਾ, ਉਹੀ ਸੰਗ ਸ਼ਰਮ। ਪਤਾ ਨਹੀਂ ਹੁਣ ਕੀ ਰੀਜ਼ਨ ਹੈ, ਜੋ ਵੀ ਤੁਸੀਂ ਕਹੋ। ਮੋਟੇ ਤੌਰ ਤੇ ਜਦੋਂ ਵੀ ਕੋਈ ਗੱਲ ਆਪਾਂ ਦੇਖੋ, ਕੋਈ ਕਿਸੇ ਚੀਜ਼ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਨਾ, ਉਹਦੇ ਵਿੱਚ ਇਹ ਹੁੰਦਾ ਕਿ ਸਾਡੀ ਜਿਹੜੀ ਸਾਈਕੀ ਜਾਂ ਸਾਡੀ ਸੋਚ ਇਹ ਕਹਿੰਦੀ ਹੈ ਕਿ ਵੀ ਸਾਨੂੰ ਸਾਡੀ ਹੇਠੀ ਨਾ ਹੋ ਜੇ, ਸਾਡੇ ਬਾਰੇ ਗੱਲਾਂ ਨਾ ਕਰਨ ਲੱਗ ਪੈਣ ਲੋਕ ਵੀ ਇਹਨੂੰ ਤਾਂ ਇਹ ਪ੍ਰੋਬਲਮ ਆ ਗਈ, ਹੁਣ ਕੀ ਹੋਊਗਾ ਨਾ, ਮਤਲਬ ਇਸ ਕਰਕੇ ਉਹਨੂੰ ਤੇ ਪਰਦਾ ਪਾਇਆ ਜਾਂਦਾ। ਔਰ ਜਦੋਂ ਗੱਲ ਹੱਦ ਤੋਂ ਵੱਧ ਹੋ ਗਈ, ਇਟ ਵਾਸ ਸਟੇਜ 3 ਐਂਡ ਇਟ ਇਜ਼ ਅ ਡੈਥ ਇਨ 6 ਮੰਥ। ਡਾਕਟਰ ਕਹਿੰਦਾ ਥੋੜੀ ਲੇਟ ਹੋ ਗਏ,
ਪਹਿਲਾਂ ਪਤਾ ਲੱਗ ਜਾਂਦਾ ਤੇ ਉਹਨੂੰ ਅਸੀਂ ਬਚਾ ਸਕਦੇ ਸੀਗੇ। ਜੇ ਇੱਕ ਐਜੂਕੇਟਿਡ ਫੈਮਿਲੀ, ਰਿਚ ਫੈਮਿਲੀ, ਜਿਨ੍ਹਾਂ ਨੇ ਆਪਣੇ ਬੱਚੇ ਵੱਡੇ ਕਰਕੇ ਵਿਆਹ ਕੇ ਗ੍ਰੈਂਡ ਕਿਡਸ ਦੇ ਨਾਲ ਡਾਕਟਰ ਬਣਾਤਾ, ਜੇ ਉਹਨਾਂ ਨੂੰ ਇੰਨੀ ਪ੍ਰੋਬਲਮ ਹੈ ਤੇ ਇੱਕ ਆਮ ਇਨਸਾਨ ਦੇਖੋ ਨੂੰ ਕਿੰਨੀ ਪ੍ਰੋਬਲਮ ਹੋਏਗੀ। ਮੈਂ ਲਾਈਵ ਐਗਜ਼ਾਮਪਲ ਹਾਂ, ਤੁਸੀਂ ਮੈਨੂੰ ਵੀ ਇਹ ਕੁਐਸਚਨ ਪੁੱਛ ਸਕਦੇ ਹੋ, ਅਸੀਂ ਕਿਸੇ ਤੇ ਉਂਗਲ ਤਾਂ ਚੱਕ ਨਹੀਂ ਰਹੇ, ਆਪਣੇ ਆਪ ਨੂੰ ਇਨਕਲੂਡ ਕਰ ਰਹੇ ਹਾਂ, ਤੁਸੀਂ ਮੈਂ ਨਾਲ ਹੋ। ਡਿਡ ਆਈ ਟਾਕ ਟੂ ਮਾਈ ਮਮ ਇਨ ਲਾਸਟ 40 ਇਅਰਸ? ਯੈਸ অর ਨੋ? ਕਿ ਮੈਂ ਆਪਣੀ ਮੰਮਾ ਨਾਲ ਗੱਲ ਕੀਤੀ? ਉਹਨਾਂ ਤੇ ਹੈ ਹੀ ਬੇਟੇ, ਬੇਟੀ ਹੈ ਨਹੀਂ। ਜੇ ਬੇਟ ਘਰ ਦੇ ਅੰਦਰ ਤਾਂ ਨਹੀਂ ਹੈ ਨਾ, ਜੇ ਦੂਰ ਹੈ ਤੇ ਉਹਨੂੰ ਮਦਦ ਨਹੀਂ ਬੋਧਾ ਕਰਨਗੇ। ਮੈਂ ਵੀ ਤਾਂ ਗੱਲ ਨਹੀਂ ਕੀਤੀ ਨਾ। ਸਾਡੇ ਵੀ ਉਨੀ ਜ਼ਿੰਮੇਵਾਰੀ ਬਣਦੀ ਸੀ, ਸਾਡੀ ਵੀ ਜ਼ਿੰਮੇਵਾਰੀ ਤਾਂ ਉੱਥੇ ਹੀ ਸੀਗੀ ਨਾ। ਤੇ ਦੂਜੀ ਚੀਜ਼ ਆਂਦੀ ਹੈ, ਇਹਨੂੰ ਬਚਾਇਆ ਜਾ ਸਕਦਾ ਹੈ। ਕੁਐਸਚਨ ਹੁਣ ਤੀਜਾ ਆ ਗਿਆ। ਪਹਿਲਾ ਕੁਐਸਚਨ ਤਾਂ ਸੀਗਾ ਤੁਹਾਨੂੰ ਡਾਟਾ ਪਤਾ ਹੈ ਜੀ? ਯੈਸ। ਤੁਸੀਂ ਗੱਲਾਂ ਕਰਦੇ ਹੋ ਨਹੀਂ ਕਿ ਤੁਹਾਨੂੰ ਪਤਾ ਇਹਨੂੰ ਬਚਾਇਆ ਕਿੱਦਾਂ ਜਾ ਸਕਦਾ ਹੈ? ਉੱਥੇ ਕੁਐਸਚਨ ਮਾਰਕ ਹੈ, ਨਹੀਂ ਕਦੇ ਸੋਚਿਆ ਨਹੀਂ। ਕਿੰਨੀ ਲੇਡੀਜ਼ ਹੈ ਅੱਜ ਜਿਹੜੀ ਆਨਲਾਈਨ ਸ਼ਾਪਿੰਗ ਕਰ ਰਹੀ ਨੇ, ਗੈਪ ਤੋਂ, ओल्ड नेवी तो एकदम तो चीज नहीं मिलती, साइज देखना घंटा को लग जाता है। 1 घंटा फेसबुक मिला के 2-3 घंटे एवरेज ला लो साल महीने दे, साल दे तो 50 घंटे बन गए। वो कंटिन्यू है जी। ਜਿਹੜੀ ਸਾਡੀ ਜਾਣਕਾਰੀ ਹੈ ਬ੍ਰੈਸਟ ਕੈਂਸਰ ਬਾਰੇ, ਕੈਂਸਰ ਸੁਸਾਇਟੀ cancer.ca ਕੈਨੇਡਾ ਦੀ ਵੈਬਸਾਈਟ ਤੇ ਇਹ ਸਾਰੀ ਜਾਣਕਾਰੀ ਅੱਜ ਮੈਂ ਪੜ੍ਹਾਈ ਕੀਤੀ ਹੈ। 7 ਘੰਟੇ ਦੀ ਪੂਰੀ ਲਾਈਫ ਟਾਈਮ ਪੜ੍ਹਾਈ ਹੈ, ਪੂਰੀ ਲਾਈਫ ਟਾਈਮ, ਯਾਨੀ ਦੁਬਾਰਾ ਪੜ੍ਹਨ ਦੀ ਤੁਹਾਨੂੰ ਲੋੜ ਨਹੀਂ ਹੈਗੀ। ਜੇ ਆਪਾਂ 4-5 ਘੰਟੇ ਮਹੀਨੇ ਦੇ ਆਪਾਂ ਟੈਕਨੋਲੋਜੀ ਚ ਲਾ ਸਕਦੇ ਹਾਂ, ਵੈਸੇ ਨੰਬਰ ਤਾਂ ਵੱਡਾ ਹੈ, ਮੈਂ 4-5 ਘੰਟੇ ਤੇ ਹੀ ਰੋਕ ਦਿੱਤਾ ਹੈ, ਜੇ ਅਸੀਂ ਲਾ ਸਕਦੇ ਹਾਂ ਕਿ ਆਪਾਂ 1-1 ਘੰਟਾ 7 ਦਿਨ ਲਾ ਕੇ ਪੂਰੇ ਕੈਂਸਰ ਬਾਰੇ, ਬ੍ਰੈਸਟ ਕੈਂਸਰ ਬਾਰੇ ਜਾਣਕਾਰੀ ਹਾਸਲ ਨਹੀਂ ਕਰ ਸਕਦੇ। ਉਹੀ ਇੱਕ ਕਿਸਮ ਦੀ ਤੁਹਾਡੀ ਅਵੇਅਰਨੈਸ ਹੈ, ਜਿਹੜੀ ਅਵੇਅਰਨੈਸ ਸਭ ਕੁਝ ਗਿਵਨ ਹੈ, ਸਭ ਕੁਝ। ਮੈਂ ਇੰਨਾ ਹੈਰਾਨ ਹੋਇਆ, ਮੈਨੂੰ ਇੰਨੀ ਚੀਜ਼ਾਂ ਨਹੀਂ ਪਤਾ ਸੀਗੀਆਂ ਆਪਣੀ ਇੰਡਸਟਰੀ ਚ ਹੋਣ ਕਰਕੇ ਕਿ ਯਾਰ ਮੈਨੂੰ ਨਹੀਂ ਪਤਾ ਸੀਗਾ। ਤੇ ਆਮ ਇਨਸਾਨ ਜਿਹੜਾ ਮੈਂ ਰੋਜ਼ ਟ੍ਰੇਨਿੰਗਸ ਚ ਰਹਿਣਾ, ਜਿਹਨੇ ਵੈਬਸਾਈਟ ਵਿਜ਼ਿਟ ਹੀ ਨਹੀਂ ਕੀਤੀ, ਉਹਨੂੰ ਤਾਂ ਕਦੇ ਵੀ ਪਤਾ ਨਹੀਂ ਲੱਗੇਗਾ। ਸਟ੍ਰੇਟ ਫਾਰਵਰਡ ਆਨਸਰ ਹੈ, ਜਿਹੜੀ ਜਾਣਕਾਰੀ ਹੈ, ਅਵੇਅਰਨੈਸ ਹੈ, ਉਹ ਬਹੁਤ ਇੰਪੋਰਟੈਂਟ ਹੈ। ਰਮਨ ਜੀ ਤੁਸੀਂ ਗੱਲ ਸੁਣੀ ਹੋਏਗੀ, ਕਈ ਵਾਰ ਨਾਰਥ ਕੋਰੀਆ ਦੇ ਨਾਲ ਹਾਲਾਤ ਖਰਾਬ ਨੇ ਜੀ, ਇੰਡੀਆ ਪਾਕਿਸਤਾਨ ਦੇ ਹਾਲਾਤ ਖਰਾਬ ਹੈ, ਜਾਂ ਇੰਡੀਆ ਚਾਈਨਾ ਦੇ ਹਾਲਾਤ ਖਰਾਬ ਹੈ, ਤੇ ਅਸੀਂ ਗੱਲ ਕਰਨੇ ਆ ਲੈਟਸ ਟਾਕ ਔਨ ਦਾ ਟੇਬਲ। ਜੰਗ ਕੋਈ ਨਹੀਂ ਚਾਹੁੰਦਾ, ਸਭ ਕਹਿੰਦੇ ਨੇ ਆਓ ਟੇਬਲ ਤੇ ਬਹਿ ਕੇ ਗੱਲ ਕਰੀਏ। ਜੇ ਵੱਡੀ ਜੰਗਾਂ ਨੂੰ ਟੇਬਲ ਤੇ ਬੈਠ ਕੇ ਗੱਲ ਕਰਕੇ ਸੁਲਝਾਇਆ ਜਾ ਸਕਦਾ ਹੈ ਜੀ, ਤੇ ਇੱਕ ਹੈ कैंसर दुनिया की जंग तो बड़ी प्रॉब्लम तो नहीं है ना। बहुत अच्छा कि आप उन्हें सुलझा नहीं सकते गल करके। स्ट्रेट आंसर है लेट्स टॉक। की जानकारी है, केड़ी वेबसाइट ने, ਅਸੀਂ ਪ੍ਰੋਗਰਾਮ 'ਚ ਸਾਰੀ ਚੀਜ਼ਾਂ ਨੂੰ ਸ਼ੇਅਰ ਕਰਾਂਗੇ। ਨਹੀਂ ਅੱਜ ਜਿਹੜੇ ਵੀ ਲਿਸਨਰ ਤੁਹਾਡੇ ਲਿਸਨ ਕਰ ਰਹੇ ਨੇ, ਉਹ ਕਹਿੰਦੇ ਨੇ ਯਾਰ ਕਾਸ਼ ਪਹਿਲੇ ਪਤਾ ਹੁੰਦਾ ਜੀ, ਕਿਉਂਕਿ ਆਪਣੇ ਕੋਲੇ ਜਿਹੜਾ ਸਮੇਂ ਦੀ ਇੱਕ ਮਰਿਆਦਾ ਹੁੰਦੀ ਹੈ, ਆਪਣਾ ਉਸ ਦਾਇਰੇ ਦੇ ਵਿੱਚ ਰਹਿ ਕੇ ਦਰਸ਼ਕਾਂ ਤੱਕ ਆਪਣੀ ਜਿਹੜੀ ਆਵਾਜ਼ ਹੈ ਜਾਗਰੂਕਤਾ ਵਾਲੀ, ਜਿਹੜੀ ਸਾਡਾ ਤਾਂ ਸਿਰਫ ਹੋਕਾ ਹੈ, ਉਹ ਸਾਡਾ ਕੰਮ ਵੀ ਹੋਕਾ ਹੀ ਲਾਉਣਾ ਹੈ। ਅਸੀਂ ਇਹ ਹੋਕਾ ਲਾਉਣਾ ਔਰ ਅਸੀਂ ਨਾਲ ਦੀ ਨਾਲ ਅਪੀਲ ਕਰਨੀ ਹੈ, ਬੇਨਤੀ ਕਰਨੀ ਹੈ ਕਿ ਵੀ ਤੁਸੀਂ ਵੀ ਇਸ ਮਾਮਲੇ ਦੇ ਉੱਪਰ ਆਪਣੇ ਘਰਾਂ ਦੇ ਵਿੱਚ ਮਾਵਾਂ, ਭੈਣਾਂ, ਧੀਆਂ, ਜਾਂ ਤੁਸੀਂ ਲੱਗਦਾ ਕਿ ਵੀ ਤੁਹਾਨੂੰ ਲੱਗਦਾ ਕਿ ਸੰਗਾਊ ਮਾਹੌਲ ਬਣ ਰਿਹਾ, ਸੰਗ ਨੂੰ ਤੋੜੋ, ਸ਼ਰਮ ਨੂੰ ਤੋੜੋ ਔਰ ਇਸ ਜਿਹੜੀ ਚਿੰਤਾਜਨਕ ਵਿਸ਼ੇ ਦੇ ਉੱਪਰ ਜ਼ਰੂਰ ਚਰਚਾ ਕਰੋ ਤਾਂ ਕਿ ਬਚਾਅ ਹੋ ਸਕੇ। ਪਰ ਰਮਨ ਜੀ ਤੁਸੀਂ ਵੀ ਮੇਰੇ ਨਾਲ ਗੱਲ ਕਰ ਰਹੇ ਹੋ, ਤੁਸੀਂ ਇਹ ਤੇ ਅਸੀਂ ਨਹੀਂ ਸੰਗ ਰਹੇ, ਅਸੀਂ ਤਾਂ ਕਦੇ ਇਸ ਟੌਪਿਕ ਤੇ ਪਹਿਲੇ ਗੱਲ ਨਹੀਂ ਕੀਤੀ, ਕਿਉਂਕਿ ਆਪਾਂ ਦੱਸਣਾ ਚਾਹੁੰਦੇ ਹਾਂ ਦਰਸ਼ਕ ਤੇ ਇਹ ਸੋਚ ਹੈ ਬਸ, ਰਾਈਟ, ਸਿਰਫ ਜਾਗਰੂਕ ਕਰਨਾ ਚਾਹੁੰਦੇ ਹਾਂ ਵੀ ਜਾਗਰੂਕ ਹੋ ਜਾਣ ਸਾਡੇ ਦਰਸ਼ਕ, ਸਾਡੀ ਕਮਿਊਨਿਟੀ ਜਾਗਰੂਕ ਹੋ ਜੇ, ਸਾਡੀਆਂ ਮਾਵਾਂ, ਭੈਣਾਂ, ਧੀਆਂ ਜਾਗਰੂਕ ਹੋ ਜਾਣ। ਔਰ ਜੇ ਅਗਰ ਤੁਹਾਨੂੰ ਕਿਤੇ ਫੀਲ ਹੋ ਰਿਹਾ, ਕੋਈ ਮਹਿਸੂਸ ਹੋ ਰਿਹਾ ਉਸ ਚੀਜ਼ ਨੂੰ ਲੈ ਕੇ, ਸੰਗੋ ਨਾ ਗੱਲ ਕਰੋ, ਲੈਟਸ ਟਾਕ। ਬਿਲਕੁਲ ਜੀ। ਹੁਣ ਸਾਡੇ ਇੱਕ ਚੀਜ਼ ਆਂਦੀ ਹੈ, ਸਟੇਟਸ ਕੀ ਕਹਿੰਦੇ ਨੇ ਜੀ, ਬੰਦਿਆਂ ਨੂੰ ਵੀ ਬ੍ਰੈਸਟ ਕੈਂਸਰ ਆਉਂਦਾ ਹੈ, ਲੇਡੀਜ਼ ਨੂੰ ਵੀ ਆਉਂਦਾ ਹੈ ਜੀ, ਪਰ ਨੰਬਰ ਬਹੁਤ ਡਿਫਰੈਂਟ ਹੈ। ਲੇਡੀਜ਼ ਦਾ ਇਸ ਸਾਲ ਦਾ ਨੰਬਰ ਹੈ 27,400 ਤੇ ਬੰਦਿਆਂ ਦਾ 240। ਇਹਦਾ ਮਤਲਬ ਹੈ ਬੰਦਿਆਂ ਬਾਰੇ ਨਾ ਹੀ ਗੱਲ ਕਰੀਏ ਤੇ ਇੰਨੀ ਟੈਨਸ਼ਨ ਨਹੀਂ ਹੈਗੀ, ਕਿਉਂਕਿ 27,400 ਤੇ 240 ਆਲਮੋਸਟ 1:99 ਦਾ ਫਰਕ ਹੈ, ਤੇ ਧਿਆਨ ਜਿਹੜਾ ਹੈ ਫਿਰ ਲੇਡੀਜ਼ ਵਾਲੀ ਚਲਾ ਗਿਆ। ਬਿਲਕੁਲ ਅਸੀਂ ਬੰਦਿਆਂ ਨੂੰ ਇਗਨੋਰ ਕਰ ਸਕਦੇ ਹਾਂ ਨਹੀਂ ਤਾਂ ਥੋੜਾ, ਕਿ ਨੰਬਰ ਬਹੁਤ ਛੋਟਾ ਹੈ, ਪਰ ਧਿਆਨ ਉਧਰ ਚਲਾ ਗਿਆ। ਬੰਦਿਆਂ ਦੀ ਡੈਥ ਹੁੰਦੀ ਹੈ ਸਿਰਫ 55, ਉੱਥੇ ਲੇਡੀਜ਼ ਦੀ ਡੈਥ ਹੈ 5000, ਫਿਰ ਨੰਬਰ 100 ਗੁਣਾ ਵੱਧ ਗਿਆ, ਤੇ ਯਾਨੀ ਫਿਰ ਫੋਕਸ ਆ ਗਿਆ, ਟੌਪਿਕ ਇਜ਼ ਅਗੇਨ ਔਨ ਲੇਡੀਜ਼ ਜੀ, ਸਾਰਾ ਫੋਕਸ ਜਿਹੜਾ ਹੈ ਉਹ ਲੇਡੀਜ਼ ਤੇ ਹੀ ਜਾ ਰਿਹਾ। ਹੁਣ ਆਉਂਦੇ ਕੈਂਸਰ ਤੇ, ਲੀਡਿੰਗ ਕਾਜ਼ ਕੀ ਹੈ?
ਡੈਥ ਦਾ ਜਾਂ ਜਿਹੜੇ ਸਟ੍ਰੈਸ ਜਿਹੜਾ ਤੁਸੀਂ ਸਾਰੇ ਵਰਡ ਯੂਜ਼ ਕੀਤੇ ਬ੍ਰੈਸਟ ਕੈਂਸਰ, ਇਹਦਾ ਮਤਲਬ ਹੈ ਫਿਰ ਉਹ ਟੌਪਿਕ ਆ ਗਿਆ। ਕਿਉਂ ਇਹ 31 ਦਿਨ ਦਾ ਮਹੀਨਾ ਮਨਾਇਆ ਜਾ ਰਿਹਾ ਹੈ? ਫਿਰ ਟੌਪਿਕ ਉੱਥੇ ਹੀ ਆ ਗਿਆ ਜੀ, ਬ੍ਰੈਸਟ ਕੈਂਸਰ। ਜਦੋਂ ਸਾਰੀ ਚੀਜ਼ਾਂ ਘੁੰਮ ਕੇ ਆਉਂਦੀਆਂ ਨੇ, ਘੁੰਮ ਕੇ ਇੱਕੋ ਜਗ੍ਹਾ ਤੇ ਆ ਰਹੀਆਂ ਨੇ, ਇਟਸ a real cause that has to be taken attention। ਸਾਨੂੰ ਉਹਦੇ ਬਾਰੇ ਅੱਜ ਗੱਲ ਕਰਨੀ ਹੈ ਔਰ ਸਾਨੂੰ ਦੇਖਣਾ ਹੈ ਕਿ ਪ੍ਰੀਵੈਂਟੇਬਲ ਹੈ ਤੇ why not। ਔਰ ਇੱਕ ਗੱਲ ਹੋਰ ਮਹਿੰਦਰ ਜੀ, ਜਿਹੜੀ ਬੜੀ ਅਜੀਬ ਗੱਲ ਹੈ ਔਰ ਉਹਦੇ ਨਾਲ ਇਹ ਹੈ ਵੀ ਆਪਾਂ ਕਿਸੇ ਨੂੰ ਪਿਨ ਪੁਆਇੰਟ ਨਹੀਂ ਕਰ ਰਹੇ, ਜਿਹੜਾ ਅਕਤੂਬਰ ਮਹੀਨਾ ਮਨਾਇਆ ਜਾਂਦਾ ਹੈ ਔਰ ਬ੍ਰੈਸਟ ਕੈਂਸਰ ਅਵੇਅਰਨੈਸ ਮੰਥ ਮਨਾਇਆ ਜਾਂਦਾ ਹੈ, ਮਾਫ ਕਰਨਾ ਮੈਂ ਫਿਰ ਉਹ ਕਹਿ ਰਿਹਾ ਕਿਸੇ ਨੂੰ ਪਿਨ ਪੁਆਇੰਟ ਨਹੀਂ ਕਰਦਾ, ਲੇਕਿਨ ਫਿਰ ਵੀ ਇਹ ਮੰਥ ਦੇ ਬਾਰੇ ਵੀ ਨਹੀਂ ਪਤਾ ਕਿਸੇ ਨੂੰ। ਉਹ ਦੇਖੋ ਤੁਸੀਂ ਤਾਂ ਇਸ ਮੰਥ ਬਾਰੇ ਵੀ ਨਹੀਂ ਪਤਾ। ਇਹ ਕੁਐਸਚਨ ਇੱਕ ਵਿਚਾਰਨ ਵਾਲਾ ਹੈ ਕਿ ਸਾਨੂੰ ਪਤਾ ਹੈ ਕਿ ਬ੍ਰੈਸਟ ਕੈਂਸਰ ਮੰਥ ਚੱਲ ਰਿਹਾ ਪੂਰੇ ਵਰਲਡ ਦੇ ਅੰਦਰ, ਪੂਰੇ ਸਾਲ ਦੇ ਵਿੱਚ ਇੱਕ ਮਹੀਨਾ ਪੂਰੇ ਵਰਲਡ ਦੇ ਵਿੱਚ ਇਹ ਬ੍ਰੈਸਟ ਕੈਂਸਰ ਮੰਥ ਮਨਾਇਆ ਜਾਂਦਾ ਹੈ। ਔਰ ਮੈਨੂੰ ਲੱਗਦਾ ਵੀ ਗਿਣਤੀ ਚੁਣਤੀ ਦੇ ਲੋਕਾਂ ਨੂੰ ਪਤਾ ਹੋਣਾ, ਜਿਵੇਂ ਤੁਸੀਂ ਆਏ ਪ੍ਰੋਗਰਾਮ ਦੇ ਵਿੱਚ ਇਸ ਮਾਧਿਅਮ ਦੇ ਥਰੂ ਜਿਹੜਾ ਇਹ ਦਰਸ਼ਕਾਂ ਨੂੰ ਦੱਸ ਰਹੇ ਆ। ਮੈਨੂੰ ਪਹਿਲੇ ਆਉਣ ਤੋਂ ਪਹਿਲੇ ਅੱਜ ਐਪਰੀਸੀਏਸ਼ਨ ਮਿਲੀ ਹੈ, ਉਹਨਾਂ ਨੇ ਚਲੋ ਲੇਡੀਜ਼ ਨੇ ਕਿਹਾ ਮੈਨੂੰ, ਕਹਿੰਦੇ ਮਿਸਟਰ ਨੂਲਾ ਯੂ ਆਰ ਡਿਫਰੈਂਟ। ਮੈਂ ਕਿਹਾ ਇਹ ਤਾਂ ਡਿਫਰੈਂਟ ਦੀ ਕੋਈ ਗੱਲ ਨਹੀਂ ਹੈ, ਪਰ ਇਹ ਜ਼ਰੂਰ ਹੈ ਕਿ ਇਨੀਸ਼ੀਏਟਿਵ ਲਿੱਤਾ ਹੈ। ਯੈਸ, ਡਿਫਰੈਂਟ ਤਾਂ ਨਹੀਂ ਕਹਿ ਸਕਦੇ। ਦੇਖੋ ਜੀ, ਤੁਸੀਂ ਇੱਕ ਵਰਡ ਸ਼ੁਰੂ ਚ ਕਿਹਾ, ਕੈਂਸਰ ਆਉਣ ਦੇ ਨਾਲ ਕੀ ਹੁੰਦਾ ਹੈ, ਬ੍ਰੈਸਟ ਕੈਂਸਰ ਆਏਗਾ ਕੀ ਹੋਏਗਾ? ਸਭ ਤੋਂ ਪਹਿਲੇ ਇਮੋਸ਼ਨਸ। ਇਹ ਕੀ ਹੋ ਗਿਆ ਮੇਰੇ ਨਾਲ? ਕਿਉਂਕਿ ਲੁੱਕ ਜੀ, ਫੀਲਿੰਗਸ, ਸਾਰੀ ਚੀਜ਼ਾਂ ਜਦੋਂ ਆਪਾਂ ਕਹਿੰਦੇ ਆ ਔਰਤ ਦੇ ਗਹਿਣੇ ਕੀ ਨੇ, ਬਿਲਕੁਲ ਠੀਕ ਹੈ। ਸਭ ਤੋਂ ਪਹਿਲੇ ਸਾਡੇ ਇਮੋਸ਼ਨਸ, ਫਿਰ ਸਾਨੂੰ ਝਟਕਾ ਲੱਗਦਾ ਹੈ, ਸ਼ੌਕ, ਇਹ ਕੀ ਹੋ ਗਿਆ ਮੇਰੇ ਨਾਲ, ਕਿੱਦਾਂ ਹੋ ਗਿਆ? ਫਿਰ ਡਰ, ਹੁਣ ਕੀ ਹੋਏਗਾ, ਕੀ ਹੋਊਗਾ, ਬਿਲਕੁਲ ਬਚਾਂਗੇ ਨਹੀਂ ਬਚਾਂਗੇ, ਇਹਨੇ ਕਿੱਥੇ ਲੈ ਕੇ ਜਾਣਾ ਹੈ। ਉਹਦੇ ਬਾਅਦ ਹਰ ਚੀਜ਼ ਨੂੰ ਨਾ, ਮੈਨੂੰ ਲੱਗਦਾ ਹੀ ਨਹੀਂ ਮੈਨੂੰ ਹੈਗਾ, ਇਹ ਡਾਕਟਰ ਕਿੱਦਾਂ ਕਹਿ ਸਕਦਾ ਹੈ, ਸੈਕਿੰਡ ਟੈਸਟ ਕਰਾਈਏ, ਨਹੀਂ ਇਹ ਨਹੀਂ ਹੋ ਸਕਦਾ। ਮੈਂ ਕੋਈ ਸ਼ਰਾਬ ਨਹੀਂ ਪੀਂਦਾ, ਮੈਂ ਕੋਈ ਡਰੱਗਸ ਨਹੀਂ ਲੈਂਦੀ, ਮੈਂ ਸਮੋਕ ਨਹੀਂ ਹੈ, ਇਸ ਤਰੀਕੇ ਨਾਲ ਹੈ, ਮੈਨੂੰ ਕਿਸ ਤਰ੍ਹਾਂ ਹੋ ਗਿਆ? ਬੰਦਾ ਵਿਸ਼ਵਾਸ ਨਹੀਂ ਕਰਦਾ, ਫਿਰ ਗੁੱਸਾ ਆ ਜਾਣ ਲੱਗਦਾ। ਨੈਚੁਰਲ ਹੈ, ਕੋਈ ਚੀਜ਼ ਆਏ ਤੁਹਾਨੂੰ ਲੱਗੇ ਇੱਕਦਮ ਸ਼ੌਕ ਲੱਗੇ ਤੇ ਗੁੱਸਾ ਆਏਗਾ, ਫਿਰ ਆਪਣੇ ਆਪ ਤੇ ਪਛਤਾਵਾ, ਯਾਰ ਇਹ ਕਿਉਂ ਹੋ ਗਿਆ? ਬਚ ਸਕਦਾ ਸੀਗਾ ਕਿ ਮੈਂ ਕੱਪੜੇ ਤੇ ਧਿਆਨ ਨਹੀਂ ਦਿੱਤਾ, ਕਿ ਮੈਂ ਖਾਣ ਤੇ ਧਿਆਨ ਨਹੀਂ ਦਿੱਤਾ, ਜਾਂ ਮੈਂ ਕੋਈ ਚੀਜ਼ ਸੀ ਕਿ ਮੈਂ ਉਹਨੂੰ ਇਗਨੋਰ ਕਰ ਗਿਆ, ਚਲ ਅਗਲੇ ਹਫਤੇ ਡਾਕਟਰ ਕੋਲ ਜਾਵਾਂਗੇ ਫਿਰ ਗੱਲ ਕਰਾਂਗੇ, ਜਾਂ ਮੈਂ ਕਿਹੜੀ ਚੀਜ਼ ਸੀ ਜਿਹੜੀ ਮੈਨੂੰ ਪਤਾ ਹੁੰਦੀ ਤੇ ਇਹ ਚੀਜ਼ ਬਚ ਜਾਂਦੀ। ਔਰ ਜਿਹੜੀ ਸਾਡੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਸਾਡੀਆਂ ਅਣਗਹਿਲੀਆਂ ਨੇ, ਕਈ ਵਾਰੀ ਉਹ ਅਣਗਹਿਲੀਆਂ ਸਾਡਾ ਵੱਡੇ ਐਕਸੀਡੈਂਟ ਜਾਂ ਵੱਡੀ ਕਿਸੇ ਮੁਸੀਬਤ ਦਾ ਕਾਰਨ ਬਣਦੀਆਂ। ਸ਼ਾਇਦ ਇਹਦੇ ਵਿੱਚ ਵੀ ਹੋ ਸਕਦਾ ਹੈ ਅਣਗਹਿਲੀਆਂ ਜਿਹੜੀਆਂ ਕਿਤੇ ਨਾ ਕਿਤੇ ਵੱਡਾ ਕਾਰਨ ਬਣਦੀਆਂ ਹੋਣ। ਬਿਲਕੁਲ ਤੁਹਾਡਾ ਰਮਨ ਜੀ ਕਹਿਣਾ ਠੀਕ ਹੈ, ਸ਼ਾਇਦ ਅਸੀਂ ਕਰਦੇ ਜਾਂ ਬਸ ਇਹੀ ਤਾਂ ਹੈਗਾ, ਇਹੀ ਤਾਂ ਹੈਗਾ ਜੀ, ਤੇ ਕੀ ਹੈ ਦੇਖ ਲਾਂਗੇ, ਪਰ ਉਹ ਨਹੀਂ ਪਤਾ ਲੱਗਦਾ ਕਈ ਵਾਰ ਉਹ ਬੀ ਹੀ ਵੱਡਾ ਜਾ ਕੇ ਪੇੜ ਬਣ ਜਾਂਦਾ ਹੈ। ਉਹਦੇ ਬਾਅਦ ਜਦੋਂ ਪਛਤਾਵਾ ਹੁੰਦਾ ਹੈ, ਇੱਕ ਵਰਡ ਬਣਾਇਆ ਕਿਸੇ ਨੇ, ਐਂਗਜ਼ਾਇਟੀ। ਸਾਡੇ ਨਾ ਹਾਰਮੋਨ ਲੈਵਲ ਡਾਊਨ ਹੋਣ ਲੱਗ ਜਾਂਦੇ ਨੇ, ਜਿਹਨੂੰ ਆਪਾਂ ਇੱਕ ਵਰਡ ਕਹਿੰਦੇ ਆ ਸੇਰੋਟੋਨਿਨ ਹਾਰਮੋਨ ਹੈ, ਉਹ ਡਾਊਨ ਹੋਏਗਾ, ਉਹ ਬੰਦਾ ਹੀ ਚੀਜ਼ਾਂ ਖਾਣ ਦੇ ਨਾਲ ਹੈ, ਡਾਈਟ ਦੇ ਨਾਲ ਹੈ। ਜਦੋਂ ਹਾਰਮੋਨ ਡਾਊਨ ਹੋਏਗਾ ਸਾਡੀ ਐਂਗਜ਼ਾਇਟੀ ਵਧਣ ਲੱਗ ਜਾਏਗੀ ਜੀ, ਬਿਲਕੁਲ। ਅਸੀਂ ਪੇਨ ਕਿਲਰਸ ਲੈਣੀ ਸ਼ੁਰੂ ਕਰ ਦਾਂਗੇ, ਜਦੋਂ ਕਿ ਪ੍ਰੋਬਲਮ ਕੋਈ ਹੋਰ ਹੈ ਅਸੀਂ ਲੈਣੀ ਸ਼ੁਰੂ ਕਰ ਦਿੰਦੇ ਆ ਪੇਨ ਕਿਲਰ। ਵਧਾਣਾ ਸੀਗਾ ਹਾਰਮੋਨ ਦਾ ਲੈਵਲ, ਖਾਣੇ ਸੀਗੇ ਪ੍ਰੋਟੀਨਸ ਤੇ ਸੋਚਣਾ ਚੰਗਾ ਸੀਗਾ, ਪਰ ਉਹਦੇ ਬਦਲੇ ਉਹਦਾ ਇਲਾਜ ਕੀ ਹੈ? ਪੇਨ ਕਿਲਰ। ਜਿਹੜੀ ਚੀਜ਼ ਆਏ ਪੇਨ ਕਿਲਰ, ਇਹ ਦਰਦ ਹੋਈ ਪੇਨ ਕਿਲਰ। ਉਹਦੇ ਬਾਅਦ ਸਟ੍ਰੈਸ ਤੋਂ ਬਾਅਦ ਅਕੇਲਾਪਨ, ਲੋਨਲੀਨੈਸ, ਫਿਰ ਆਪਣੇ ਆਪ ਨੂੰ ਵੱਖਰਾ ਰੱਖਣਾ, ਯਾਰ ਉਹਦੇ ਕੋਲ ਤਾਂ ਮੇਰੇ ਲਈ ਟਾਈਮ ਹੀ ਨਹੀਂ ਹੈ। ਨਹੀਂ, ਬੰਦਾ ਪਹਿਲੇ ਵੀ ਬਿਜ਼ੀ ਸੀਗਾ, ਤੁਹਾਨੂੰ ਦਿਖਣ ਲੱਗ ਜਾਂਦਾ ਹੈ ਕਿ ਅੱਜ ਮੇਰਾ ਦਿਲ ਨਹੀਂ ਲੱਗ ਰਿਹਾ ਕੋਈ ਮੇਰੇ ਕੋਲ ਰਵੇ। ਅੱਜ ਸਾਨੂੰ ਦੂਜਿਆਂ ਦੀ ਕਮੀਆਂ ਦਿਖਣ ਲੱਗ ਜਾਂਦੀ ਹੈ, ਫਿਰ ਕੀ ਲੱਗਦਾ ਯਾਰ ਦੁਨੀਆ ਸਾਡੀ ਦੋਸਤ ਹੀ ਨਹੀਂ ਹੈ, ਮੈਂ ਇਕੱਲਾ ਹੀ ਠੀਕ ਹਾਂ। ਉਹਦੇ ਬਾਅਦ ਥੋੜੀ ਚੀਜ਼ਾਂ ਹੋਰ ਆਉਂਦੀਆਂ ਨੇ, ਉਦਾਸੀਆਂ। ਫਿਰ ਇੱਕ ਵਰਡ ਆਉਂਦਾ ਹੈ ਜਿੰਨਾ ਸਭ ਨੂੰ ਪਤਾ ਹੈ, ਇਸ ਕੰਟਰੀ ਦੇ ਅੰਦਰ ਅਮਰੀਕਾ ਤੇ ਕੈਨੇਡਾ ਚ ਬਹੁਤ ਆਈ ਹੈ, that is ਡਿਪਰੈਸ਼ਨ। ਬਿਲਕੁਲ, ਉਹਦੇ ਕਾਰਨ ਕਈ ਹੋ ਸਕਦੇ, ਬਹੁਤ ਕਾਰਨ ਹੋ ਸਕਦੇ ਨੇ। ਜਿੱਥੇ ਰੈਂਕ 1 ਕੰਟਰੀ ਅਮਰੀਕਾ ਤੇ ਕੈਨੇਡਾ ਆਉਂਦੀਆਂ ਨੇ, ਉੱਥੇ ਲਾਸਟ ਰੈਂਕ 'ਚ ਜਾਪਾਨ ਵੀ ਆਉਂਦਾ ਹੈ। ਅੱਛਾ, ਲਾਸਟ ਨੰਬਰ ਡਿਪਰੈਸ਼ਨ ਦੇ ਅੰਦਰ। ਔਰ ਪਹਿਲੇ ਤੇ ਅਸੀਂ ਕੈਨੇਡਾ ਤੇ ਅਮਰੀਕਾ 'ਚ ਆ ਜਾਂਦੇ, ਟੌਪ 5 'ਚ ਆ ਜਾਂਦੇ ਆ, ਟੌਪ 5 'ਚ ਆ ਜਾਂਦੇ ਆ, ਅਮਰੀਕਾ ਕੈਨੇਡਾ ਵਿੱਚ ਆਏ ਨੇ। ਇਸ ਕੰਟਰੀ 'ਚ ਕਿਸੇ ਨੂੰ ਪੁੱਛੋ ਡਿਪਰੈਸ਼ਨ ਬੜਾ ਹੀ ਹੈ ਯਾਰ, ਇੱਥੇ ਬੜੀ ਚੀਜ਼ਾਂ ਨੇ। ਫਿਰ ਓਕੇ, ਉਹਦੇ ਬਾਅਦ ਇੱਕ ਚੀਜ਼ ਹੈ ਇਹ ਸਾਰਿਆਂ ਦਾ ਇਲਾਜ, ਉਹ ਕੀ ਹੈ? ਉਮੀਦ। ਇੱਕ ਉਮੀਦ ਹੀ ਸਾਡੇ ਕੋਲੇ ਬਚਦੀ ਆ ਲੈ ਦੇ ਕੇ, ਫਿਰ ਉਸ ਤੋਂ ਬਾਅਦ ਪਛਤਾਵਾ ਹੋ ਜਾਂਦਾ, ਪਛਤਾਵੇ ਤੋਂ ਬਾਅਦ ਫਿਰ ਕਹੀਦਾ ਵੀ ਚਲੋ ਪ੍ਰਮਾਤਮਾ ਦੇ ਸਿੱਟੋ, ਅਰਦਾਸ ਕਰੋ, ਸਿਮਰਨ ਕਰੋ ਜਾਂ ਪਾਠ ਪੂਜਾ ਕਰੋ, ਸ਼ਾਇਦ ਇਸ ਉਮੀਦ ਦੇ ਸਿਰ ਤੇ ਸਾਡਾ ਜਿਹੜਾ ਦੁੱਖ ਹੈ ਟਲ ਜਾਵੇ। ਬਿਲਕੁਲ ਜੀ, ਪਹਿਲਾਂ ਤਾਂ ਆਵੇ ਨਾ ਜੀ, ਬਚਾ ਲਈਏ ਜਿੰਨਾ ਬਚਾ ਸਕਦੇ ਆ, ਪਰਹੇਜ਼
ਪਰ ਇਹ ਜੋ ਵੀ ਮੈਂ ਅਸੀਂ ਸ਼ੇਅਰ ਕਰਾਂਗੇ ਬਚ ਕਿੱਦਾਂ ਸਕਦਾ ਹੈ। ਪੰਜਾਬੀ ਦੇ ਵਿੱਚ ਨਾ ਇੱਕ ਦੋ ਗੱਲਾਂ ਬਜ਼ੁਰਗ ਕਿਹਾ ਕਰਦੇ ਸੀ ਕਿ ਦਵਾਈ ਦੇ ਨਾਲੋਂ ਦਾਰੂ ਦਵਾਈ ਦੇ ਨਾਲੋਂ ਪਰਹੇਜ਼ ਚੰਗਾ। ਜੇ ਤੁਸੀਂ ਦਵਾਈ ਦਾਰੂ ਦੀ ਗੱਲ ਕਰਦੇ ਆ ਉਦੋਂ ਪਹਿਲਾਂ ਪਰਹੇਜ਼ ਰੱਖ ਲਓ। ਜਦੋਂ ਆਪਾਂ ਖਾਣ ਪੀਣ ਦੀ ਗੱਲ ਕਰਦੇ ਆ ਕਿ ਸਾਡਾ ਯਾਰ ਢਿੱਡ ਵੱਧ ਰਿਹਾ, ਚਲੋ ਹੁਣ ਦਵਾਈ ਲੈ ਲਈਏ, ਜਾਂ ਢਿੱਡ ਵਧਣ ਦੀ ਹੈ ਨਾ ਵੀ ਢਿੱਡ ਕਿਉਂ ਵੱਧ ਰਿਹਾ, ਸਾਡੇ ਫੈਟ ਘੱਟ ਹੋ ਜੇ, ਤਾਂ ਬਜ਼ੁਰਗ ਇਹ ਕਿਹਾ ਕਰਦੇ ਆ ਕਿ ਭਾਈ ਸਾਹਿਬ ਖਾਣ ਪੀਣ ਵੱਲ ਧਿਆਨ ਦੇ ਆਪਣਾ। ਖਾਣ ਪੀਣ ਤੇਰਾ ਚੰਗਾ ਹੋਊਗਾ, ਤੈਨੂੰ ਦਵਾਈ ਲੈਣ ਦੀ ਲੋੜ ਨਹੀਂ, ਤੇਰਾ ਢਿੱਡ ਨਹੀਂ ਵਧੇਗਾ। ਬਿਲਕੁਲ ਜੀ। ਹੁਣ ਆਂਦਾ ਹੈ ਕਿ ਯਾਰ ਪਹਿਲਾਂ ਤਾਂ ਹੋਵੇ ਨਾ, ਜੇ ਹੋ ਗਿਆ ਤੇ ਹੁਣ ਘਬਰਾਣਾ ਨਹੀਂ, ਉਮੀਦ ਹੈ ਕਿ ਡੈਥ ਨਹੀਂ ਹੋਣੀ ਜੀ। ਤੀਜੀ ਗੱਲ ਹੈ ਅਸੀਂ ਕਰ ਕੀ ਸਕਦੇ ਹਾਂ ਬਈ, ਅਸੀਂ ਅੱਜ ਟੌਪਿਕ ਕਰ ਰਹੇ ਹਾਂ ਕਿ ਅਸੀਂ ਕਰ ਕੀ ਸਕਦੇ ਹਾਂ, ਬ੍ਰੈਸਟ ਨੂੰ ਕੈਂਸਰ ਨੂੰ ਅਸਾਂ ਬਚਾਉਣਾ ਕਿੱਦਾਂ ਹੈ। ਬੜੇ ਸਾਰੀ ਚੀਜ਼ਾਂ ਉਹਨਾਂ ਨੇ ਡਿਕਲੇਅਰ ਕਰਤੀ ਹੈ ਵੈਬਸਾਈਟ ਤੇ, ਅਸੀਂ ਜਿਹੜੀ ਸ਼ੇਅਰ ਕਰਾਂਗੇ ਉੱਥੇ ਸਾਰੇ ਜਾ ਕੇ ਦੇਖਣਗੇ, ਉਹਨਾਂ ਨੇ ਬੜੀ ਲਿਸਟ ਦਿੱਤੀ ਹੈ। ਅੱਛਾ ਵੱਧ ਕਿਉਂ ਰਿਹਾ ਹੈ, ਇਹ ਵੀ ਇੱਕ ਬੜਾ ਵੱਡਾ ਟੌਪਿਕ ਹੈ, ਉਹ ਵੀ ਆਨਸਰ ਹੋਣਾ ਇਹਦੇ ਬਾਰੇ, ਕਿਉਂਕਿ ਕਿਉਂ ਵੱਧ ਰਿਹਾ ਹੈ, ਕੀ ਕਾਰਨ ਹੈ, ਕੀ ਲੱਛਣ ਹੁੰਦੇ ਨੇ, ਕਿਵੇਂ ਇਹਨਾਂ ਨੂੰ ਰੋਕਿਆ ਜਾ ਸਕਦਾ ਹੈ, ਕਿਹੜੇ ਕਿਹੜੇ ਪਰਹੇਜ਼ ਆ ਜਿਹਦੇ ਆਪਾਂ ਵਾਰ-ਵਾਰ ਸਟ੍ਰੈਸ ਦੇ ਰਹੇ ਹਾਂ ਇੱਕ ਹੀ ਲਫ਼ਜ਼ ਦੇ ਉੱਪਰ ਕਿ ਪਰਹੇਜ਼ ਰੱਖਿਆ ਜਾ ਸਕਦਾ ਹੈ। ਉਹ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਪਾਂ ਚਰਚਾ ਕਰਦੇ ਹਾਂ। ਛੋਟੀ ਜਿਹੀ ਬ੍ਰੇਕ ਲੈ ਲਈਏ, ਠੀਕ ਹੈ। ਸੋ ਦਰਸ਼ਕੋ, ਅਗਰ ਤੁਹਾਡਾ ਵੀ ਕੋਈ ਸੁਝਾਅ ਸਵਾਲ ਜਾਂ ਤੁਸੀਂ ਕੋਈ ਇਸ ਵਿਸ਼ੇ ਦੇ ਨਾਲ, ਬ੍ਰੈਸਟ ਕੈਂਸਰ ਮੰਥ ਜਿਹੜਾ ਚੱਲ ਰਿਹਾ, ਬ੍ਰੈਸਟ ਕੈਂਸਰ ਅਵੇਅਰਨੈਸ ਮੰਥ ਜਿਹੜਾ ਅਕਤੂਬਰ ਮਹੀਨੇ ਦਾ ਮਨਾਇਆ ਜਾਂਦਾ ਹੈ, ਇਹਦੇ ਨਾਲ ਸੰਬੰਧਿਤ ਕੋਈ ਸਵਾਲ ਸੁਝਾਅ ਜਾਂ ਕੋਈ ਜਾਣਕਾਰੀ ਸਾਂਝੀ ਕਰਨੇ ਚਾਹੁੰਦੇ ਆ ਇਸ ਮਾਧਿਅਮ ਦੇ ਜ਼ਰੀਏ, ਤਾਂ 905 790 9099 ਦੇ ਉੱਪਰ ਤੁਸੀਂ ਕਾਲ ਕਰ ਲੈਣੀ ਹੈ। ਛੋਟੀ ਜਿਹੀ ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਣੇ। ਮਨੋਰੰਜਨ ਦੀ ਦੁਨੀਆ ਨਾਲ ਜੁੜੀਆਂ ਆਮ ਅਤੇ ਖਾਸ ਚਰਚਾਵਾਂ। ਸਾਰਾ ਪਿੰਡ ਦਾ ਭਾਬੀ ਮੈਨੂੰ ਆਸ਼ਕ ਕਹਿੰਦਾ, ਬਾਈ ਅਮਰਜੀਤ ਦੀ ਨਿੱਕੀ ਜਿਹੀ ਮੈਂ ਵੀ ਗੱਲ ਮੰਨ ਲਈ। ਸਿਤਾਰਿਆਂ ਦੀ ਜ਼ਿੰਦਗੀ ਨਾਲ ਜੁੜੇ ਅਹਿਮ ਕਿੱਸੇ। ਮੈਨੂੰ ਹੁੰਦਾ ਸੀ ਕਿ ਮੇਰੇ ਤੇ ਇੱਕ ਠੱਪਾ ਹੀ ਨਾ ਲੱਗੇ ਕਿ ਮੈਂ ਸਿਰਫ ਨੈਗੇਟਿਵ ਕਰੈਕਟਰ ਲਈ ਬਣੀ ਆ। ਦੱਸਾਂਗੇ ਤੁਹਾਡਾ ਚਹੇਤਾ ਅਦਾਕਾਰ ਜਾਂ ਗਾਇਕ ਕਿਵੇਂ ਪਹੁੰਚਿਆ ਫਰਸ਼ ਤੋਂ ਅਰਸ਼ ਤੇ। ਕੁਝ ਚਟਪਟੇ ਕਿੱਸੇ ਵੀ ਕਰਾਂਗੇ ਤੁਹਾਡੇ ਨਾਲ ਸਾਂਝੇ। ਮਤਲਬ ਉਹ ਅੱਗੇ ਗੱਲ ਹੀ ਨਹੀਂ ਸੀ ਕਰਦੀ, ਸਿਰਫ ਏਦਾਂ ਹੀ ਪੁੱਛ ਲੈਂਦੀ ਸੀ ਕਿ ਤੁਸੀਂ ਰਵਿੰਦਰ ਗਰੇਵਾਲ ਹੋ। ਸਿਤਾਰਿਆਂ ਦੀ ਜ਼ਿੰਦਗੀ ਨਾਲ ਜੁੜੀਆਂ ਅਸਲ ਘਟਨਾਵਾਂ ਤੇ ਵੀ ਪਾਵਾਂਗੇ ਰੋਸ਼ਨੀ। ਦੱਸਿਆ ਵੀ ਜਿਹੜੀ ਚੀਜ਼ ਅਸੀਂ ਅੱਖਾਂ ਨਾਲ ਦੇਖਦੇ ਹਾਂ ਅਸੀਂ ਉਦਾਂ ਦੀ ਗੀਤ ਬਣਾਉਂਦੇ ਹਾਂ। ਸਾਡੇ ਖਾਸ ਪ੍ਰੋਗਰਾਮ ਲਾਈਵ ਲਾਈਟ ਦੇ ਵਿੱਚ ਦੇਖਣਾ ਨਾ ਭੁੱਲਣਾ, ਓਨਲੀ ਔਨ ਵਿਜ਼ਨ ਪੰਜਾਬ ਟੀਵੀ ਉੱਤੇ। ਫੁੱਲਾਂ ਵਰਗੀ ਜ਼ਿੰਦਗੀ, ਕਦੇ ਰੋਵਾਂ ਕਦੇ ਹੱਸਾਂ, ਕੁਛ ਐਦਾਂ ਦੀਆਂ ਨੇ ਸਾਡੇ ਕੈਨੇਡਾ ਦੀਆਂ ਸੱਥਾਂ। ਗੱਲ ਕਰਾਂਗੇ ਘਰ ਦੀ ਯਾਦ ਦਿਵਾਉਣ ਵਾਲੀ ਤੜਕੇ ਦੀ ਖੁਸ਼ਬੂ ਦੀ, ਤੇ ਜ਼ਿੰਦਗੀ ਦੀਆਂ ਮੁਸ਼ਕਿਲਾਂ ਨਾਲ ਰੂਬਰੂ ਕਰਵਾਉਂਦੀ ਸਟੂਡੈਂਟ ਲਾਈਫ ਦੀ। ਰਸਤਿਆਂ ਦੇ ਮੁਸਾਫਿਰ ਟਰੱਕ ਡਰਾਈਵਰਾਂ ਦੀ, ਤੇ ਦਿਲ ਨੂੰ ਬਹਿਲਾਉਣ ਵਾਲੀਆਂ ਬੀਬੀਆਂ ਦੀਆਂ ਨਿਵੇਕਲੀਆਂ ਗੱਲਾਂ ਦੀ। ਪ੍ਰੋਗਰਾਮ ਵਿਜ਼ਨ ਔਨ ਲੋਕੇਸ਼ਨ 'ਚ ਗੱਲ ਕਰਾਂਗੇ ਤੁਹਾਡੇ ਨਾਲ, ਤੁਹਾਡੇ ਬਾਰੇ ਔਰ ਤੁਹਾਡੇ ਹੀ ਦਰਬਾਰ 'ਚ। ਚਾਹੇ 7 ਸਮੁੰਦਰ ਪਾਰ ਦੀ ਹੋਵੇ ਖਬਰ, ਚਾਹੇ ਕਿਸੇ ਵੀ ਸਰਕਾਰ ਦੀ ਹੋਵੇ ਖਬਰ, ਹਰ ਸ਼ੈ ਤੱਕ ਜਾਂਦੇ ਹਾਂ, ਹਰ ਖਬਰ ਦੀ ਤਹਿ ਤੱਕ ਜਾਂਦੇ ਹਾਂ। ਪੰਜਾਬ ਦੀ ਟੀਸ, ਪੰਜਾਬ ਦਾ ਦਰਦ ਵੀ ਖੋਲ ਸੁਣਾਉਂਦੇ ਹਾਂ। ਹਰ ਖਬਰ ਦੀ ਲੈਂਦੇ ਹਾਂ ਖਬਰ, ਪ੍ਰੋਗਰਾਮ ਖਬਰਾਂ ਦੀ ਖਬਰ ਵਿੱਚ ਮੇਰੇ ਨਾਲ ਜਾਣੀ ਕਿ ਦੀਪਕ ਸ਼ਰਮਾ ਚਨਾਥਲ ਨਾਲ ਸ਼ਾਮੀ 8:30 ਵਜੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਵੇਖਣਾ ਨਾ ਭੁੱਲਣਾ ਖਬਰਾਂ ਦੀ ਖਬਰ। ਇੰਡੀਅਨ ਕੁਜ਼ੀਨ ਦਾ ਸਵਾਦ ਹੁਣ ਕੈਨੇਡਾ 'ਚ? ਜੀ ਹਾਂ, ਇੰਡੀਅਨ ਕੁਜ਼ੀਨ ਦਾ ਸਵਾਦ ਮਿਲੇਗਾ ਵਿਨੀਪੈਗ ਮੈਨੀਟੋਬਾ ਦੇ ਸਿਰਫ ਤੇ ਸਿਰਫ ਕਲੇ ਓਵਨ ਈਸਟ ਇੰਡੀਅਨ ਰੈਸਟੋਰੈਂਟ ਦੇ ਵਿੱਚ। ਉਹ ਵੀ ਕਿਸੇ ਇੱਕ ਜਗ੍ਹਾ ਨਹੀਂ, ਬਲਕਿ ਕਲੇ ਓਵਨ ਈਸਟ ਇੰਡੀਅਨ ਰੈਸਟੋਰੈਂਟ serves you on 3 locations. For memorable food and exceptional value, you can contact us at, you can also mail us at ਸੁਖਵੀਰ ਦੇ ਪੈਸਿਆਂ ਵਾਲੇ ਟਰੱਕ। ਕੈਪਟਨ ਦੀ ਸੱਚੀਆਂ ਕਿਤੇ ਪੱਕ ਠੱਕ, ਕਿੱਥੇ ਪਏ ਨੇ ਮੋਦੀ ਦੇ 15 ਲੱਖ। ਪੱਪੂ ਹੋਏਗਾ ਪਾਸ ਜਾਂ ਫਿਰ
ਕਟੇਗੀ ਨੱਕ। ਸੰਗਰੂਰ ਵਾਲਾ ਮਾਨ ਤੇ ਠੋਕੋ ਤਾਲੀ ਵਾਲਾ ਸਿੱਧੂ ਕਿਵੇਂ ਤੋੜਦੇ ਨੇ ਵਿਰੋਧੀਆਂ ਦੇ ਲੱਕ। ਗਾਇਕਾਂ ਦੇ ਊਟ ਪਟਾਂਗ ਗੀਤਾਂ ਦੇ ਅਸਲ ਮਾਇਨੇ, ਕਾਨੂੰਨ ਦੇ ਰਖਵਾਲਿਆਂ ਤੇ ਲੀਡਰਾਂ ਨੇ ਕਿੱਥੇ, ਕਿਉਂ ਤੇ ਕਿਵੇਂ ਖਿਲਾਰੀ ਖੱਪ। ਸਮਾਜ 'ਚ ਵਾਪਰਦੇ ਹਰ ਮਸਲੇ ਦੀ ਉਧੇੜਾਂਗੇ ਪਰਤ ਤੇ ਕਰਾਂਗੇ ਟੀਕਾ ਟਿੱਪਣੀ ਆਪਣੇ ਉਲਟ ਪੁਲਟ ਨਜ਼ਰੀਏ ਦੇ ਨਾਲ। ਸਾਡੇ ਖਾਸ ਪ੍ਰੋਗਰਾਮ ਉਲਟ ਪੁਲਟ 'ਚ ਦੇਖਣਾ ਨਾ ਭੁੱਲਣਾ ਮੰਡੇ ਟੂ ਫਰਾਈਡੇ ਰਾਤੀ 10 ਵਜੇ ਓਨਲੀ ਔਨ ਵਿਜ਼ਨ ਪੰਜਾਬ ਟੀਵੀ। ਬ੍ਰੇਕ ਤੋਂ ਬਾਅਦ ਫਿਰ ਤੋਂ ਤੁਹਾਡਾ ਸਵਾਗਤ ਹੈ ਤੇ ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਔਰ ਪ੍ਰੋਗਰਾਮ ਦਾ ਨਾਮ ਹੈ ਜੋ ਅਸੀਂ ਪੇਸ਼ ਕਰ ਰਹੇ ਹਾਂ ਵਿਜ਼ਨ ਪ੍ਰਾਈਮ ਟਾਈਮ ਸ਼ੋ। ਸੋਮਵਾਰ ਤੋਂ ਲੈ ਕੇ ਵੀਰਵਾਰ ਵਾਲੇ ਦਿਨ ਤੱਕ ਤੁਹਾਡੀ ਸੇਵਾ 'ਚ ਇਸ ਪ੍ਰੋਗਰਾਮ ਨੂੰ ਅਸੀਂ ਪੇਸ਼ ਕਰਦੇ ਹਾਂ ਔਰ ਇਸ ਪ੍ਰੋਗਰਾਮ ਦਾ ਸਮਾਂ 7 ਤੋਂ 8 ਹੋਇਆ ਕਰਦਾ ਹੈ। ਜ਼ਰੂਰ ਇਸ ਪ੍ਰੋਗਰਾਮ ਨੂੰ ਦੇਖਿਆ ਕਰੋ ਤਾਂ ਕਿ ਸਾਨੂੰ ਵੀ ਉਤਸ਼ਾਹ ਮਿਲੇ ਔਰ ਨਵੇਂ-ਨਵੇਂ ਵਿਸ਼ੇ ਅਤੇ ਨਵੇਂ-ਨਵੇਂ ਸ਼ਖਸੀਅਤਾਂ ਦੇ ਨਾਲ ਤੁਹਾਨੂੰ ਰੂਬਰੂ ਕਰਵਾਇਆ ਜਾਵੇ। ਔਰ ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਵਿਜ਼ਨ ਪੰਜਾਬ ਟੀਵੀ ਦੀ ਟੀਮ ਦੀ ਸਾਰੀ ਦੀ ਕੋਸ਼ਿਸ਼ ਹੁੰਦੀ ਹੈ ਕਿ ਕੁਝ ਇਸ ਤਰ੍ਹਾਂ ਦਾ ਵਿਲੱਖਣ ਔਰ ਜਾਗਰਤੀ ਅਵੇਅਰਨੈਸ ਪੈਦਾ ਕਰਨ ਵਾਲੇ ਜਿਹੜੇ ਟੌਪਿਕਸ ਹੈ, ਵਿਸ਼ੇ ਆ ਔਰ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਇਸ ਮਾਧਿਅਮ ਦੇ ਜ਼ਰੀਏ ਤੁਹਾਡੇ ਤੱਕ ਪਹੁੰਚਾਈਆਂ ਜਾਣ ਜਿਹਦੇ ਕਰਕੇ ਕਮਿਊਨਿਟੀ ਦੇ ਵਿੱਚ ਕੋਈ ਫਾਇਦਾ ਹੋ ਸਕੇ, ਕੋਈ ਚੰਗੀ ਸੇਧ ਮਿਲ ਸਕੇ। ਇਸ ਤਰ੍ਹਾਂ ਦਾ ਹੀ ਸਾਡਾ ਉਪਰਾਲਾ ਹਮੇਸ਼ਾ ਰਹੇਗਾ ਔਰ ਤੁਹਾਡੀ ਸਾਨੂੰ ਹਮੇਸ਼ਾ ਉਡੀਕ ਹੈ ਕਿ ਵੀ ਤੁਸੀਂ ਸਾਨੂੰ ਫੀਡਬੈਕ ਦਿਓ ਕਿਸੇ ਵੀ ਰੂਪ ਦੇ ਵਿੱਚ, ਚਾਹੇ ਮੈਸੇਜ ਕਰੋ ਚਾਹੇ ਫੋਨ ਤੇ, ਤਾਂ ਸਾਨੂੰ ਫੀਡਬੈਕ ਵੀ ਜ਼ਰੂਰ ਦਿਆ ਕਰੋ ਤਾਂ ਕਿ ਅਸੀਂ ਹੋਰ ਚੰਗਾ ਕਰ ਸਕੀਏ, ਹੋਰ ਵਧੀਆ ਨਿਖਾਰ ਲਿਆ ਕੇ ਤੁਹਾਡੇ ਸਾਹਮਣੇ ਪੇਸ਼ ਕਰ ਸਕੀਏ। ਸੋ ਅੱਜ ਜੋ ਅਸੀਂ ਵਿਸ਼ਾ ਚੁਣਿਆ ਉਹ ਅਕਤੂਬਰ ਮਹੀਨੇ ਦੇ ਵਿੱਚ ਜਿਹੜਾ ਪੂਰੇ ਵਰਲਡ ਦੇ ਵਿੱਚ ਜੇ ਗੱਲ ਕਰੀਏ ਤਾਂ ਅਕਤੂਬਰ ਮਹੀਨਾ ਜਿਹੜਾ ਉਹ ਬ੍ਰੈਸਟ ਕੈਂਸਰ ਅਵੇਅਰਨੈਸ ਮੰਥ ਦੇ ਤੌਰ ਤੇ ਮਨਾਇਆ ਜਾਂਦਾ ਹੈ। ਔਰ ਬ੍ਰੈਸਟ ਕੈਂਸਰ ਇੱਕ ਅਜਿਹੀ ਨਾਮੁਰਾਦ ਬਿਮਾਰੀ ਹੈ। ਇੱਕ ਤਾਂ ਪਹਿਲੇ ਨੰਬਰ ਤੇ ਤਾਂ ਇਹ ਹੈ ਕਿ ਵੀ ਕੈਂਸਰ ਦਾ ਨਾਮ ਹੀ ਭੈੜਾ ਹੈ ਔਰ ਦੂਜੀ ਗੱਲ ਜਦੋਂ ਬ੍ਰੈਸਟ ਕੈਂਸਰ ਦੇ ਵਿੱਚ ਆ ਜਾਂਦਾ ਤਾਂ ਬਹੁਤੇ ਵਾਰੀ ਅਸੀਂ ਸੰਗ ਸ਼ਰਮ ਦੇ ਵਿੱਚ ਜਾਂ ਪਰਦਾ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਜਿਵੇਂ ਕਿ ਅਸੀਂ ਬ੍ਰੇਕ ਤੋਂ ਪਹਿਲਾਂ ਵੀ ਅਸੀਂ ਗੱਲ ਕੀਤੀ ਸੀ ਕਿ ਵੀ ਘਰ ਦੇ ਵਿੱਚ ਇੱਕ ਔਰਤ ਦੇ ਆਪਦੇ ਬੱਚੇ ਡਾਕਟਰ ਹੋਣ ਤੇ ਉਹ ਆਪਣੇ ਬੱਚਿਆਂ ਨੂੰ ਦੱਸਣ ਤੋਂ ਗੁਰੇਜ਼ ਕਰਦੀ ਹੈ ਕਿ ਵੀ ਮੈਨੂੰ ਇਸ ਨਾਮੁਰਾਦ ਬਿਮਾਰੀ ਨੇ, ਬ੍ਰੈਸਟ ਕੈਂਸਰ ਨੇ ਘੇਰ ਲਿਆ। ਉਹ ਨਾ ਦੱਸਣ ਕਰਕੇ ਥਰਡ ਸਟੇਜ 'ਚ ਪਹੁੰਚ ਜਾਂਦੀ ਹੈ ਤੇ ਉਹਦੀ ਅੰਤ ਨੂੰ ਮੌਤ ਹੋ ਜਾਂਦੀ ਹੈ। ਸੋ ਸੰਗੋ ਨਾ, ਸ਼ਰਮ ਨਾ ਕਰੋ, ਘਬਰਾਓ ਨਾ। ਇਹਦੇ ਵਿੱਚ ਕੋਈ ਵੀ ਗੱਲ ਨਹੀਂ ਹੈ ਕਿ ਜਿਹਦੇ ਵਿੱਚ ਤੁਹਾਨੂੰ ਕੋਈ ਸੰਗ ਸ਼ਰਮ ਵਾਲੀ ਹੋਵੇ। ਆਪਣੇ ਨਾਲ ਦੇ ਹਮਸਫਰ ਨੂੰ, ਸਾਥੀ ਨੂੰ, ਪਰਿਵਾਰ ਦੇ ਵਿੱਚ ਭੈਣਾਂ ਨੂੰ, ਮਾਵਾਂ ਨੂੰ, ਜਿਹਨੂੰ ਵੀ ਲੱਗ ਰਿਹਾ ਕਿ ਉਹ ਤਕਲੀਫ ਦੇ ਵਿੱਚੋਂ ਜਾ ਰਹੇ ਹੋ ਤਾਂ ਜ਼ਰੂਰ ਸਾਂਝਾ ਕਰੋ ਤਾਂ ਕਿ ਸਮਾਂ ਰਹਿੰਦੇ ਹੋਏ ਆਪਣੀ ਜਾਨ ਜਿਹੜੀ ਕੀਮਤੀ ਜਾਨ ਨੂੰ ਬਚਾਇਆ ਜਾਵੇ। ਇਸੇ ਸੰਬੰਧਤ ਅੱਜ ਜਿਹੜਾ ਅਸੀਂ ਵਿਸ਼ਾ ਲੈ ਕੇ ਆਏ ਹਾਂ। ਸੋ ਤੁਹਾਡਾ ਕੋਈ ਸਵਾਲ ਸੁਝਾਅ ਹੋਵੇ ਤਾਂ ਜ਼ਰੂਰ ਕਾਲ ਕਰਿਓ 905 790 9099। ਸੋ ਸਟੂਡੀਓ ਦੇ ਵਿੱਚ ਮਹਿੰਦਰ ਨਰੂਲਾ ਜੀ ਜੋ ਕਿ ਬੜੀ ਹੀ ਰਿਸਰਚ ਕਰਕੇ ਜਾਣਕਾਰੀ ਤੁਹਾਨੂੰ ਦੇ ਰਹੇ ਆ ਸਾਡੇ ਨਾਲ ਹਾਜ਼ਰ ਨੇ। ਆਓ ਉਹਨਾਂ ਦਾ ਫਿਰ ਤੋਂ ਸਵਾਗਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਜੀ ਰਮਨ ਜੀ। ਇੱਕ ਬੜਾ ਵੱਡਾ ਥੈਂਕਸ ਮੈਂ ਤੁਹਾਨੂੰ ਕਰਨਾ ਪਹਿਲੇ ਭੁੱਲ ਗਿਆ ਸੀਗਾ ਪਰ ਹੁਣ ਮੈਂ ਕਰਨਾ ਚਾਹੁੰਦਾ। ਅੱਜ ਫਸਟ ਟਾਈਮ ਮੈਂ ਆਪਣੇ ਮਦਰ ਨਾਲ ਗੱਲ ਕਰ ਰਿਹਾ ਬ੍ਰੈਸਟ ਕੈਂਸਰ ਬਾਰੇ ਕਿਉਂਕਿ ਮਦਰ ਇਸ ਵੇਲੇ ਨੂੰ ਟੀਵੀ ਤੇ ਦੇਖ ਰਹੇ ਨੇ। ਵਾਹ ਵਾਹ। ਜ਼ਿੰਦਗੀ 'ਚ ਪਹਿਲੀ ਵਾਰ ਮੈਂ ਅੱਜ ਆਪਣੇ ਮਦਰ ਨਾਲ ਮੈਂ ਟੀਵੀ ਔਨ ਕਰਕੇ ਆਇਆ। ਮੰਮਾ ਨੂੰ ਪਤਾ ਹੈ ਮੈਂ ਆਣਾ ਹੈ ਤੇ ਬਿਲਕੁਲ ਕਿਉਂਕਿ ਕੱਲ ਚੈਨਲ 'ਚ ਪ੍ਰੋਬਲਮ ਨਾ ਆਵੇ ਤੇ ਅੱਜ ਮੈਂ ਦੇਖੋ ਫਸਟ ਟਾਈਮ ਜਿਸ ਮਾਂ ਨੇ ਜਨਮ ਦਿੱਤਾ। ਤੇ ਕਈ ਵਾਰ ਅਸੀਂ ਕਹਿੰਦੇ ਆ ਕੁਝ ਧਰਮਾਂ ਦੇ ਅੰਦਰ ਕਹਿੰਦੇ ਆ ਕਿ ਮਾਂ ਬਾਪ ਰੱਬ ਤੋਂ ਵੀ ਪਹਿਲਾਂ ਉੱਪਰ ਹੁੰਦੇ ਨੇ ਤੇ ਜਿਹੜਾ ਅਸੀਂ ਹਰ ਜਗ੍ਹਾ ਇੰਨੀ ਰੱਬ ਦੀ ਮੱਥਾ ਟੇਕਣਾ, ਪੂਜਾ ਕਰਨਾ ਤੇ ਅੱਜ ਮੈਂ ਫਸਟ ਟਾਈਮ ਦੇਖੋ ਰੇਡੀਓ ਦੇ ਥਰੂ ਮੈਂ ਆਪਣੇ ਮਦਰ ਨਾਲ ਗੱਲ ਕਰ ਰਿਹਾ। ਕਿੰਨੀ ਵੱਡੀ ਗੱਲ ਹੈ। ਔਰ ਇਹ ਇੱਕ ਜਿਵੇਂ ਸਾਰਿਆਂ ਵਿੱਚ ਹੀ ਹੈ, ਤੁਹਾਡੇ ਅੰਦਰ, ਮੇਰੇ ਅੰਦਰ, ਦਰਸ਼ਕਾਂ ਦੇ ਅੰਦਰ ਜਾਂ ਜੋ ਵੀ ਪ੍ਰੋਗਰਾਮ ਨੂੰ ਇਸ ਪ੍ਰੋਗਰਾਮ ਤੋਂ ਬਾਅਦ ਵੀ ਇਸ ਪ੍ਰੋਗਰਾਮ ਨੂੰ ਵਾਚ ਕਰੇਗਾ ਸਾਡੇ ਫੇਸਬੁੱਕ ਦੇ ਜ਼ਰੀਏ, ਲਿੰਕ ਦੇ ਜ਼ਰੀਏ, ਤਾਂ ਝਿਜਕ ਸਭ ਦੇ ਵਿੱਚ ਹੈ। ਛਾਤੀ ਦੇ ਕੈਂਸਰ ਨੂੰ ਲੈ ਕੇ, ਖਾਸ ਕਰਕੇ ਔਰਤਾਂ ਦੇ ਵਿੱਚ ਛਾਤੀ ਦੇ ਕੈਂਸਰ ਨੂੰ ਲੈ ਕੇ ਸ਼ਰਮ, ਸੰਗ ਜਿਹੜੀ ਹੈ, ਝਿਜਕ ਹੈ, ਉਹ ਹਮੇਸ਼ਾ ਤੋਂ ਹੀ ਬਣੀ ਆਈ ਹੈ। ਔਰ ਅਸੀਂ ਅੱਜ ਜਿਹੜਾ ਇਹ ਮਹੀਨਾ
ਅਕਤੂਬਰ ਮਹੀਨੇ ਦੇ ਵਿੱਚੋਂ ਲੰਘ ਰਹੇ ਹਾਂ ਤਾਂ ਸਾਨੂੰ ਚਾਹੀਦਾ ਹੈ ਕਿ ਅਸੀਂ ਘੱਟੋ ਘੱਟ ਬੋਲੀਏ ਕਿਸੇ ਮਾਂ ਭੈਣ ਨੂੰ, ਦਰਸ਼ਕ ਨੂੰ ਜਾਂ ਕਿਸੇ ਧੀ ਨੂੰ, ਕਿਸੇ ਨੂੰ ਵੀ ਪ੍ਰੋਬਲਮ ਆਈ ਹੈ ਤਾਂ ਦੱਸੇ ਜ਼ਰੂਰ, ਤਾਂ ਕਿ ਉਹਦੀ ਜਿਹੜੀ ਹੈ ਬਹੁਤ ਕੀਮਤੀ ਜਿਹੜੀ ਜਾਨ ਹੈ ਪ੍ਰਮਾਤਮਾ ਵੱਲੋਂ ਇੱਕ ਵਾਰੀ ਮਿਲਣੀ ਆ, ਦੂਜੇ ਵਾਰੀ ਕਿਸੇ ਨੇ ਕੁਝ ਨਹੀਂ ਦੇਖਿਆ, ਉਹਨੂੰ ਬਚਾਇਆ ਜਾ ਸਕੇ। ਰਮਨ ਜੀ, ਕੁਝ ਆਨਸਰ ਤੁਸੀਂ ਮੇਰੇ ਕਰਨੇ ਆ ਯੈਸ ਨੋ 'ਚ ਜੀ। ਤੁਹਾਨੂੰ ਲੱਗਦਾ ਹੈ ਕਿ ਗਰਲਸ ਦੇ ਅੰਦਰ ਵਾਈਟ ਕਾਲਰ ਜੌਬਸ ਜ਼ਿਆਦਾ ਨੇ, ਪਸੀਨੇ ਵਗੈਰਾ ਨਹੀਂ ਆਉਂਦੇ ਉਹਨਾਂ ਨੂੰ, ਫਿਜ਼ੀਕਲ ਐਕਟੀਵਿਟੀਜ਼ ਘੱਟ ਹੈ? ਘੱਟ ਹੈ, ਬਿਲਕੁਲ ਹੈ। ਸਾਡੇ ਗਰਲਸ ਵਿੱਚ ਡਰਿੰਕਿੰਗ, ਐਲਕੋਹਲ ਪਾਰਟੀਜ਼ ਦੇ ਅੰਦਰ ਸ਼ੁਰੂਆਤ ਹੋ ਚੁੱਕੀ ਹੈ, ਹੁੰਦੀ ਹੈ। ਤੁਸੀਂ ਐਗਰੀ ਕਰ ਰਹੇ ਹੋ? ਤੁਸੀਂ ਦੇਖਿਆ ਹੋਏਗਾ ਸਮੋਕਿੰਗ, ਮੈਰੀਜੁਆਨਾਸ, ਇਹ ਵੀ ਹੋ ਗਿਆ, ਇਹ ਤਾਂ ਯੈਸ ਕਰ ਰਹੇ ਹੋ ਤੁਸੀਂ? ਜੀ ਬਿਲਕੁਲ। ਗਰਲਸ ਜੰਕ ਫੂਡ, ਓਵਰਵੇਟ, ਫੈਟਸ ਐਡੀਸ਼ਨ, ਜੀ। ਕੋਈ ਝਾੜੂ ਨਹੀਂ ਲਾਣਾ ਬਹਿ ਕੇ, ਕੋਈ ਆਟਾ ਨਹੀਂ ਬਹਿ ਕੇ ਗੁੰਨਣਾ, ਜਿੱਦਾਂ ਆਪਾਂ ਪਹਿਲੇ ਲੇਡੀਜ਼ ਨੂੰ ਕਹਿੰਦੇ ਸੀ ਥੱਲੇ ਬਹਿ ਕੇ ਉਹ ਫੁੱਲ ਝਾੜੂ ਆਂਦਾ ਸੀਗਾ, ਹੁਣ ਸਭ ਕੁਝ ਵੈਕਿਊਮ ਤੇ ਚਲਾ ਗਿਆ ਹੈ। ਔਰ ਜਿਹੜੇ ਪੋਚੇ ਨੇ ਉਹ ਵੀ ਅੱਜ ਕੱਲ੍ਹ ਡੰਡੇ ਵਾਲੇ ਪੋਚੇ ਆ ਗਏ, ਉਹ ਵੀ ਲੋਡ ਨਹੀਂ ਕਰਨੀ ਪੈਂਦੀ, ਕਈਆਂ ਤੇ ਕਲੀਨਿੰਗ ਲੱਗੀ ਹੋਈਆਂ ਘਰਾਂ ਦੇ ਅੰਦਰ, ਰਾਈਟ? ਤੇ ਇਹ ਸਾਰੀ ਚੀਜ਼ਾਂ। ਉਹਦੇ ਬਾਅਦ ਨਾਈਟ ਸ਼ਿਫਟਾਂ, ਘੱਟ ਸੋਣਾ, ਜੀ, ਅਪਸਾਈਡ ਡਾਊਨ ਟਾਈਮ ਤੇ ਸੋਣਾ। ਸੈਕਿੰਡ, ਸਮੋਕਰ, ਤੁਸੀਂ ਸਮੋਕ ਨਹੀਂ ਕਰਦੇ ਪਰ ਪੈਸਿਵ ਸਮੋਕਰ ਜਿਹੜੇ ਸਮੋਕ ਕਰਦੇ ਆ ਉਹ ਸੁਸਾਇਟੀਆਂ 'ਚ ਰਹਿਣਾ, ਸੈਕਿੰਡ ਹੈਂਡ ਸਮੋਕਿੰਗ, ਵੇਟ ਜਿਹੜੀ ਆਪਾਂ ਆਲਰੇਡੀ ਕਰ ਚੁੱਕੇ ਆ, ਇਹ ਸਾਰੇ ਲਾਈਫ ਸਟਾਈਲ, ਇਹ ਸਭ ਕੈਂਸਰ ਦੇ ਇਨਵੀਟੇਸ਼ਨਸ ਨੇ। ਔਰ ਇਹਦੇ ਵਿੱਚੋਂ ਇਹ ਨਹੀਂ ਕਿ ਤੁਹਾਨੂੰ ਅਸੀਂ ਕੋਈ ਟਿਕ ਮਾਰਕ ਕਰਕੇ ਕਹਿ ਦਾਂਗੇ ਵੀ ਇਹਦੇ ਨਾਲ ਕੋਈ, ਇਹ ਸਾਰਾ ਕੁਝ ਸਭ ਡਾਟਾ ਦਿੱਤਾ ਹੈ, ਇਹ ਵੀ ਸਾਡੀ ਸਾਈਟਾਂ ਤੇ ਅਵੇਲੇਬਲ ਹੈ ਡਾਟਾ। ਹੁਣ ਇੱਕ ਕੁਐਸਚਨ ਆਉਂਦਾ ਹੈ ਜਿਹੜਾ ਬੜਾ ਇੰਪੋਰਟੈਂਟ ਕੁਐਸਚਨ ਹੈ, ਤੁਹਾਨੂੰ ਲੱਗ ਰਿਹਾ ਸਾਡੇ ਜਨਰੇਸ਼ਨ ਦੇ ਵਿੱਚ ਮੈਰਿਜਸ ਦੀ ਕਮੀ ਹੋ ਰਹੀ ਹੈ, ਬੱਚੇ ਸ਼ਾਦੀਆਂ ਲੇਟ ਕਰ ਰਹੇ ਨੇ ਜਾਂ ਕਰ ਨਹੀਂ ਰਹੇ? ਔਰ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਵਿਸ਼ਾ ਬਣਿਆ ਹੋਇਆ ਕਿ ਵੀ ਇਹ ਕਾਰਨ ਕਿਉਂ ਆ। ਜਦੋਂ ਅਸੀਂ ਪਿਛਲ ਝਾਤ ਮਾਰਦੇ ਹਾਂ, ਜਦੋਂ ਦਾ ਤੁਸੀਂ ਜਾਂ ਮੈਂ ਆਪਾਂ ਗੱਲ ਕਰੀਏ ਵੀ 20 ਸਾਲ ਜਾਂ 25 ਸਾਲ ਪਿੱਛੇ ਜਾਈਏ ਤਾਂ 22 ਸਾਲ ਤੋਂ ਲੈ ਕੇ 25 ਸਾਲ ਤੱਕ ਦੀ ਉਮਰ ਦੇ ਵਿੱਚ ਵਿਆਹ ਹੋ ਜਾਂਦੇ, 20 ਵੀ ਕਹ ਲਓ ਤੁਸੀਂ, 20 ਵੀ ਕਹ ਲਓ, ਸਾਡੇ ਮਤਲਬ 18 ਤੇ ਹੋਏ ਹੈ। ਹਾਂ, ਉਹ ਨਾ 18 ਤੋਂ 20 ਤੱਕ ਦਾ ਜਿਹੜਾ ਉਹ ਕੁੜੀਆਂ ਦਾ, ਔਰ ਜੇ ਮੁੰਡਿਆਂ ਦੀ ਗੱਲ ਕਰੀਏ ਤਾਂ 20 ਤੋਂ 22 ਦਾ ਜਿਹੜਾ ਹੁੰਦਾ ਸੀ। ਸੋ ਅੱਜ ਦੀ ਡੇਟ ਦੇ ਵਿੱਚ ਖਾਸ ਕਰਕੇ ਜੇ ਮੈਂ ਕੁੜੀਆਂ ਦੀ ਗੱਲ ਕਰਾਂ ਤਾਂ ਮਤਲਬ ਕੋਈ ਇਹ ਡਾਟਾ ਤਾਂ ਨਹੀਂ ਹੈ, ਪਰ ਫਿਰ ਵੀ ਸਾਡੇ ਜਿਹੜੇ ਅਨੁਮਾਨ ਹੁੰਦੇ ਨੇ ਜਿਹੜੇ ਕਿ ਅਸੀਂ ਸੋਸਾਇਟੀ ਦੇ ਵਿੱਚ ਲੈ ਕੇ ਦੇਖਦੇ ਹਾਂ ਤਾਂ ਉਹ 30 ਤੋਂ ਥੱਲੇ ਵਿਆਹ ਨਹੀਂ ਕਰਵਾਉਂਦੇ। ਹੁਣ ਇੱਕ ਕੁਐਸਚਨ ਆਉਂਦਾ ਹੈ, ਬੜਾ ਦੇਖਣ ਨੂੰ ਆਉਂਦਾ ਹੈ ਕਿ 10 ਵਿੱਚੋਂ 7 ਜਾਂ 8 ਹੀ ਲੋਕ ਅੱਜ ਵਿਆਹ ਕਰ ਰਹੇ ਨੇ, 2 ਤੋਂ 3 ਨਹੀਂ ਕਰ ਰਹੇ। ਜਿਹੜੇ 7 ਤੋਂ 8 ਵਿਆਹ ਹੋ ਰਹੇ ਨੇ ਉਹ 'ਚ ਵੀ 2 ਡਿਵੋਰਸ ਜਾਂ ਸੈਪਰੇਸ਼ਨ ਤੇ ਚਲੇ ਜਾਂਦੇ ਨੇ। ਜਿਹੜੇ ਬਾਕੀ 5 ਰਹਿ ਗਏ ਉਹਨਾਂ ਵਿੱਚੋਂ ਸ਼ਾਇਦ ਇੱਕ ਪੇਰੈਂਟ ਬੇਬੀ ਨਹੀਂ ਕਰਦਾ ਜਾਂ ਬੇਬੀ ਸਿਕ ਹੈ। ਜਿਹੜੇ ਬਾਕੀ 4 ਰਹਿ ਗਏ ਉਹਨਾਂ 'ਚ 2 ਪੇਰੈਂਟ ਕਹਿੰਦੇ ਨੇ 2 ਬੇਬੀ ਕਰਨਾ ਹੈ, 2 ਪੇਰੈਂਟ ਕਹਿੰਦੇ ਨੇ 1 ਬੇਬੀ ਕਰਨਾ ਹੈ। ਬੇਬੀ ਬੂਮਰਸ ਦਾ ਟਾਈਮ ਖਤਮ ਹੋ ਗਿਆ, 1 ਜਾਂ 2 ਬੇਬੀ ਤੇ ਜਾਂ 9 ਬੇਬੀ। ਔਰ ਜੇ ਡਿਵੋਰਸ ਜਿਹੜੇ ਉਹ ਨੰਬਰ ਵੱਧ ਚੁੱਕਾ ਹੈ, ਔਰ ਕੁਝ ਲੋਕਾਂ ਦਾ ਨੰਬਰ ਅਸੀਂ ਵਿਆਹ ਹੀ ਨਹੀਂ ਕਰਨਾ। ਉਹਨਾਂ ਦੇ ਕੀ ਰੀਜ਼ਨ ਨੇ? ਇਹ ਨਹੀਂ ਕਿ ਕੋਈ ਫਾਰਮੈਲਿਟੀ ਹੈ। ਅਸੀਂ ਕਈ ਵਾਰ ਕਹਿੰਦੇ ਆ ਉਹ ਯਾਰ ਸਾਡੇ ਮੰਮੀ ਕਹਿੰਦੇ ਰਹਿੰਦੇ ਨੇ ਵਿਆਹ ਕਰ ਲੈ, ਉਹ ਕੋਈ ਸਾਇੰਸ ਹੈ ਉਹਦੇ ਪਿੱਛੇ। ਬਿਲਕੁਲ। ਇੱਕ ਵਾਰ ਮੈਂ ਦਰਸ਼ਕਾਂ ਨੂੰ ਦੱਸ ਦਵਾਂ ਕਿ ਜਿਹੜਾ ਹੁਣ ਅਸੀਂ ਬ੍ਰੇਕ ਤੋਂ ਬਾਅਦ ਕਾਰਨ ਦੱਸ ਰਹੇ ਹਾਂ ਕਿ ਵੀ ਬ੍ਰੈਸਟ ਕੈਂਸਰ ਜਾਂ ਇਸ ਤਰ੍ਹਾਂ ਦੀ ਜਿਹੜੀ ਨਾਮੁਰਾਦ ਬਿਮਾਰੀ ਹੈ, ਇਕੱਲੇ ਬ੍ਰੈਸਟ ਨਹੀਂ, ਹੋਰ ਵੀ ਇਸ ਤੋਂ ਇਲਾਵਾ ਵੀ ਜਿਹੜੇ ਕੈਂਸਰ ਹੈ 150 ਤੋਂ ਵੀ ਉੱਪਰ ਦੀ ਲੰਬੀ ਚੌੜੀ ਲਿਸਟ ਹੈ, ਜਿਹਦੇ ਵਿੱਚ ਹਰ ਤਰ੍ਹਾਂ ਦੇ ABC ਦੇ ਵੀ ਸ਼ਬਦ ਮੁੱਕ ਜਾਂਦੇ ਆ, ਪਰ ਕੈਂਸਰ ਦੀ ਜਿਹੜੀ ਕੈਟਾਗਰੀ ਹੈ ਉਹ ਨਹੀਂ ਮੁੱਕਦੀ। ਅਸੀਂ ਕਾਰਨ ਸਾਂਝੇ ਕਰ ਰਹੇ ਹਾਂ ਕਿ ਕੀ ਕਾਰਨ ਹੁੰਦੇ ਨੇ। ਸਾਡਾ ਲਾਈਫ ਸਟਾਈਲ ਜਿਹੜਾ ਕਿ ਸਾਨੂੰ ਮਹਿੰਦਰ ਜੀ ਨੇ ਦੱਸਿਆ, ਫਿਰ ਦੂਜੇ ਨੰਬਰ ਤੇ ਵਿਆਹ ਸ਼ਾਦੀ ਜਿਹੜਾ ਇੱਕ ਸਿਸਟਮ ਬਣਾਇਆ ਜਾਂਦਾ ਸੀ ਸੋਸਾਇਟੀ ਵੱਲੋਂ, ਜਾਂ ਇਹ ਕਹਿ ਲਓ ਕਿ ਪ੍ਰਮਾਤਮਾ ਵੱਲੋਂ ਇੱਕ ਜੋੜ ਮਿਲਾਪ ਮਿਲਾਏ ਜਾਂਦੇ ਸੀਗੇ, ਉਹ ਵੀ ਅਸੀਂ ਕਿਤੇ ਨਾ ਕਿਤੇ ਭੰਗ ਕਰਦੇ ਜਾ ਰਹੇ ਹਾਂ। ਟੋਟਲੀ ਕੁਦਰਤ ਨੂੰ ਅਸੀਂ ਟਿੱਚ ਜਾਣਦੇ ਹਾਂ, ਖਿਲਵਾੜ ਕਰ ਰਹੇ ਹਾਂ, ਜਿਹਦੇ ਕਰਕੇ ਬਿਮਾਰੀਆਂ ਸਾਨੂੰ ਘੇਰਾ ਪਾ ਰਹੀਆਂ। ਸੋ ਬਾਹਲੀ ਦੂਰ ਨਾ ਜਾਈਏ, ਜਿਹੜੀ ਕਰੋਨਾ ਮਹਾਮਾਰੀ ਹੈ ਸ਼ਾਇਦ ਇਹ ਸਾਡੇ ਹੀ ਆਪਣੇ ਕਾਰਨ ਬਣੇ ਨੇ। ਸਾਡੀਆਂ ਗਲਤ ਹਰਕਤਾਂ, ਸਾਡੀਆਂ ਆਪਣੀਆਂ ਲਾਈਫ ਸਟਾਈਲ ਹੈ ਜਿਹੜੀਆਂ ਉਹ ਕਰੋਨਾ ਨੂੰ ਆਵਾਜ਼ ਮਾਰ ਕੇ ਲੈ ਕੇ ਆਈਆਂ। ਸੋ ਅਸੀਂ ਹੁਣ ਬ੍ਰੈਸਟ ਕੈਂਸਰ ਦੇ ਕਾਰਨ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ। ਤੁਹਾਡਾ ਕੋਈ ਹੋਰ ਵੀ ਸਵਾਲ ਹੋਇਆ ਤਾਂ ਤੁਸੀਂ ਕਾਲ ਕਰ ਸਕਦੇ ਹੋ। ਰਮਨ ਜੀ ਕਹਿੰਦੇ ਨੇ, ਬੜਾ ਸਟ੍ਰੇਟ ਆਨਸਰ, ਮੈਂ ਲਾਈਨ ਸਟ੍ਰੇਟ ਪੜਾਂਗਾ, ਬ੍ਰੈਸਟ ਫੀਡਿੰਗ ਕਰਨ ਦੇ ਨਾਲ, ਬੱਚੇ ਨੂੰ ਦੁੱਧ ਪਿਆਉਣ ਦੇ ਨਾਲ ਬ੍ਰੈਸਟ ਕੈਂਸਰ ਤੋਂ ਬਚਿਆ ਜਾ ਸਕਦਾ ਹੈ। ਵਾਹ, ਔਰ ਕਿੱਡੀ ਸੌਖੀ ਚੀਜ਼ ਹੈ। ਬੇਬੀ ਤਾਂ ਬੌਰਨ ਹੋਏਗਾ ਜੇ ਸ਼ਾਦੀਆਂ ਹੋਣਗੀਆਂ ਤੇ ਬੇਬੀ ਆਏਗਾ, ਰਾਈਟ? ਵਰਡ ਹੈ ਬ੍ਰੈਸਟ ਫੀਡਿੰਗ ਸਾਨੂੰ ਬ੍ਰੈਸਟ ਕੈਂਸਰ ਤੋਂ ਪ੍ਰੋਟੈਕਟ ਕਰਦੀ ਹੈ ਜੀ। ਔਰ ਮਹਿੰਦਰ ਜੀ, ਜਿਹੜਾ ਤੁਸੀਂ ਇਹ ਗੱਲ ਕਹੀ ਹੈ ਨਾ ਕਿ ਜਿਹੜੀ ਜੇ ਕੋਈ ਮਾਂ ਆਪਦੇ ਬੱਚੇ ਨੂੰ ਆਪਦਾ ਦੁੱਧ ਪਿਆਉਂਦੀ ਹੈ ਤਾਂ ਉਹਨੂੰ
ਇਹ ਬ੍ਰੈਸਟ ਕੈਂਸਰ ਦੀ ਜਿਹੜੀ ਬਿਮਾਰੀ ਆ ਹੋ ਸਕਦਾ ਨਾ ਹੋਵੇ, ਨਾ ਦੇ ਬਰਾਬਰ। ਬਿਲਕੁਲ ਜੀ, ਬਿਲਕੁਲ ਨਾ ਹੋਵੇ, ਨਾ ਦੇ ਬਰਾਬਰ ਹੈ। ਇਹਦੇ ਪਿੱਛੇ ਇੱਕ ਗੱਲ ਹੋਰ, ਪਰ ਜੋ ਅੱਜ ਹਾਲਾਤ ਹੈ, ਗਲੈਮਰਾਈਜ਼ ਜਿਹੜਾ ਜ਼ਮਾਨਾ ਚੱਲ ਰਿਹਾ, ਉਹਦੇ ਪਿੱਛੇ ਇਹ ਹੈ ਕਿ ਜੇ ਮਾਵਾਂ, ਮਾਫ ਕਰਨਾ ਫਿਰ ਮੈਂ ਕਿਸੇ ਨੂੰ ਪਿਨ ਪੁਆਇੰਟ ਨਹੀਂ ਕਰ ਰਿਹਾ, ਮਾਵਾਂ ਇਹ ਕਹਿੰਦੀਆਂ ਜੇ ਮੈਂ ਬੱਚਾ ਮੈਂ ਜ਼ਰੂਰ ਜੰਮਤਾ ਪਰ ਆਪਦਾ ਦੁੱਧ ਨਹੀਂ ਪਿਉਣਾ, ਵੀ ਮੇਰੇ ਸਰੀਰ ਦੀ ਬਣਾਵਟ ਨਾ ਖਰਾਬ ਹੋ ਜੇ, ਮੇਰੀ ਫਿਗਰ ਨਾ ਖਰਾਬ ਹੋ ਜੇ। ਬੜੀ ਹੈਰਾਨੀ ਵਾਲੀ ਇਹ ਵੀ ਡਾਟਾ ਨੇ। ਦੂਜੀ ਚੀਜ਼ ਜੀ, ਜਿਹੜੀ ਲੇਡੀ ਫੁੱਲ ਪ੍ਰੈਗਨੈਂਸੀ ਪੀਰੀਅਡ ਸਰਵ ਕਰ ਲੈਂਦੀ ਹੈ, 9 ਮੰਥ ਦਾ ਪੀਰੀਅਡ ਜਾਂ ਛੋਟ ਜੋ ਵੀ 8-9 ਮੰਥ ਦਾ ਪੀਰੀਅਡ ਆ ਜਾਂਦਾ ਹੈ, ਜਿਹੜੀ ਲੇਡੀ ਜਿੰਨੇ ਵਾਰ ਇਸ ਪੀਰੀਅਡ ਦੇ ਥਰੂ ਜਾਂਦੀ ਹੈ, ਪ੍ਰੈਗਨੈਂਸੀ ਪੀਰੀਅਡ ਦੇ ਥਰੂ, ਉਹਨਾਂ ਦੇ ਬ੍ਰੈਸਟ ਕੈਂਸਰ ਦੇ ਚਾਂਸ ਘਟ ਜਾਂਦੇ ਨੇ। ਬਹੁਤ ਅੱਛਾ। ਇੱਕ ਹੋਰ ਵੱਡੀ ਗੱਲ ਜਿਹੜੀ ਹੈਰਾਨੀਜਨਕ ਵੀ ਕਹਿ ਸਕਦੇ ਹੋ ਜਾਂ ਇਨਫੋਰਮੇਟਿਵ ਤੁਸੀਂ ਕਹਿ ਸਕਦੇ ਹੋ, ਜਿਨ੍ਹਾਂ ਦੇ ਪ੍ਰੈਗਨੈਂਸੀ 30 ਉਮਰ ਤੋਂ ਪਹਿਲੇ ਆ ਜਾਂਦੀ ਹੈ, 30 ਸਾਲ ਤੋਂ ਪਹਿਲਾਂ, ਜਿਹੜਾ ਫੁੱਲ ਪ੍ਰੈਗਨੈਂਸੀ ਪੀਰੀਅਡ, ਜਿਹੜੇ ਉਹ ਹਾਰਮੋਨਸ ਬੰਦੇ ਨੇ, ਜਿਹੜੇ ਉਹ ਤੁਸੀਂ ਕਹਿ ਲਓ ਕਿ ਇੱਕ ਸੈਨਾ ਖੜੀ ਹੋ ਗਈ ਕੈਂਸਰ ਦੇ ਖਿਲਾਫ, ਇੰਟਰਨਲ ਫੌਜ ਖੜੀ ਹੋ ਗਈ, ਸ਼ਾਦੀਆਂ ਕੀਤੀਆਂ ਟਾਈਮ ਤੇ, ਬੇਬੀ ਟਾਈਮ ਤੇ ਬੋਰਨ ਹੋਏ 30 ਤੋਂ ਪਹਿਲਾਂ, ਤੇ ਮਦਰ ਨੇ ਬ੍ਰੈਸਟ ਫੀਡਿੰਗ ਕੀਤੀ, ਬਹੁਤ ਸਾਰਾ ਬ੍ਰੈਸਟ ਕੈਂਸਰ ਦਾ ਨੰਬਰ ਖਤਮ। ਜ਼ੀਰੋ ਤਾਂ ਨਹੀਂ ਅਸੀਂ ਕਦੇ ਵੀ ਯੂਜ਼ ਕਰਾਂਗੇ, ਬਹੁਤ ਨੰਬਰ ਘਟ ਗਿਆ। ਉਹਦੇ ਬਾਅਦ ਅਸੀਂ ਸ਼ਰਾਬ ਨਹੀਂ ਪੀਤੀ, ਨਸ਼ੇ ਨਹੀਂ ਕੀਤੇ, ਆਪਣੇ ਵਜਨ ਨੂੰ ਨਹੀਂ ਵਧਾਇਆ, ਪ੍ਰੋਪਰ ਫਿਜ਼ੀਕਲ ਐਕਟੀਵਿਟੀ ਕੀਤੀ, ਪ੍ਰੀਜ਼ਰਵੇਟਿਵਸ ਤੋਂ ਬਚੇ, ਜਿੱਦਾਂ ਫ੍ਰੀਜ਼ਰ, ਪ੍ਰੋਸੈਸ ਫੂਡ। ਜੇ ਅਸੀਂ ਇਹ ਲਾਈਫਸਟਾਈਲ ਸਾਡੀ ਪਲੇਟ 'ਚ ਕੀ ਖਾ ਰਹੇ ਹਾਂ, ਫਰੂਟ ਕਿਹੜਾ ਪਿਆ ਹੈ, ਔਰੇਂਜ ਫੂਡ ਹੈ ਕਿ ਨਹੀਂ। ਇੱਕ ਹੈਰਾਨੀ ਦੀ ਗੱਲ ਹੈ, 7 ਰੰਗ 7 ਦਿਨ ਰੇਨਬੋ, ਇੱਕ ਦਿਨ ਇੱਕ ਕਲਰ ਦਾ ਫਰੂਟ ਖਾ ਲਓ। ਔਰ ਦੇਖੋ ਕੁਦਰਤ ਨੇ ਕਿਵੇਂ 7 ਰੰਗ ਬਣਾਏ ਨੇ। ਹਾਂ ਨਹੀਂ, ਰੰਗ ਵੀ ਦੇਖੋ, ਰੇਨਬੋਜ਼ ਵੀ ਦੇਖੀਆਂ, ਉਸ ਤੋਂ ਬਾਅਦ ਫਰੂਟਸ ਦੀ ਗੱਲ ਕਰੀਏ, ਵੈਜੀਟੇਬਲਸ ਜੀ, ਉਹਦੇ ਵਿੱਚ ਵੀ ਰੰਗਾਂ ਨੂੰ ਭਰਿਆ ਹੋਇਆ ਕਿ ਵੀ ਤੁਸੀਂ ਆਹ ਦਿਨ ਜਿਹੜੇ ਤੁਸੀਂ ਵੰਡ ਕੇ ਵੀ ਖਾ ਲਓ। ਵੀ ਕਈ ਵਾਰੀ ਕਹਿੰਦੇ ਨੇ ਵੀ ਇੱਕੋ ਚੀਜ਼ ਖਾ ਕੇ ਬੰਦਾ ਜਿਹੜਾ ਉਹ ਬੋਰ ਹੋ ਜਾਂਦਾ, ਕੁਦਰਤ ਨੇ ਸਾਨੂੰ ਬੋਰ ਹੋਣ ਤੋਂ ਵੀ ਬਚਾਇਆ। ਬਿਲਕੁਲ। ਹੁਣ ਤੁਸੀਂ ਦੇਖੋ, ਜੇ ਸ਼ਾਦੀਆਂ ਘਟਣਗੀਆਂ ਤੇ ਨਾਰਮਲੀ ਪ੍ਰੈਗਨੈਂਸੀ ਪੀਰੀਅਡ ਵੀ ਨਹੀਂ ਆਏਗਾ, ਔਰ ਜੇ ਪ੍ਰੈਗਨੈਂਸੀ ਪੀਰੀਅਡ ਨਹੀਂ ਆਏਗਾ ਤੇ ਬੇਬੀ ਬੋਰਨ ਨਹੀਂ ਹੋਏਗਾ, ਬੇਬੀ ਬੋਰਨ ਨਹੀਂ ਹੈ ਤੇ ਬ੍ਰੈਸਟ ਫੀਡਿੰਗ ਨਹੀਂ ਆਏਗੀ। ਉਹ ਸਾਰੀ ਚੀਜ਼ਾਂ ਇੱਕ ਬੜਾ ਵੱਡਾ ਕਾਰਨ ਸੀਗਾ ਸਾਡੇ ਬ੍ਰੈਸਟ ਕੈਂਸਰ ਦਾ। ਇਹੀ ਕਾਰਨ ਹੈ ਕਿ ਬ੍ਰੈਸਟ ਕੈਂਸਰ ਦੀ ਪਰਸੈਂਟੇਜ ਇੰਨੀ ਜ਼ਿਆਦਾ ਉੱਪਰ ਜਾ ਰਹੀ ਕਿਉਂ ਵੱਧ ਗਈ ਹੈ। ਲਾਈਫਸਟਾਈਲ ਤਾਂ ਹੀ, ਖਾਣਾ ਪੀਣਾ, ਨੀਂਦ ਤਾਂ ਹੀ, ਬਈ ਜਿਹੜੇ ਸਾਡੇ ਪਲੇਟ 'ਚ ਕੀ ਖਾਇਆ ਜਾ ਰਿਹਾ ਉਹਦਾ ਸਾਨੂੰ ਪਤਾ ਨਹੀਂ ਹੈ ਕਿ ਅਸੀਂ ਕਿਹੜੇ ਲੈਵਲ ਦੀ ਚੀਜ਼ਾਂ ਖਾਣੀਆਂ, ਪਰ ਇਹ ਕਾਰਨ ਉਹਦੇ ਨਾਲੋਂ ਬਹੁਤ ਵੱਡੇ ਕਾਰਨ ਹੈ। ਪਰ ਹੁਣ ਪਾਰਟ 2 ਆਇਆ ਕਿ ਜੇ ਹੋ ਗਿਆ, ਹੁਣ ਤਾਂ ਕਿ ਅਸੀਂ ਸਾਰਾ ਧਿਆਨ ਰੱਖਿਆ ਫਿਰ ਵੀ ਹੋ ਗਿਆ, ਹੁਣ ਆਪਾਂ ਸਮਾਧਾਨ ਦੇਖਣੇ ਆ। ਸਮਾਧਾਨ ਹੋ ਗਿਆ। ਹੁਣ ਉਹਦੇ ਤੇ ਇੱਕ ਵਰਡ ਆਉਂਦਾ ਹੈ, ਇੱਕ ਵਰਡ ਕਾਫੀ ਲੋਕਾਂ ਨੂੰ ਪਤਾ ਹੋਏਗਾ, ਪ੍ਰੋਫਾਈਲੈਕਟਿਕ। ਇਹਨੂੰ ਕਹਿੰਦੇ ਆਪਾਂ ਮੈਸੈਕਟੋਮੀ ਤੇ ਇਹਨੂੰ ਕਹਿੰਦੇ ਆਪਾਂ ਆਫਰੈਕਟੋਮੀ। ਮੈਸੈਕਟੋਮੀ, ਆਫਰੈਕਟੋਮੀ, ਇਹ ਕੀ ਵਰਡ ਹੈ ਕਿ ਇੱਕ ਜੋ ਬ੍ਰੈਸਟ ਰਿਮੂਵ ਕਰ ਦਿੰਦੇ ਨੇ ਤਾਂ ਕਿ ਸਰੀਰ 'ਚ ਵੱਧ ਨਾ ਜਾਏ, ਫੈਲ ਨਾ ਜਾਏ ਐਟਲੀਸਟ। ਦੂਜਾ 'ਚ ਓਵਰੀਜ਼ ਰਿਮੂਵ ਕਰ ਦਿੰਦੇ ਨੇ ਤਾਂ ਕਿ ਬ੍ਰੈਸਟ ਕੈਂਸਰ ਤੱਕ ਨਾ ਫੈਲ ਜਾਏ। ਜਦੋਂ ਡਾਕਟਰ ਨੂੰ ਲੱਗਦਾ ਹੈ ਇਹ ਰਿਸਕ ਹੈ, ਜਦੋਂ ਡਾਕਟਰ ਨੂੰ ਲੱਗਦਾ ਹੈ ਇਹ ਸਰੀਰ 'ਚ ਫੈਲ ਸਕਦਾ ਹੈ ਤੇ ਜ਼ਿੰਦਗੀ ਤਾਂ ਬਚਾਣੀ ਹੈ, ਉਹਨਾਂ ਨੂੰ ਜਿੱਦਾਂ ਹੀ ਸ਼ੱਕ ਹੁੰਦਾ ਹੈ ਜਾਂ ਕਿਹੜੇ ਡਿਸੀਜਨ ਆਉਂਦੇ ਨੇ, ਕਿਸ ਤਰ੍ਹਾਂ ਸਟੱਡੀ ਕਰਦੇ ਨੇ, ਦੇ ਰਿਮੂਵ ਦਾ ਥਿੰਗਸ। ਤੇ ਜੇ ਸਾਨੂੰ ਲੱਗਦਾ ਹੈ ਕਿ ਕੋਈ ਚੀਜ਼ ਐਦਾਂ ਦੀ ਹੈ, ਸਾਨੂੰ ਡਾਕਟਰ ਤੋਂ ਮਿਲ ਕੇ ਜੋ ਵੀ ਉਹਨਾਂ ਦੇ ਉਪਚਾਰ ਨੇ ਸਾਨੂੰ ਇਹ ਕਰ ਲੈਣੇ ਚਾਹੀਦੇ ਨੇ। ਉਹਦੇ ਬਾਅਦ ਹੁਣ ਸਾਨੂੰ ਹੋ ਗਿਆ, ਚਲੋ ਬ੍ਰੈਸਟ ਰਿਮੂਵ ਹੋ ਗਈ ਜਾਂ ਬ੍ਰੈਸਟ ਕੈਂਸਰ ਦਾ ਪਤਾ ਲੱਗ ਗਿਆ, ਹਾਲੇ ਬ੍ਰੈਸਟ ਰਿਮੂਵ ਨਹੀਂ ਹੋਈ, ਸਰਜਰੀਜ਼ ਨਹੀਂ ਹੋਈ, ਅਸੀਂ ਕਰਨਾ ਕੀ ਹੈ? ਸੋਚੀ ਜਾਣਾ ਹੈ, ਕਿਹਦੇ ਨਾਲ ਗੱਲ ਕਰੀਏ? ਰਮਨ ਜੀ ਨੂੰ ਸਾਰੀ ਚੀਜ਼ਾਂ ਦਾ ਪਤਾ ਹੈ, ਸ਼ਾਇਦ ਇਸ ਟੌਪਿਕ ਬਾਰੇ ਨਹੀਂ ਪਤਾ ਹੋਏਗਾ। ਡਾਕਟਰ ਤੇ ਕੋਈ ਹਰੀ ਦੇ ਫੈਮਿਲੀ 'ਚ ਨਹੀਂ ਹੈਗਾ, ਜੇ ਹੋਏਗਾ ਤੇ ਸ਼ਾਇਦ ਉਹ ਟਾਈਮ ਨਾ ਹੋਏ, ਫੈਮਿਲੀ 'ਚ ਬੱਚਾ ਹੋਏ ਤਾਂ ਗੱਲ ਕਰ ਸਕਦਾ। ਕਿੰਨੇ ਕੁ ਫੈਮਲੀਆਂ ਦੇ ਘਰ ਡਾਕਟਰਸ ਨੇ, ਬਹੁਤ ਛੋਟਾ ਨੰਬਰ ਹੈ। ਹੁਣ ਉਹਨਾਂ ਨੇ ਕੀ ਕੀਤਾ ਹੈ, ਇਸ ਖਾਸ ਮੰਥ ਤੇ ਜਿਹਨੂੰ ਆਪਾਂ ਕਹਿੰਦੇ ਆ ਬ੍ਰੈਸਟ ਕੈਂਸਰ ਅਵੇਅਰਨੈਸ ਮੰਥ, ਉਹਨਾਂ ਨੇ ਜੀ ਵੈਬੀਨਾਰਸ ਰੱਖੇ ਹੋਏ ਨੇ। ਅੱਛਾ, ਵੈਬੀਨਾਰਸ ਆਰ ਗੋਇੰਗ ਥਰੂ ਆਊਟ ਦਾ ਮੰਥ। ਉੱਥੇ ਤੁਹਾਨੂੰ ਵੈਬੀਨਾਰ ਦਾ ਮਤਲਬ ਹੈ ਕਿ ਕੋਈ ਮੀਟਿੰਗ ਚੱਲ ਰਹੀ ਹੈ, ਤੁਸੀਂ ਉਹਨੂੰ ਜੁਆਇਨ ਕਰਕੇ ਉਹਨਾਂ ਦਾ ਸਾਰਾ ਲੈਕਚਰ ਤੁਸੀਂ ਸੁਣ ਸਕਦੇ ਹੋ। ਪਹਿਲੇ ਹੋ ਵਿੱਚ ਕਲਾਸਿਸ ਮਿਲ ਜਾਂਦੀਆਂ ਸੀ, ਸੈਮੀਨਾਰ, ਹੁਣ ਸੈਮੀਨਾਰ ਬਣ ਗਿਆ ਵੈਬੀਨਾਰ। ਇੱਕ ਐਗਜ਼ਾਮਪਲ ਲਈ 22 ਅਕਤੂਬਰ ਨੂੰ ਬ੍ਰੈਸਟ ਕੈਂਸਰ ਦਾ ਵੈਬੀਨਾਰ ਹੈ। ਅੱਛਾ, 22 ਅਕਤੂਬਰ ਨੂੰ ਜੀ। ਤੁਸੀਂ ਕੈਮਰੇ ਵੱਲ ਸਾਰਾ ਦੱਸ ਦਿਓ ਜੋ ਵੀ ਜੇ ਆਪਾਂ ਲਿੰਕ ਕਿਸ ਤਰ੍ਹਾਂ ਦੇਣਾ ਹੈ, ਆਪਾਂ ਉਹਦਾ ਤਰੀਕਾ ਦੇਖਾਂਗੇ, ਆਪਾਂ ਲੋਕਾਂ ਨੂੰ ਕਿਸ ਤਰ੍ਹਾਂ ਲਿੰਕ ਦੇਣਾ ਹੈ। ਜੇ ਆਪਾਂ cancer.ca ਤੇ ਜਾਂਦੇ ਆ, ਉਹਦੇ ਵਿੱਚ
ਹਸਪੀਟਲ ਦੀ ਵੈਬਸਾਈਟ ਹੈ ਔਮਨ ਕਾਲਜ ਵੈਬਸਾਈਟ, ਜਾਂ ਉਹਨਾਂ ਨੇ ਇਵੈਂਟ ਬ੍ਰਾਈਟ ਦਾ ਲਿੰਕ ਦਿੱਤਾ ਹੋਇਆ। ਕਈ ਵਾਰ ਸਰਚ ਨਹੀਂ ਹੁੰਦਾ ਲਿੰਕ ਕਿੱਥੇ ਲਿਖਿਆ ਹੈ, ਅਸੀਂ ਸਰਚ ਕਰੀਏ ਕਿ ਬ੍ਰੈਸਟ ਕੈਂਸਰ ਮੰਥ ਗੂਗਲ ਕਰਕੇ ਲੱਭ ਜਾਏਗਾ। ਉਹਨਾਂ ਨੇ ਸਾਨੂੰ ਵੈਬੀਨਾਰ ਸੈਮੀਨਾਰਸ ਦਿੱਤੇ ਨੇ, ਉਹ ਕੋਈ ਨਾ ਕੋਈ ਡੇਟ ਤੇ ਕੋਈ ਨਾ ਕੋਈ ਵੈਬੀਨਾਰ ਕਰ ਰਹੇ ਨੇ। ਐਗਜ਼ਾਮਪਲ 22 ਅਕਤੂਬਰ ਨੂੰ ਇਵੈਂਟ ਬ੍ਰਾਈਟ ਤੇ ਰਜਿਸਟਰ ਕਰਦੇ ਹਾਂ ਅਸੀਂ। ਇਵੈਂਟ ਬ੍ਰਾਈਟ ਤੇ ਰਜਿਸਟਰ ਕਰਕੇ ਕੋਈ ਕਾਸਟ ਨਹੀਂ ਹੈ, ਡੋਨੇਸ਼ਨ ਤੁਸੀਂ ਕਰ ਸਕਦੇ ਹੋ ਜਿੱਦਾਂ ਮਨ ਆਉਂਦਾ ਹੈ, ਪਰ ਕੋਈ ਕਾਸਟ ਨਹੀਂ ਹੈ। 22 ਅਕਤੂਬਰ ਨੂੰ ਸ਼ਾਮੀ 4 ਵਜੇ ਉਹ ਕਰ ਰਹੇ ਨੇ ਬ੍ਰੈਸਟ ਕੈਂਸਰ ਦਾ ਵੈਬੀਨਾਰ। 31 ਅਕਤੂਬਰ ਨੂੰ ਉਹ ਕਰ ਰਹੇ ਨੇ ਬ੍ਰੈਸਟ ਕੈਂਸਰ ਇਨ ਯੰਗ ਵੂਮਨ। ਯੰਗ ਵੂਮਨ 'ਚ ਬ੍ਰੈਸਟ ਕੈਂਸਰ ਕਿਉਂ ਹੋ ਰਿਹਾ ਹੈ ਜੀ। ਇੱਕ ਵੈਬੀਨਾਰ ਉਹ ਕਰ ਰਹੇ ਨੇ ਐਡੋਲੈਸੈਂਟ ਗਰਲਸ ਵਿੱਚ ਇਹ ਵੀ ਇਸ਼ੂਜ਼ ਨੇ। ਅੱਛਾ। ਉਹਦੇ ਬਾਅਦ ਕੁਝ ਯੰਗ ਵੂਮਨ ਜਿਨ੍ਹਾਂ ਨੂੰ ਐਪੀਲੈਪਸਿਸ ਦੀ ਪ੍ਰੋਬਲਮ ਨੇ। ਉਹਦੇ ਬਾਅਦ ਉਹਨਾਂ ਨੇ ਇੱਕ ਇਸ ਤਰ੍ਹਾਂ ਦਾ ਵੈਬੀਨਾਰ ਰੱਖਿਆ ਜਿਹੜਾ ਬੜਾ ਹੀ ਪਰਫੈਕਟ ਵੈਬੀਨਾਰ ਹੈ, ਉਹਨੂੰ ਕਹਿੰਦੇ ਨੇ BRA। ਇਕੱਠਾ ਵਰਡ ਬੋਲਾਂਗੇ ਉਹ ਤੁਹਾਨੂੰ ਬੜਾ ਸੁਣਾਈ ਦੇਗਾ, ਬਟ ਇਟਸ BRA, ਬ੍ਰੈਸਟ ਰਿਕਵਰੀ ਅਵੇਅਰਨੈਸ। ਬਹੁਤ ਅੱਛਾ ਨਾਮ ਵੀ ਉਹਨਾਂ ਨੇ ਮਿਲਦਾ ਜੁਲਦਾ ਰੱਖਿਆ, ਬ੍ਰੈਸਟ ਰਿਕਵਰੀ ਅਵੇਅਰਨੈਸ। ਜਿਨ੍ਹਾਂ ਨੂੰ ਲੱਗਦਾ ਹੈ ਕਿ ਸਾਨੂੰ ਰੀਕਨਸਟਰਕਸ਼ਨ ਅਵੇਅਰਨੈਸ ਹੈ ਕਿ ਅਸੀਂ ਆਪਣੀ ਬ੍ਰੈਸਟ ਨੂੰ ਵਾਪਸ ਚਾਹੁੰਦੇ ਹਾਂ, ਸਰਜਰੀਜ਼, ਇੰਪਲਾਂਟੇਸ਼ਨਸ ਜਾਂ ਰਿਮੂਵ ਹੋ ਗਈ ਤੇ ਅਸੀਂ ਹੁਣ ਕਿੱਦਾਂ ਜੀਣਾ ਹੈ, ਲਾਈਫ ਕਿੱਦਾਂ ਜਾਣੀ ਹੈ। ਉਹ BRA ਜਿਹੜਾ ਡੇ ਹੈ ਉਹ 21 ਅਕਤੂਬਰ ਨੂੰ ਮਨਾਇਆ ਜਾਏਗਾ। 21 ਅਕਤੂਬਰ ਨੂੰ ਮਨਾਇਆ ਜਾਏਗਾ, ਪ੍ਰੋਪਰ ਡੇ ਮਨਾਇਆ ਜਾਏਗਾ, BRA ਡੇ ਔਨ 21 ਅਕਤੂਬਰ। ਜਿਨ੍ਹਾਂ ਨਾਲ ਹੋ ਚੁੱਕਾ ਹੈ ਉਹਨਾਂ ਲਈ ਹੈ। ਠੀਕ ਹੈ। ਜਿਨ੍ਹਾਂ ਨਾਲ ਪ੍ਰੋਬਲਮਸ ਆ ਚੁੱਕੀ ਨੇ ਇਹ ਉਹਨਾਂ ਲਈ ਹੈ। ਅੱਛਾ ਲੱਗੇਗਾ ਸੁਣ ਕੇ ਜਦੋਂ ਸਾਰੇ ਲੋਕ ਤੁਹਾਡੇ ਵਰਗੇ ਗੱਲ ਕਰਨਗੇ, ਉਹ ਦੱਸਣਗੇ ਕੁਝ ਨਹੀਂ ਹੈ ਯਾਰ, ਬਟ ਹਰ ਇੱਕ ਚੀਜ਼ ਦਾ ਸੋਲੂਸ਼ਨ ਹੈ। ਲੈਟਸ ਰਿਵਾਈਵ ਦ ਲਾਈਫ। ਇਹ ਥੋੜੀ ਚੀਜ਼ ਬਾਰੇ ਸੋਚੀ ਟਿਕਟ ਲੱਗ ਗਈ ਤਾਂ ਮੇਰੀ ਦੁਨੀਆ ਖਤਮ ਹੋ ਗਈ, ਜੌਬ ਘੰਟੇ ਕੱਟ ਗਏ ਤਾਂ ਦੁਨੀਆ ਨਹੀਂ। ਇਟਸ ਜਸਟ ਲਾਈਕ ਬਾਹਰ ਨਿਕਲੋ, ਪॉजिटिव होवो, क्योंकि 50% ऑफ द वर्ल्ड वुमेन ही है। घर वुमेन तो ही चलता है। बिल्कुल। औरत आंदी है ते कर लेंदा जी करता है। औरत घर दा धुरा हुंदी है। बिल्कुल जी। घर क्यों बंदा जी, मैंने लगता है जी लेडीज दा रोल खत्म हो जाए, ਅਸੀਂ ਘਰ ਹੀ ਖਰੀਦਣਾ ਬੰਦ ਕਰ ਦਈਏ। ਸਹੀ ਹੈ। ਤੇ ਇਹ ਸਾਰੇ ਸੈਮੀਨਾਰ ਸਾਨੂੰ ਇਵੈਂਟ ਬ੍ਰਾਈਟ ਤੇ ਮਿਲਣਗੇ। cancer.ca ਤੁਸੀਂ ਇੱਕ ਵੈਬਸਾਈਟ ਨੂੰ ਯਾਦ ਰੱਖੋ ਜੀ। canada.ca ਇਹ ਵੀ ਇੱਕ ਵੈਬਸਾਈਟ ਤੁਸੀਂ ਯਾਦ ਰੱਖੋ, ਪਬਲਿਕ ਹੈਲਥ। ਉਹਦੇ ਬਾਅਦ ਤੁਸੀਂ ਇਹ ਗੂਗਲ ਕਰ ਲਓ BRA ਡੇ, ਉੱਥੋਂ ਸ਼ਾਇਦ ਤੁਹਾਨੂੰ ਲਿੰਕ ਮਿਲ ਜਾਏ ਜੀ। ਵੂਮਨ ਕਾਲਜ ਵੈਬਸਾਈਟਸ ਨੇ, ਉਹਦੇ ਵਿੱਚ ਇਹ ਸਾਨੂੰ ਲਿੰਕ ਮਿਲ ਜਾਣਗੇ ਤੇ ਜੇ ਅਸੀਂ ਸਰਚ ਕਰਨ ਦੀ ਕੋਸ਼ਿਸ਼ ਕਰਾਂਗੇ ਸਾਨੂੰ ਇਹ ਸਾਰੀ ਚੀਜ਼ਾਂ ਮਿਲ ਜਾਣਗੀਆਂ। ਜੇ ਕਿਸੇ ਨੂੰ ਡਾਇਰੈਕਟ ਲਿੰਕ ਚਾਹੀਦੇ ਨੇ ਮੈਂ ਤੁਹਾਨੂੰ ਫਾਰਵਰਡ ਕਰ ਦੇਣਾ, ਉਹ ਤੁਹਾਡੇ ਕੰਟੈਕਟ ਚ ਲੈ ਕੇ ਤੁਸੀਂ ਡਾਇਰੈਕਟ ਇੱਕ ਲਿੰਕ ਤੇ ਵਰਡ ਮਾਰਨਗੇ, ਜਸਟ ਫਿੰਗਰ ਟੱਚ ਕਰਨਗੇ, ਪੂਰਾ ਲਿੰਕ ਉਹਨਾਂ ਨੂੰ ਰਜਿਸਟ੍ਰੇਸ਼ਨ ਤੇ ਲੈ ਜਾਏਗਾ। ਕਿਉਂ ਕੈਂਸਰ ਵੱਧ ਰਿਹਾ ਹੈ, ਖਾਣਾ ਪੀਣਾ ਕੀ ਹੈ, ਸਾਨੂੰ ਖਿਆਲ ਕਿਹੜੀ ਚੀਜ਼ ਦਾ ਰੱਖਣਾ ਹੈ, ਸ਼ਾਦੀਆਂ ਕਿਉਂ ਇੰਪੋਰਟੈਂਟ ਨੇ, ਸਾਡੀ ਕਿਹੜੀ ਏਜ ਇੰਪੋਰਟੈਂਟ ਹੈ, ਆਪਣੀ ਸਕਰੀਨਿੰਗ ਕਿੱਦਾਂ ਕਰਨੀ ਹੈ, ਮੈਮੋਗ੍ਰਾਮ ਕਿੱਦਾਂ ਕਰਾਉਣਾ ਹੈ, ਜਨਮ ਦੇਣਾ, ਬੱਚਿਆਂ ਨੂੰ ਦੁੱਧ ਪਿਆਉਣਾ ਕਿਉਂ ਜ਼ਰੂਰੀ ਹੈ, ਮੈਮੋਗ੍ਰਾਮ ਕਿਉਂ ਕਰਾਉਣਾ ਹੈ, ਕਿਹੜੀ ਏਜ ਤੇ ਕਰਾਉਣਾ ਹੈ। ਜੇ ਤੁਹਾਡੀ ਫੈਮਿਲੀ ਹਿਸਟਰੀ ਹੈ ਡਾਕਟਰ ਨੂੰ ਦੱਸੋ, ਕੰਸਲਟੇਸ਼ਨ ਕਰੋ ਕਿ ਮੈਂ ਕੈਂਸਰ ਲਈ ਵਰੀਡ ਹਾਂ, ਇੰਨਾ ਸੁਣਦੀ ਹਾਂ, ਮੈਂ ਕੀ ਕਰਾਂ। ਹਸਬੈਂਡ ਨਾਲ ਜਦੋਂ ਮੀਟਿੰਗ ਹੋਏ ਜਾਂ ਤੁਹਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਤੁਸੀਂ ਭੇਜੋ। ਜਦੋਂ ਫੈਮਿਲੀ ਫਰੈਂਡ ਗੈਟ ਟੂਗੇਦਰ ਹੋਣ, ਲੇਡੀਜ਼ ਨੂੰ 15 ਮਿੰਟ ਵੱਖਰਾ ਕਮਰਾ ਦੇ ਦਿਓ, ਗਾਇਸ ਆਪਸ ਚ ਗੱਲ ਕਰੋ। ਜਿੱਦਾਂ ਅਸੀਂ ਨਹੀਂ ਇਕੱਠੇ ਹੋ ਜਾਂਦੇ ਬੰਦੇ ਕਈ ਵਾਰ, ਚੱਲ ਯਾਰ ਡਰਿੰਕ ਟਾਈਮ ਹੋ ਗਿਆ, ਲੇਡੀਜ਼ ਨੂੰ ਕੋਲ ਤੁਹਾਡਾ ਟਾਈਮ ਹੈ, ਜਸਟ ਇੰਜੋਏ 15-20 ਮਿੰਟ, ਲੈਟਸ ਟਾਕ। ਜੇ ਜ਼ਿਆਦਾ ਕਰੇ ਤਾਂ ਮਾਸਕ ਪਾਏ ਹੋਏ ਨੇ, ਵੈਸੇ ਅੱਜ ਜਿਹੜਾ ਤੁਸੀਂ ਵਰਡ ਕਿਹਾ ਸੀ ਸੰਗਲ ਵਾਲਾ ਖਤਮ ਹੋ ਜਾਏਗਾ, ਵੈਸੇ ਨਹੀਂ ਹੋਣੀ। ਮੈਨੂੰ ਜੀ ਬੌਰਨ ਕੈਨੇਡੀਅਨ ਬੱਚੇ ਦਾ ਮੈਸੇਜ ਆਇਆ ਹੈ, ਕਹਿੰਦੇ ਸੌਰੀ ਥੋੜੇ ਜਿਹੇ ਹਾਰਡ ਵਰਡ ਹੈ, ਮੈਂ ਮਾਫੀ ਪਹਿਲੇ ਹੀ ਕੈਮਰੇ ਤੇ ਸਾਰਿਆਂ ਤੋਂ ਮੰਗ ਲੈਂਦੇ ਆ। ਕਹਿੰਦੇ ਸਾਡੇ ਪੇਰੈਂਟਸ ਇੰਨੀ ਵੱਡੀ ਫੈਮਿਲੀਜ਼ ਨੇ, ਅਸੀਂ 26 ਸਾਲ ਕੈਨੇਡਾ 'ਚ ਬੌਰਨ ਹੋਏ ਆ, ਸਾਡੇ ਪੇਰੈਂਟਸ ਦਾ ਇੱਧਰ ਜ਼ਿਆਦਾ ਧਿਆਨ ਰਹਿੰਦਾ ਹੈ ਕਿ ਬਾਕੀ ਰਿਸ਼ਤੇਦਾਰਾਂ 'ਚ ਕੀ ਚੱਲ ਰਿਹਾ ਹੈ। ਦੇਖੋ ਸਾਡੇ ਵੱਲ ਨਹੀਂ ਧਿਆਨ ਰਿਹਾ ਉਹਨਾਂ ਦਾ। ਅੱਜ ਮੈਨੂੰ ਪ੍ਰੋਬਲਮ ਆ ਰਹੀ ਹੈ, ਮੈਂ ਆਪਣੇ ਪੇਰੈਂਟ ਨਾਲ ਨਹੀਂ ਗੱਲ ਕਰ ਰਹੀ, ਮੈਂ ਆਪਣੇ ਫਰੈਂਡਸ ਦੇ ਨਾਲ ਗੱਲ ਕਰ ਰਹੀ ਹਾਂ। ਫਰੈਂਡ ਕੇਵਲ ਮੋਰਲ ਸਪੋਰਟ ਦੇ ਰਹੇ ਨੇ, ਕਿਉਂਕਿ ਮੈਨੂੰ ਕੋਈ ਪ੍ਰੋਬਲਮ ਮਹਿਸੂਸ ਹੋਈ, ਮੈਨੂੰ ਪੇਰੈਂਟਸ ਨੇ ਕਦੇ ਵੀ ਨਹੀਂ ਦੱਸਿਆ ਜਾਂ ਸਮਝਾਇਆ ਜਾਂ ਅਸੀਂ ਕਦੀ ਗੱਲ ਕੀਤੀ ਹੋਵੇ। ਔਰ ਸਾਡਾ ਇੰਨਾ ਵੱਡਾ ਖਾਨਦਾਨ ਹੈ ਕਿ ਸਾਡਾ ਧਿਆਨ ਦੂਜੇ ਪਾਸੇ ਸੀਗਾ, ਇਸ ਪਾਸੇ ਸਾਡਾ ਧਿਆਨ ਹੀ ਨਹੀਂ ਗਿਆ। ਇੱਕ ਹੋਰ ਬੜਾ ਔਰ ਦੇਖੋ ਬੱਚਿਆਂ ਦੀ, ਇੱਥੋਂ ਦੇ ਬੱਚਿਆਂ ਦੀ ਤਰਾਸਦੀ ਹੈ, ਬਿਲਕੁਲ ਇੱਥੋਂ ਦੀ ਤਰਾਸਦੀ ਹੈ ਜੀ। ਇੱਕ ਹੋਰ ਉਹਨਾਂ ਨੇ ਇੱਕ ਟੌਪਿਕ ਪੁਆਇੰਟ ਰੇਜ਼ ਕੀਤਾ ਹੈ, ਕਹਿੰਦੇ ਪੰਜਾਬੀ ਲੈਂਗੁਏਜ 'ਚ ਉਹਨਾਂ ਨੇ ਕਿਹਾ ਕਿ ਪੇਰੈਂਟਸ ਦਾ ਕਈ ਵਾਰ ਲੱਗਦਾ ਹੈ ਕਿ ਬਸ ਜਿਹੜੀ ਚੀਜ਼ ਪ੍ਰੋਬਲਮ ਲੱਗ ਰਹੀ ਹੈ ਉਹਨੂੰ ਕਾਰਪੇਟ ਥੱਲੇ ਸੁੱਟ ਦੋ, ਉੱਪਰ ਕਾਰਪੇਟ ਦੇਤਾ, ਦਿਖਣੀ ਬੰਦ ਹੋ ਗਈ ਤੇ ਪ੍ਰੋਬਲਮ ਖਤਮ ਹੋ ਗਈ। ਨਹੀਂ,
ਇਹ ਸੋਲੂਸ਼ਨ ਨਹੀਂ ਹੈ ਕਿ ਚੀਜ਼ ਦਿਖਣੀ ਬੰਦ ਹੋ ਗਈ ਤੇ ਪ੍ਰੋਬਲਮ ਖਤਮ ਹੋ ਗਈ। ਪ੍ਰੋਬਲਮ ਹੈਗੀ ਹੈ, ਉਹ ਜਦੋਂ ਨਿਕਲੇਗੀ ਉਦੋਂ ਪ੍ਰੋਬਲਮ ਹੋਏਗੀ। ਹੋ ਸਕਦਾ ਉਹ ਕਾਰਪਟ ਨੂੰ ਪਾੜ ਕੇ ਵੀ ਨਿਕਲ ਆਵੇ। ਅੱਜ ਸਾਨੂੰ ਪਤਾ ਹੈ ਕਿ ਇਹ ਇਸ਼ੂ ਹੈਗੇ ਨੇ, ਅੱਜ ਗੱਲ ਕਰ ਲਓ। ਮੈਂਟਲ ਹੈਲਥ ਦੇ ਇਸ਼ੂ ਨੇ, ਅੱਜ ਬੱਚਿਆਂ ਤੋਂ ਗੱਲ ਕਰ ਲਓ। ਸੁਸਾਈਡ ਦੇ ਇਸ਼ੂਜ਼ ਹੈ, ਗੱਲ ਕਰ ਲਓ। ਬ੍ਰੈਸਟ ਕੈਂਸਰ ਇਸ਼ੂਜ਼ ਨੇ, ਅੱਜ ਗੱਲ ਕਰ ਲਓ। ਯਾਰ ਸਾਨੂੰ ਨੌਲੇਜ ਨਹੀਂ ਹੈ, ਚਲੋ ਤੁਸੀਂ 4 ਸਹੇਲੀਆਂ ਮਿਲ ਕੇ ਗੱਲ ਕਰ ਲਓ। ਔਰ ਅੱਜ ਦੀ ਮੈਂ ਤੁਹਾਨੂੰ ਲੇਟੈਸਟ ਜਿਹੜੀ ਖਬਰ ਦੱਸਦਾ, ਸਾਡੇ GTA ਦੇ ਵਿੱਚ ਬਰੈਂਪਟਨ ਦੀ ਖਬਰ ਆਈ ਆ। ਔਰ 20 ਸਾਲ ਦਾ ਇੱਕ ਨੌਜਵਾਨ ਆ, ਉਹਨੇ ਆਪਣੇ ਘਰ ਦੇ ਸਾਹਮਣੇ ਆਪਣੇ ਆਪ ਨੂੰ ਗਲ 'ਚ ਰੱਸਾ ਪਾ ਕੇ ਸੁਸਾਈਡ ਕੀਤਾ। 20 ਸਾਲ ਦੇ ਇਹ ਬੜੀ ਹੈਰਾਨੀਜਨਕ ਜਿਹੜੇ ਡਾਟਾ ਸਾਹਮਣੇ ਆ ਰਿਹਾ। ਔਰ ਪਿਛਲੇ ਕੁਝ ਦਿਨਾਂ ਤੋਂ, ਕੁਝ ਮਹੀਨਿਆਂ ਤੋਂ ਇਸ ਤਰ੍ਹਾਂ ਦੀਆਂ ਨੌਜਵਾਨ ਆਪਣੇ ਆਪ ਨੂੰ ਸੁਸਾਈਡ ਵੱਲ, ਰਸਤੇ ਵੱਲ ਲੈ ਕੇ ਜਾ ਰਿਹਾ। ਇਹਦੇ ਪਿੱਛੇ ਸਾਨੂੰ ਆਪ ਨੂੰ ਕਾਰਨ ਲੱਭਣੇ ਪੈਣੇ ਆ, ਸਾਨੂੰ ਬੈਠ ਕੇ ਚਰਚਾ ਕਰਨੀ ਪੈਣੀ ਹੈ ਕੀ ਕੀਤਾ। ਰਮਨ ਜੀ, ਖਿਆਲ ਨੂੰ ਅੱਜ ਤੇ ਨਹੀਂ ਆਇਆ ਹੋਵੇਗਾ, ਆਇਆ ਤਾਂ ਪਹਿਲਾਂ ਹੋਵੇਗਾ, ਬਹੁਤ ਪਹਿਲਾਂ ਚੱਲਦਾ ਪਰ ਸਾਨੂੰ ਪਤਾ ਹੀ ਨਹੀਂ ਲੱਗ ਪਾਉਂਦਾ। ਕਈ ਵਾਰ ਅਸੀਂ ਕੈਚ ਨਹੀਂ ਕਰ ਪਾਉਂਦੇ। ਤੇ ਅੱਜ ਸਾਰਿਆਂ ਨੂੰ ਇੱਕ ਬੜਾ ਪਿਆਰਾ ਤੁਸੀਂ ਮੈਸੇਜ ਦਿਓ ਕਿ ਬ੍ਰੈਸਟ ਕੈਂਸਰ ਇੱਕ ਪ੍ਰੋਬਲਮ ਹੈ, ਪਰ ਉਹਦਾ ਸਮਾਧਾਨ ਵੀ ਹੈ। ਸੋ ਆਪਾਂ ਕਿਸੇ ਹੋਰ ਦਿਨ ਵੀ ਇਹਦੇ ਉੱਪਰ ਜਾਂ ਇਸ ਨਾਲ ਸੰਬੰਧਿਤ ਕੋਈ ਵਿਸ਼ੇ ਦਿਨ ਲੈ ਕੇ ਆਵਾਂਗੇ। ਅੱਜ ਸਾਡਾ ਸਮਾਂ ਜਿਹੜਾ ਉਹ ਸਮਾਪਤੀ ਵੱਲ ਵੱਧ ਚੁੱਕਿਆ ਹੈ। ਸੋ ਬਹੁਤ ਬਹੁਤ ਸ਼ੁਕਰੀਆ। ਤੇ ਮੈਂ ਜੀ ਸਭ ਤੋਂ ਪਹਿਲੇ ਤਾਂ ਤੁਹਾਡੇ ਲਈ ਆਵਾਜ਼ ਸ਼ਾਇਦ ਮਾਈਕ ਸ਼ਾਰੀ ਹੋਵੇ, ਮੈਂ ਕਲੈਪ ਕਰਨਾ ਚਾਹਾਂਗਾ। ਤੇ ਮੈਂ ਕਹਾਂਗਾ ਕਿ ਇਹ ਲੇਡੀਜ਼ ਦਾ ਇਸ਼ੂ ਨਹੀਂ ਹੈ, ਇਹ ਮੇਲਸ ਦਾ ਇਸ਼ੂ ਹੈ। ਕਿਉਂਕਿ ਮੇਰੇ ਘਰ 'ਚ ਤਾਂ 4 ਲੇਡੀਜ਼ ਹੈ। ਜਦੋਂ ਕਾਰ ਖਰੀਦਣੀ, ਮੇਰਾ ਡਿਸੀਜਨ। ਘਰ ਦੀ ਮਾਰਗੇਜ ਕੀ ਪਲਾਨ ਹੋਏਗੀ, ਮੇਰਾ ਡਿਸੀਜਨ। ਜਿਹੜੇ ਐਦਾਂ ਦੇ ਡਿਸੀਜਨ ਮੈਂ ਕਰਦਾ ਔਰ ਮੇਰੇ ਫੈਮਿਲੀ ਮੇਰੇ ਡਿਸੀਜਨ ਤੇ ਰਿਲਾਈ ਕਰਦੀ ਹੈ, ਤੇ ਮੇਰਾ ਫਰਜ਼ ਬਣਦਾ ਯਾਰ, ਜੇ ਲੇਡੀਜ਼ ਐਕਸ਼ਨ ਨਹੀਂ ਲੈ ਰਹੀਆਂ ਤੇ ਮੈਂ ਕਿਉਂ ਨਹੀਂ? ਮੈਂ ਲੈ ਸਕਦਾ, ਕਿਉਂਕਿ ਮੇਰੀ ਜ਼ਿੰਮੇਵਾਰੀ ਹੈ। ਜਦੋਂ ਮੇਰੀ ਬੇਟੀ ਤੇ ਛੋਟੀ ਜਿਹੀ ਚੋਟ ਲੱਗੀ ਸੀ ਅੱਖ 'ਚ, ਮੈਨੂੰ ਅੱਜ ਵੀ ਯਾਦ ਹੈ, ਅਸੀਂ 7 ਘੰਟੇ ਐਮਰਜੈਂਸੀ ਵਾਰਡ 'ਚ ਰਾਤੀ ਬੈਠਾ ਰਿਹਾ। ਇੱਕ ਛੋਟੀ ਜਿਹੀ ਚੀਜ਼ ਤੇ ਇੰਨੀ ਤਕਲੀਫ ਹੁੰਦੀ ਹੈ, ਜੇਕਰ ਕੋਈ ਵੱਡੀ ਤਕਲੀਫ ਆਈ ਤਾਂ ਦਰਦ ਕਿੱਥੇ ਹੋਏਗੀ? ਬਿਲਕੁਲ। ਤੇ ਮੈਨੂੰ ਆਪਣੇ ਲਈ ਕਰਨਾ ਹੈ ਸਾਰਾ ਕੁਝ। ਔਰ ਸਾਨੂੰ ਇਹ ਸਾਡੀ ਜ਼ਿੰਮੇਵਾਰੀ ਔਰ ਸਾਡੇ ਫਰਜ਼ ਪਛਾਣਨ ਦੀ ਲੋੜ। ਫਰਜ਼ ਵੀ, ਜ਼ਿੰਮੇਵਾਰੀ ਵੀ। ਤੇ ਮੇਰੇ ਪਰਿਵਾਰ ਨੂੰ ਜਦੋਂ ਕਹਿੰਦੇ ਆਈ ਲਵ ਯੂ, ਉਹਦਾ ਮੀਨਿੰਗ ਕੀ ਹੈ? ਮੈਂ ਤੁਹਾਡੀ ਕੇਅਰ ਕਰਦਾ। ਔਰ ਉਹ ਸੱਚੇ ਮੁੱਚੀ ਉਹ ਪ੍ਰੈਕਟੀਕਲ ਹੋਣਾ ਚਾਹੀਦਾ। ਬਿਲਕੁਲ ਜੀ। ਬਹੁਤ ਬਹੁਤ ਸ਼ੁਕਰੀਆ ਮਹਿੰਦਰ ਜੀ, ਤੁਸੀਂ ਇਸ ਦੇ ਵਿੱਚ ਆਏ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਇਸ ਤਰ੍ਹਾਂ ਦਾ ਕੋਈ ਵਿਸ਼ਾ ਜ਼ਰੂਰ। ਬਿਲਕੁਲ ਜੀ, ਬੜਾ ਤੁਹਾਨੂੰ ਬਹੁਤ ਮਾਣ ਹੈ। ਸਾਰੇ ਲਿਸਨਰ ਜਿਨ੍ਹਾਂ ਨੇ ਸੁਣਿਆ ਉਹਨਾਂ ਨੂੰ ਵੀ ਥੈਂਕਸ, ਤੇ ਰਮਨ ਜੀ ਤੇ ਵਿਜ਼ਨ ਪੰਜਾਬ ਨੂੰ ਬਹੁਤ ਬਹੁਤ ਥੈਂਕਸ ਜੀ। ਸੋ ਦਰਸ਼ਕੋ, ਮੈਂ ਇੱਕ ਵਾਰੀ ਫਿਰ ਜਿਹੜਾ ਡਾਟਾ ਅੱਜ ਅਕਤੂਬਰ ਮਹੀਨਾ ਜਿਹੜਾ ਮਨਾਇਆ ਜਾਂਦਾ ਹੈ, ਉਹ ਬ੍ਰੈਸਟ ਕੈਂਸਰ ਅਵੇਅਰਨੈਸ ਮੰਥ ਦੇ ਤੌਰ ਤੇ ਮਨਾਇਆ ਜਾਂਦਾ, ਉਹਦੇ ਬਾਰੇ ਥੋੜੀ ਜਿਹੀ ਦੱਸਣੀ ਚਾਹਣਾ। ਫਿਰ ਉਸ ਤੋਂ ਬਾਅਦ ਆਪਾਂ ਇਜਾਜ਼ਤ ਲੈਂਦੇ ਹਾਂ। ਹਰ ਰੋਜ਼ 618 ਦੇ ਕਰੀਬ, ਹਰ ਰੋਜ਼ 618 ਦੇ ਕਰੀਬ ਜਿਹੜੇ ਕੈਂਸਰ ਨਾਲ ਸੰਬੰਧਿਤ ਡਾਇਗਨੋਜ਼ ਹੁੰਦੇ ਆ ਹਰ ਰੋਜ਼। ਕੈਨੇਡਾ ਦੇ ਡਾਟੇ ਦੀ ਗੱਲ ਕਰ ਰਹੇ ਹਾਂ, ਤੁਸੀਂ ਜਾ ਕੇ ਬੇਸ਼ੱਕ ਸਾਈਟ ਦੇ ਉੱਪਰ ਜਾ ਕੇ ਚੈੱਕ ਕਰ ਲਿਓ। ਫਿਰ ਉਸ ਤੋਂ ਬਾਅਦ ਪਰ ਈਅਰ ਜਿਹੜੇ 2,25,000 ਜਿਹੜੇ ਕੈਂਸਰ ਨਾਲ ਗ੍ਰਸਤ, ਇਹ ਨਾਮੁਰਾਦ ਬਿਮਾਰੀ ਦੇ ਨਾਲ ਪੀੜਿਤ ਹੁੰਦੇ ਆ ਲੋਕ। ਫਿਰ ਉਸ ਤੋਂ ਬਾਅਦ ਜੇ ਗੱਲ ਕਰੀਏ 83,000 ਦੇ ਕਰੀਬ ਜਿਹੜੀਆਂ ਮੌਤਾਂ ਹੁੰਦੀਆਂ ਹਰ ਸਾਲ, 83,000। ਸੋ ਬਹੁਤ ਵੱਡੀ ਗਿਣਤੀ ਹੈ। ਫਿਰ ਬ੍ਰੈਸਟ ਕੈਂਸਰ ਨੂੰ ਲੈ ਕੇ ਬਹੁਤ ਵੱਡੀ ਜਿਹੜੀ ਗਿਣਤੀ ਹੈ, ਉਹ 5,000 ਦੇ ਕਰੀਬ 5,000 ਦੇ ਕਰੀਬ ਜਿਹੜੀਆਂ ਔਰਤਾਂ ਨੂੰ ਬ੍ਰੈਸਟ ਕੈਂਸਰ ਹੁੰਦਾ ਹਰ ਸਾਲ, 5,000 ਦੇ ਕਰੀਬ। ਸੋ ਬਹੁਤ ਵੱਡੇ ਨੰਬਰ ਨੇ। ਕਿਵੇਂ ਬਚਾ ਸਕਦੇ ਹਾਂ? ਆਓ ਰਲ ਮਿਲ ਕੇ ਇਹਦਾ ਆਪ ਅਸੀਂ ਹੱਲ ਲੱਭੀਏ, ਸੰਗੀਏ ਨਾ, ਸ਼ਰਮੀਏ ਨਾ। ਜਿੱਥੇ ਅਸੀਂ ਹੋਰ ਆਪਣੇ ਆਪ ਨੂੰ ਬੋਲਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਇਸ ਮਾਮਲੇ ਦੇ ਵਿੱਚ ਵੀ ਬੋਲਡ ਹੋਈਏ। ਆਪਣੇ ਆਪ ਨੂੰ ਇਸ ਤਰ੍ਹਾਂ ਬਣਾਈਏ ਕਿ ਸਾਨੂੰ ਸੰਗ ਨਾ ਆਵੇ, ਸ਼ਰਮ ਨਾ ਆਵੇ ਦੱਸਦਿਆਂ ਹੋਏ ਕਿ ਵੀ ਮੈਨੂੰ ਆਹ ਪ੍ਰੋਬਲਮ ਹੈ ਜਾਂ ਕਿਸੇ ਹੋਰ ਨੂੰ ਇਹ ਪ੍ਰੋਬਲਮ, ਆਪਾਂ ਉਹਦਾ ਹੱਲ ਕੀ ਕਰਨਾ। ਸੋ ਦਰਸ਼ਕੋ, ਕਿਸੇ ਕਿਸਮ ਦੀ ਜੇ ਤੁਹਾਨੂੰ ਕੋਈ ਲੱਗੀ ਹੋਵੇ ਕਿ ਮੈਂ ਤੁਹਾਨੂੰ ਹਰਟ ਕੀਤਾ ਜਾਂ ਮੇਰਾ ਸ਼ਬਦ ਤੁਹਾਨੂੰ ਚੰਗਾ ਨਾ ਲੱਗਿਆ ਹੋਵੇ, ਉਹਦੇ ਲਈ ਅਸੀਂ ਮਾਫੀ ਚਾਹੁੰਦੇ ਹਾਂ, ਖਿਮਾ ਦੀ ਜਾਚਕ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਨਵਾਂ ਵਿਸ਼ਾ ਤੇ ਨਵੇਂ ਮਹਿਮਾਨ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਦਿਓ ਇਜਾਜ਼ਤ। ਸ਼ੁਕਰੀਆ, ਜਿਉਂਦੇ ਰਹੋ, ਸ਼ੱਬਾ ਖੈਰ।